ਪੰਜਾਬ ਦੀ ਜਨਤਾ ਦੇ ਮਨ 'ਚ ਇੱਕ ਗੱਲ ਹੋਰ ਆਊਗੀ, ਜਿਵੇਂ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇਤਾ, ਇਹ ਕਿਤੇ ਇੱਕ ਚਾਲ ਤਾਂ ਨਹੀਂ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਤੇ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਆ ਕੇ ਉਹਨੂੰ ਕਿਸਾਨੀ ਸੰਘਰਸ਼ ਨੂੰ ਕਿਸੇ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰ ਵੀ ਕਿਸਾਨ ਹੁਣ ਉੱਥੇ ਮੋਰਚਾ ਲਾ ਕੇ ਬੈਠੇ ਹੋਣੇ, ਤੁਹਾਡੇ ਮਨ 'ਚ ਇਹ 18 ਤਰੀਕ ਹੀ ਕਿਉਂ ਆਈ ਵੀ ਮੈਂ 18 ਤਰੀਕ ਨੂੰ ਇਹ ਅਸਤੀਫਾ ਦੇਵਾਂ? ਮੁਜ਼ਾਹਰੇ ਕਰਦੇ ਰਹੇ ਹੋ, ਧਰਨੇ ਲਾਉਂਦੇ ਰਹੇ ਹੋ, ਕਿਸਾਨ ਮੋਰਚੇ ਧਰਨੇ ਲਾਏ, ਡੀਜ਼ਲ ਤੇ ਲਾਏ, ਅੱਜ ਵੇਖੋ ਡੀਜ਼ਲ ਕਿਹੜੇ ਸਿਖਰਾਂ ਤੇ ਪਹੁੰਚਿਆ। ਕਦੇ ਕੋਈ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਤੁਸੀਂ ਜੀ? ਬੜਾ ਮੈਂ ਬਜ਼ੁਰਗਾਂ ਦੀ ਗੱਲ ਤੇ ਵਿਸ਼ਵਾਸ ਕੀਤਾ, ਵਾਕਿਆ ਅਸੀਂ ਹੁਣ ਕਾਤਲਾਂ ਦੀ ਕਤਾਰ 'ਚ ਆ ਗਏ। ਮੈਨੂੰ ਹੁਣ ਜੇ ਤਾਂ ਮੈਂ ਕਿਸਾਨ ਦਾ ਬੇਟਾ ਤੇ ਮੈਨੂੰ ਇਸ ਪਾਰਟੀ 'ਚ ਰਹਿਣ ਦਾ ਕੋਈ ਹੱਕ ਨਹੀਂ। ਫਿਰ ਮੈਂ ਆਪਦੇ ਲੋਕਾਂ ਨਾਲ ਸਲਾਹ ਕੀਤੀ, ਅਸੀਂ 12-13 ਲੋਕ ਤਿਆਰ ਹੋ ਗਏ ਵੀ ਆਪਾਂ ਪਾਰਟੀ ਨੂੰ ਰਿਜ਼ਾਈਨ ਦੇਣਾ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਆਪਣਾ ਜਸਕਰਨ ਸਿੰਘ। ਤੁਸੀਂ ਇਸ ਟਾਈਮ ਦੇਖ ਰਹੇ ਹੋ ਟੂਡੇ ਨਾਓ ਪੰਜਾਬੀ ਚੈਨਲ। ਸੋ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਉਹ ਜੀ ਟੂਡੇ ਡਿਸਕਸ਼ਨਸ। ਅਤੇ ਅੱਜ ਟੂਡੇ ਡਿਸਕਸ਼ਨ ਦੇ ਵਿੱਚ ਆਪਣੇ ਨਾਲ ਗੱਲਬਾਤ ਕਰਨ ਵਾਸਤੇ ਪਹੁੰਚੇ ਜੀ ਸਰਦਾਰ ਸੁਰਜੀਤ ਸਿੰਘ ਜੀ ਸਤਰਦੀਨ, ਜਿਨ੍ਹਾਂ ਨੇ 18 ਦਸੰਬਰ 2020 ਨੂੰ BJP ਪਾਰਟੀ ਤੋਂ ਅਸਤੀਫਾ ਦਿੱਤਾ ਹੈ ਜੀ। ਸੋ ਆਪਾਂ ਇਹਨਾਂ ਤੋਂ ਅੱਜ ਜਾਣਦੇ ਵੀ ਇਹਨਾਂ ਦਾ ਅਸਤੀਫਾ ਦੇਣ ਦਾ ਕੀ ਕਾਰਨ ਹੈ ਅਤੇ ਅਸਤੀਫਾ ਦੇਣ 'ਚ ਇਹਨਾਂ ਨੇ ਇੰਨੀ ਦੇਰੀ ਕਿਉਂ ਕੀਤੀ। ਚਲੋ ਜੀ ਆਪਾਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਰਜੀਤ ਸਿੰਘ ਜੀ, ਤੁਹਾਨੂੰ ਮੈਂ ਇੱਕ ਪਹਿਲਾ ਕੁਐਸਚਨ ਜਿਹੜਾ ਕਰਨਾ ਚਾਹੂੰਗਾ ਜੀ ਉਹ ਇਹ ਹੈ ਵੀ ਤੁਸੀਂ BJP ਪਾਰਟੀ ਦੇ ਵਿੱਚ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਜੀ? ਸਭ ਤੋਂ ਪਹਿਲਾਂ ਟੂਡੇ ਨਾਓ ਨਿਊਜ਼ ਚੈਨਲ ਦੇ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਮੈਂ ਜਸਕਰਨ ਜੀ BJP 1991 ਦੇ ਵਿੱਚ ਮੇਰੇ ਦੋ ਪ੍ਰਿਯ ਮਿੱਤਰ ਸਨ, ਰਿਸ਼ਪਾਲ ਸਿੰਘ ਰੀਮੇਕੇ, ਠੀਕ ਹੈ ਜੀ, ਤਰਸੇਮ ਨੰਬਰਦਾਰ ਜੀ ਰੀਮੇਕੇ, ਔਰ ਉਹਨਾਂ ਦੇ ਨਾਲ ਪ੍ਰਵੀਨ ਭੋਲੇਵਾਸੀ ਹੈ ਜਿਹੜਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਨੇ। ਠੀਕ ਹੈ ਜੀ। 1991 ਦੇ ਵਿੱਚ ਮੈਨੂੰ ਉਹਨਾਂ BJP ਜੁਆਇਨ ਕਰਾਈ ਸੀ। ਠੀਕ ਹੈ ਜੀ। ਮੈਂ ਉਸ ਟਾਈਮ ਇੱਕ BJP ਦਾ ਕਾਰਜਕਰਤਾ ਹੋਣ ਦੇ ਨਾਤੇ, ਠੀਕ ਹੈ ਜੀ, ਉਹਨਾਂ ਦੇ ਨਾਲ ਕਦੀ ਕਦਾਂ ਹੀ ਕੰਮ ਤੇ ਜਾਣਾ, ਜਿਵੇਂ ਜਾਨੀ ਸਾਹਿਬ ਨੇ ਇਲੈਕਸ਼ਨ ਲੜੇ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਜਾਣਾ। ਠੀਕ ਹੈ ਜੀ। 1997 ਦੇ ਵਿੱਚ ਆਪਣੇ ਫਿਰੋਜ਼ਪੁਰ ਕੌਂਸਟੀਚੁਐਂਸੀ ਦੇ ਵਿੱਚ ਸਰਦਾਰ ਗੁਰਦਾਰਾ ਸਿੰਘ ਨੇ BJP ਤੋਂ ਇਲੈਕਸ਼ਨ ਲੜਿਆ, ਜੇ ਕਿ ਸਾਡੇ ਨਾਲ ਭਾਜਪਾ ਅਕਾਲੀ ਦਲ ਦਾ ਗਠਜੋੜ ਹੋਇਆ। ਠੀਕ ਹੈ ਜੀ। ਔਰ ਉਸ ਟਾਈਮ ਮੈਂ ਥੋੜ੍ਹਾ ਜਿਹਾ ਪਾਰਟੀ ਦੇ ਵਿੱਚ ਸਰਗਰਮ ਹੋਇਆ। ਠੀਕ ਹੈ ਜੀ। ਉਹ ਸਰਗਰਮ ਹੋਣ ਤੋਂ ਬਾਅਦ ਜਿੱਤ ਪ੍ਰਾਪਤ ਹੋਈ, ਪੰਜਾਬ 'ਚ ਸਰਕਾਰ ਬਣੀ, ਔਰ ਮੈਂ ਉਸ ਤੋਂ ਪਿੱਛੇ ਮੁੜ ਕੇ ਨਹੀਂ ਵੇਖਿਆ। ਠੀਕ ਔਰ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕੀਤੀਆਂ, ਔਰ ਮੈਂ ਹੁਣ 2020 ਦੇ ਵਿੱਚ ਪਾਰਟੀ ਨੂੰ ਅਲਵਿਦਾ ਕਿਹਾ। ਠੀਕ ਹੈ ਜੀ। ਅਤੇ ਤੁਸੀਂ ਪਾਰਟੀ ਵਿੱਚ ਰਹਿੰਦੇ ਹੋਏ ਕਿਹੜੇ ਅਹੁਦਿਆਂ ਦੇ ਵਿੱਚ ਸੇਵਾਵਾਂ ਨਿਭਾਈਆਂ ਜੀ? ਵੇਖੋ ਜੀ, ਮੇਰੇ ਕੋਲ ਮੰਡਲ ਦੇ ਵਿੱਚ ਵੀ ਅਧਿਕਾਰੀ ਤੌਰ 'ਤੇ ਜ਼ਿੰਮੇਵਾਰੀ ਰਹੀ, ਯੁਵਾ ਮੋਰਚਾ 'ਚ ਵੀ ਰਹੀ, ਜ਼ਿਲ੍ਹੇ 'ਚ ਵੀ ਰਹੀ, ਯੁਵਾ ਮੋਰਚਾ ਦੇ ਪ੍ਰਦੇਸ਼ 'ਚ ਵੀ ਰਹੀ। ਠੀਕ ਹੈ ਜੀ। ਫਿਰ ਮੇਰੇ ਕੋਲ ਜ਼ਿਲ੍ਹਾ ਕਿਸਾਨ ਮੋਰਚਾ ਦੀ ਵੀ ਰਹੀ। ਜ਼ਿਲ੍ਹਾ ਕਿਸਾਨ ਮੋਰਚਾ ਦੇ ਵਿੱਚ ਵੀ? ਹਾਂਜੀ। ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਵਾਈਸ ਪ੍ਰਧਾਨ। ਠੀਕ ਹੈ। ਔਰ ਪੰਜਾਬ ਪ੍ਰਦੇਸ਼ ਦੇ ਵਿੱਚ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਮੇਰੇ ਕੋਲ ਰਹੀ। ਠੀਕ ਹੈ ਜੀ। ਇਸ ਟਾਈਮ ਮੈਂ ਜੋ ਅੱਜ ਜਿਹੜੀ ਮੈਂ ਅਸਤੀਫਾ ਦਿੱਤਾ, ਉਸ ਟਾਈਮ ਮੇਰੇ ਕੋਲ ਪੰਜਾਬ ਦੀ ਕਾਰਜਕਾਰਨੀ ਦੀ ਮੇਰੇ ਕੋਲ ਜ਼ਿੰਮੇਵਾਰੀ ਸੀ, ਜੋ ਸਾਡੇ ਕੋਲ ਪਰਮਾਨੈਂਟ ਮੈਂਬਰ ਹੁੰਦੇ ਨੇ। ਉਸ ਤਿਆਗ ਤੋਂ ਮੈਂ ਆਪ ਦਾ ਅਸਤੀਫਾ ਦਿੱਤਾ। ਔਰ ਉਸ ਦੇ ਵਿੱਚ ਇਹ ਸੀ ਵੀ ਪਾਰਟੀ 'ਚ ਕੰਮ ਕਰਦੇ ਸਾਂ, ਬੜੇ ਜ਼ੋਰਾਂ ਸ਼ੋਰਾਂ ਨਾਲ ਕਰਦੇ ਸਾਂ, ਪਿੱਛੇ ਮੁੜ ਕੇ ਨਹੀਂ ਵੇਖਿਆ, ਕਿਸੇ ਕੋਲ ਕਦੀ ਫੰਡ ਨਹੀਂ ਇਕੱਠਾ ਕੀਤਾ, ਆਪਦੀ ਜੇਬ 'ਚੋਂ ਖਰਚਾ ਕੀਤਾ, ਔਰ ਪਾਰਟੀ ਦੀ ਸੇਵਾ ਕੀਤੀ, ਜ਼ੋਰਾਂ ਸ਼ੋਰਾਂ ਨਾਲ ਕੀਤੀ, ਮਾਣ ਨਾਲ ਕੀਤੀ, ਲਗਨ ਨਾਲ ਕੀਤੀ, ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਿਆ। ਪਾਰਟੀ ਪੂਰੀ ਸੇਵਾ ਲਗਨ ਨਾਲ ਕਰਦੇ ਨੇ। ਠੀਕ ਹੈ ਜੀ।
ਤੇ ਜਿਵੇਂ ਤੁਸੀਂ ਕਹਿ ਰਹੇ ਜੀ ਕਿਸਾਨ ਮੋਰਚਾ ਦੇ ਵਿੱਚ ਤੁਸੀਂ ਪੰਜਾਬ ਪ੍ਰਦੇਸ਼ 'ਚ ਵੀ ਜਨਰਲ ਸੈਕਟਰੀ ਰਹੇ ਹੋ, ਉਸ ਟਾਈਮ ਤੇ ਕਿਹਨਾਂ ਦੀ ਸਰਕਾਰ ਸੀਗੀ ਜੀ? ਵੇਖੋ ਜੀ, ਪੰਜਾਬ ਦੇ ਵਿੱਚ ਤਾਂ ਗੱਠਜੋੜ ਦੀ ਸਰਕਾਰ ਸੀ, ਅਕਾਲੀ ਭਾਜਪਾ? ਅਕਾਲੀ ਭਾਜਪਾ ਜੀ। ਠੀਕ ਹੈ ਜੀ। ਔਰ ਮੈਨੂੰ ਉਸ ਟਾਈਮ ਸੁਭਾਗ ਇਹ ਮਿਲਿਆ ਵੀ ਮੈਂ ਪ੍ਰਦੇਸ਼ ਦੇ ਵਿੱਚ ਜਨਰਲ ਸੈਕਟਰੀ ਬਣਾਇਆ। ਠੀਕ ਹੈ ਜੀ। ਔਰ ਕੁਝ ਕਿਸਾਨੀ ਮੁੱਦੇ ਸੀ, ਕੋ ਕਿਸਾਨ ਮੋਰਚਾ ਇਹ ਲੰਬਾ ਸਮਾਂ ਕੰਮ ਕਰਦੇ ਹੋਏ ਸਾਡੇ ਪ੍ਰਦੇਸ਼ ਅਧਿਕਸ਼ ਅਸ਼ਵਨੀ ਜੀ, ਔਰ ਉਹਨਾਂ ਸੋਚਿਆ ਵੀ ਜਿਹੜੇ ਲੋਕ ਕਿਸਾਨੀ ਮੁੱਦਿਆਂ ਨਾਲ ਔਰ ਕਿਸਾਨ ਪਰਿਵਾਰ ਨਾਲ ਜੁੜੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀਆਂ ਜਾਣ। ਠੀਕ ਹੈ ਜੀ। ਮੇਰੇ ਨਾਲ ਸਾਡੇ ਜਿਹੜੇ ਪ੍ਰਦੇਸ਼ ਅਧਿਕਸ਼ ਪ੍ਰਧਾਨ ਸੀ ਮੇਜਰ ਸਿੰਘ ਦੇਤਵਾਲ, ਉਹ ਵੀ ਕਿਸਾਨ ਪਰਿਵਾਰ, ਮਤਲਬ ਕਿ ਜਿੰਨਾ ਟੋਟਲ ਸੀ ਸਾਰੇ ਕਿਸਾਨੀ ਪਰਿਵਾਰ ਦੀ ਟੀਮ ਬਣੀ ਸੀ। ਔਰ ਸਾਡੇ ਜ਼ਿਲ੍ਹਿਆਂ ਦੇ ਕਿਸਾਨ ਮੋਰਚਾ ਦੇ ਜਿੰਨੇ ਸਾਰੇ ਕਿਸਾਨੀ ਲੋਕ ਸੀ, ਕੋਈ ਇਹੋ ਜਿਹੇ ਨਹੀਂ। ਠੀਕ ਹੈ। ਉਸ ਟਾਈਮ ਸੈਂਟਰ ਦੇ ਵਿੱਚ ਕੇਂਦਰ 'ਚ ਜਿਹੜੀ ਸਰਕਾਰ ਸੀ ਸਰਦਾਰ ਮਨਮੋਹਨ ਸਿੰਘ ਦੀ ਸੀ। ਠੀਕ ਹੈ ਜੀ। ਕਿਉਂਕਿ ਉਹ ਲੰਮਾ ਸਮਾਂ ਤੋਂ ਚੱਲ ਰਹੀ ਸੀ, 10 ਸਾਲ ਤੋਂ। ਠੀਕ ਹੈ ਜੀ। ਠੀਕ ਹੈ। ਔਰ ਕਿਸਾਨਾਂ ਨੂੰ ਉਹ ਥੋੜਾ ਜਿਹਾ ਨਾਪਰੀ ਸੀ, ਥੋੜਾ ਨਹੀਂ ਕਾਫੀ ਨਾਪਰੀ ਸੀ ਕਿਸਾਨਾਂ ਦੇ, ਮਤਲਬ ਕਿ ਜਿਵੇਂ ਫਸਲਾਂ ਨੇ, ਕਿਸਾਨਾਂ ਦੇ ਜਿਹੜਾ ਜ਼ਮੀਨ ਸੀ ਕੁਐਰ ਕਰਨੀ, ਉਸ ਨੂੰ ਉਹ ਸੋਚ ਰਹੇ ਸੀ ਵੀ ਇਸ ਕੌਡੀਆਂ ਦੇ ਭਾਅ ਜ਼ਮੀਨ ਕੁਐਰ ਕੀਤੀ ਜਾਵੇ। ਔਰ ਜਿਹੜੀ ਫਸਲ ਹੈ ਇਹ ਮੰਡੀਆਂ 'ਚ ਰੋਲਦੀ ਰਹੇ। ਕਿਸਾਨ ਜਿਹੜਾ ਹੈ ਉਹ ਕੋਈ ਉਹਨੂੰ ਸੁੱਖ ਨਹੀਂ ਉਸ ਟਾਈਮ ਭੋਗ ਰਿਹਾ ਸੀ, ਉਹ ਮੰਡੀਆਂ 'ਚ ਰੋਲ ਰਿਹਾ ਸੀ। ਉਸ ਮੁੱਦਿਆਂ ਨੂੰ ਵੇਖ ਕੇ ਅਸੀਂ ਬੜੀਆਂ ਐਜੀਟੇਸ਼ਨਾਂ ਕੀਤੀਆਂ, ਅਸੀਂ ਪੰਜਾਬ ਲੈਵਲ 'ਤੇ ਕੀਤੀਆਂ, ਅਸੀਂ ਜ਼ਿਲ੍ਹਾ ਲੈਵਲ 'ਤੇ ਕੀਤੀਆਂ, ਅਸੀਂ ਨੈਸ਼ਨਲ ਲੈਵਲ 'ਤੇ ਵੀ ਕੀਤੀਆਂ। ਕਿਉਂਕਿ ਕਰਦੇ ਰਹੇ ਸੀ, ਇਸੇ ਕਰਕੇ ਕਰਦੇ ਰਹੇ। ਪਹਿਲੋਂ ਅਟਲ ਜੀ ਦੀ ਸਰਕਾਰ ਜਦੋਂ ਰਹੀ, ਠੀਕ ਹੈ, ਉਸ ਟਾਈਮ ਹਾਂਜੀ, ਉਹਨਾਂ ਨੇ ਕਿਸਾਨਾਂ ਨੂੰ ਆੜਤੀਆਂ ਤੋਂ ਛਡਾਉਣ ਵਾਸਤੇ, ਕਿਉਂਕਿ ਲੋਕ ਬੜੇ ਕਹਿ ਰਹੇ ਸੀ ਜੀ ਆੜਤੀਏ ਇੰਨਾ ਇੰਟਰਸਟ ਲੈ ਰਹੇ ਨੇ, ਆੜਤੀਏ ਜ਼ਮੀਨ ਲੋਕਾਂ ਦੀ ਕਰ ਰਹੇ ਨੇ, ਠੀਕ ਹੈ, ਤੇ ਸਾਨੂੰ ਕੋਈ ਬੈਂਕ ਸਹਾਇਤਾ ਮਿਲੇ। ਉਸ ਟਾਈਮ ਉਹਨਾਂ ਨੇ ਕੁਛ ਬੈਂਕ ਦੇ ਵਿੱਚ ਜਿਵੇਂ ਆਪਣੇ ਲਿਮਟਾਂ ਬਚ ਰਹੀਆਂ ਨੇ, ਠੀਕ ਹੈ, ਇਹੋ ਜਿਹੇ ਜਿਹੜੀਆਂ ਚੀਜ਼ਾਂ ਸੀ ਉਹਨਾਂ ਸ਼ੁਰੂ ਕਰਾਈਆਂ। ਉਦੋਂ ਖੇਤੀਬਾੜੀ ਮੰਤਰੀ ਜਿਹੜੇ ਸੀ ਸ਼੍ਰੀ ਰਾਜਨਾਥ ਸਿੰਘ ਜੀ ਸੀ, ਔਰ ਉਹ ਇਸ ਮੁੱਦਿਆਂ ਨੂੰ ਲੈ ਕੇ ਉਹ ਵਧੀਆ ਨਾਲ ਕੰਮ ਕੀਤਾ। ਉਸ ਜਦੋਂ ਮਨੋਭਾਵਨਾ ਲੋਕਾਂ ਦੀ ਵਧੀ ਔਰ ਕਿਸਾਨ ਥੋੜ੍ਹੇ ਜਿਹੇ ਖੁਸ਼ਹਾਲ ਹੋਏ, ਠੀਕ ਹੈ ਜੀ, ਖੁਸ਼ਹਾਲ ਹੋਣ ਨਾਲ ਨਾ ਸਾਡਾ ਵੀ ਕੰਮ ਕਰਨ ਦਾ ਜਿਹੜਾ ਜਜ਼ਬਾ ਹੈ ਜਸਕਰਨ ਜੀ ਉਹ ਵਧਿਆ। ਠੀਕ ਹੈ ਜੀ, ਵਧੀਆ, ਕਿਉਂਕਿ ਸਾਨੂੰ ਇਹ ਸੋਚੀ ਵੀ ਸਾਡੀ ਸਰਕਾਰ ਤਾਂ ਹੁਣ ਗਈ ਚਲੀ, ਅਟਲ ਜੀ ਦੀ ਸਰਕਾਰ ਗਈ ਹੈ, ਲੋਕ ਅਟਲ ਜੀ ਨੂੰ ਯਾਦ ਕਰਦੇ ਨੇ। ਔਰ ਇਸ ਤੋਂ ਬਾਅਦ ਜੇ ਸਾਡਾ ਕੋਈ ਚੰਗਾ ਪ੍ਰਾਈਮ ਮਿਨਿਸਟਰ ਆ ਗਿਆ ਤੇ ਅਸੀਂ ਜਿਹੜੇ ਕਿਸਾਨ ਨੇ ਜਿਹੜੇ ਆਤਮ ਹੱਤਿਆ ਕਰਦੇ ਨੇ ਔਰ ਦੁਖੀ ਹੋ ਰਹੇ ਨੇ, ਆਪਦਾ ਬੱਚਾ ਨਹੀਂ ਪੜ੍ਹਾ ਸਕਦੇ, ਉਹ ਆਪਦੇ ਬੱਚੇ ਨੂੰ ਕਿਸੇ ਚੰਗੇ ਸਕੂਲ 'ਚ ਨਹੀਂ ਪਾ ਸਕਦੇ, ਚੰਗੇ ਕਾਲਜ 'ਚ ਨਹੀਂ ਪਾ ਸਕਦੇ, ਅਸੀਂ ਇਹ ਕੰਮ ਕਰੀਏ ਜੋ ਸਾਡੀ ਸਰਕਾਰ ਹੈ ਸਾਨੂੰ ਸਾਰੀਆਂ ਸੁਵਿਧਾ ਮਿਲ ਜਾਣਗੀਆਂ। ਇਸ ਕਰਕੇ ਅਸੀਂ ਉਹ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤਾ, ਠੀਕ ਹੈ, ਔਰ ਕਰਦੇ ਰਹੇ ਹਾਂ। ਔਰ ਅਸੀਂ ਇੱਕ ਸਮਾਂ ਇਹ ਵੀ ਸੀ 2011 ਦੇ ਵਿੱਚ 12-13 ਮਈ ਸੀ ਜਦ, ਤੇ ਸਾਡੀ ਉੱਥੇ ਨਾ ਅਸੀਂ ਪੂਰੇ ਦੇਸ਼ ਦਾ ਕਿਸਾਨ ਮੋਰਚਾ ਸੀ ਜਿਹੜਾ ਉੱਥੇ ਪਾਰਲੀਮੈਂਟ ਉਹਦਾ ਸੱਦਿਆ। ਇਹ ਦਿੱਲੀ ਸੱਦਿਆ ਸੀ? ਦਿੱਲੀ ਸੱਦਿਆ ਸੀ, ਠੀਕ ਹੈ। ਔਰ ਉੱਥੇ ਇੱਕ ਪਾਸੇ ਤਾਂ ਸਰਕਾਰ ਦਾ ਪਾਰਲੀਮੈਂਟ ਸੈਸ਼ਨ ਚੱਲਦਾ ਸੀ, ਠੀਕ ਹੈ, ਇੱਕ ਪਾਸੇ ਸਾਡਾ ਚੱਲਦਾ ਸੀ। ਅਸੀਂ ਉੱਥੇ ਅਲੱਗ-ਅਲੱਗ ਲੋਕ ਆਪਦੀਆਂ ਸਟੇਟਾਂ ਦੇ ਵਿਊ ਰੱਖਦੇ ਰਹੇ ਵੀ ਪੰਜਾਬ ਨੂੰ ਆਹ ਚਾਹੀਦਾ, ਹਰਿਆਣੇ ਨੂੰ ਆਹ ਚਾਹੀਦਾ, ਉਸ ਸਮੇਂ ਦੱਸਦੇ ਰਹੇ। ਉੱਥੇ ਫਿਰ ਸਾਡੇ ਲੋਕ ਵਾਅਦਾ ਵੀ ਕਰਦੇ ਰਹੇ ਵੀ ਆਪਣੀ ਸਰਕਾਰ ਆਏਗੀ, ਕਰਾਂਗੇ, ਇਸ ਮੁੱਦਿਆਂ ਕਰਕੇ। ਇਹ ਵਾਅਦਾ ਜਿਹੜਾ ਕਰ ਰਹੇ ਸੀ ਉਹ ਬੀਜੇਪੀ ਵਾਲੇ ਕਰ ਰਹੇ ਸੀ, ਪਾਰਟੀ ਵਾਲੇ? ਬਿਲਕੁਲ ਜੀ, ਬੀਜੇਪੀ ਪਾਰਟੀ ਕਰਦੀ ਸੀ। ਸਾਨੂੰ ਇਹਨਾਂ ਤੇ ਭਰੋਸਾ ਸੀ, ਕਿਉਂਕਿ ਭਰੋਸਾ ਕਿਉਂ ਸੀ ਵੀ ਅਟਲ ਜੀ ਨੇ ਚੰਗੇ ਕੰਮ ਕੀਤੇ। ਤੁਸੀਂ ਕਿਉਂ ਅਸੀਂ ਗੱਲਾਂ ਸੁਣਦੇ ਆ ਰਹੇ ਹਾਂ, ਤੁਹਾਨੂੰ ਇਹ ਗੱਲ ਦਾ ਪਤਾ ਵੀ ਹੋਵੇਗਾ, ਜੋ ਮਰਾਰਜੀ ਦੇਸਾਈ ਦੀ ਸਰਕਾਰ ਆਈ ਸੀ ਜਨਤਾ ਪਾਰਟੀ ਦੀ, ਲੋਕ ਕਹਿੰਦੇ ਸੀ ਯਾਰ ਉਦੋਂ ਨਾ ਚੀਨੀ ਬੜੀ ਮਹਿੰਗੀ ਸੀ, ਕੋਈ ਚੀਜ਼ ਮਹਿੰਗਾਈ ਸੀ, ਉਹਨਾਂ ਮਹਿੰਗਾਈ ਨੂੰ ਤੋੜਿਆ ਸੀ। ਅਸੀਂ ਐ ਵੀ ਜਿਹੜੀ ਕਾਂਗਰਸ ਸਰਕਾਰ ਲੰਬੇ ਸਮੇਂ ਤੋਂ ਰਾਜ ਕਰ ਰਹੀ ਹੈ, ਮਹਿੰਗਾਈ ਕਰਦੀ ਹੈ, ਇਹ ਤੋੜੇਗੀ। ਅਸੀਂ ਉਦੋਂ ਐਜੀਟੇਸ਼ਨਾਂ, ਜਦੋਂ ਮੈਂ ਕਿਸਾਨ ਮੋਰਚੇ ਦਾ ਜਨਰਲ ਸੈਕਟਰੀ ਪ੍ਰਦੇਸ਼ 'ਚ ਬਣਿਆ, ਅਸੀਂ ਡੀਜ਼ਲ ਪੈਟਰੋਲ 'ਤੇ ਵੀ ਕਰਦੇ ਰਹੇ ਹਾਂ। ਅੱਜ ਵੇਖੋ ਡੀਜ਼ਲ ਪੈਟਰੋਲ ਦੇ ਦਾਮ ਕਿੱਥੇ ਵੱਧ ਗਏ। ਅਸੀਂ ਆਪਦੇ ਖੇਤੀ ਦੇ ਲਾਗਤ ਮੁੱਲ 'ਤੇ ਕਰਦੇ ਰਹੇ ਹਾਂ।
ਬਿਲਕੁਲ ਜੀ, ਜਿਵੇਂ ਤੁਸੀਂ ਉਦੋਂ ਮੁਜ਼ਾਹਰੇ ਕਰਦੇ ਰਹੇ ਹੋ, ਧਰਨੇ ਲਾਉਂਦੇ ਰਹੇ ਹੋ, ਕਿਸਾਨ ਮੋਰਚੇ 'ਤੇ ਧਰਨੇ ਲਾਏ, ਡੀਜ਼ਲ 'ਤੇ ਲਾਏ, ਅੱਜ ਵੇਖੋ ਡੀਜ਼ਲ ਕਿਹੜੇ ਸਿਖਰਾਂ 'ਤੇ ਪਹੁੰਚਿਆ। ਕਦੇ ਕੋਈ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਤੁਸੀਂ ਜੀ? ਵੇਖੋ ਜੀ, ਮੈਂ ਇਹ ਤੁਹਾਨੂੰ ਗੱਲ ਦੱਸਣਾ, ਅੰਦਰ ਖਾਤੇ ਤਾਂ ਸਾਰੇ ਕਰਦੇ ਨੇ। ਅੱਛਾ, ਅੰਦਰ ਖਾਤੇ ਕਰਦੇ, ਖੁੱਲ ਕੇ ਨਹੀਂ ਆਉਂਦੇ ਜਾਂ ਖੁੱਲ੍ਹ ਡਰਦੇ? ਕੇ ਇੱਕ ਰਾਜਨੀਤੀ ਵਿੰਗ ਤੁਸੀਂ ਵੇਖੋ, ਆਮ ਲੋਕ ਜਿਹੜਾ ਕੋ ਕਰੇਗਾ, ਮੈਂ ਸੱਚਾਈ ਦੱਸਾਂਗਾ, ਝੂਠ ਨਹੀਂ ਮਾਰੂੰਗਾ। ਉਹ ਸੱਚਾਈ ਦੱਸਣੀ ਹਾਂ, ਚਾਹੀਦੀ। ਕਿਉਂਕਿ ਵੈਸੇ ਗੁਰੂ ਜਿਹੜਾ ਸਿੰਘ ਬੰਦਾ ਸੱਚੇ ਹੁੰਦੇ। ਬੋਲੇਗਾ ਉਹਨੂੰ ਨੁੱਕਰੇ ਲਾ ਦਿੰਦੇ। ਤੁਸੀਂ ਕੋਈ ਵੀ ਸਰਕਾਰ ਆ ਵੇਖੋ, ਚਾਹੇ ਮਿਨਿਸਟਰ ਹੋਵੇ, ਕੁਛ ਵੀ ਹੋਵੇ, ਉਹਨੂੰ ਉਹ ਖੁੱਡੇ ਲੈਣ ਲਾ ਦਿੰਦੇ। ਜਦੋਂ ਤੁਸੀਂ ਪਾਰਟੀ 'ਚ ਆਉਂਦੇ ਜੇ, ਸਾਰੇ ਤਕਰੀਬਨ ਲਾਲਸਾ ਨਾਲ ਲੋਕ ਜੁੜੇ ਨੇ, ਠੀਕ ਕਿਉਂਕਿ ਅੱਗੇ ਸਰਕਾਰਾਂ ਹੁੰਦੀਆਂ ਸੀ, ਉਹ ਲੋਕਾਂ ਦਾ ਸੋਚਦੇ ਸੀ। ਮੈਂ ਤਾਂ ਜਿੱਥੋਂ ਤੱਕ ਵੇਖਿਆ, ਹੁਣ ਇੱਕ ਲੋਕ ਸਰਕਾਰ ਨੂੰ, ਪਾਰਟੀ ਨੂੰ ਬਿਜ਼ਨਸ ਤੌਰ ਲੈਂਦੇ ਨੇ, ਬਿਜ਼ਨਸ ਦੇ ਤੌਰ ਤੇ ਲੈ ਰਹੇ ਨੇ। ਯਾਨੀ ਕਿ ਲੋਕ। ਤੁਹਾਡਾ ਇਹ ਹਾਂ। ਕਹਿਣਾ ਹੈ ਕਿ ਵੀ ਜਿੰਨੇ ਲੋਕ ਅੱਜ ਦੀ ਤਰੀਕ 'ਚ ਰਾਜਨੀਤੀ ਨਾਲ ਜੁੜੇ ਨੇ, ਉਹ ਜ਼ਿਆਦਾਤਰ ਬਿਜ਼ਨਸ ਤੌਰ ਤੇ ਜੁੜੇ ਹੋਏ ਨੇ, ਕਿਸੇ ਦੀ ਸੇਵਾ ਕਰਨ ਵਾਸਤੇ ਨਹੀਂ ਦੇਖੋ, ਜੁੜੇ। ਸੇਵਾ ਮੈਂ ਇਹ ਸਾਰੇ ਨਹੀਂ ਕਹਿ ਸਕਦਾ, ਅੱਛਾ, ਕਿਉਂਕਿ ਸਾਰੇ ਹੋਣ ਤੇ ਦੇਸ਼ ਨਾ ਚੱਲੇ, ਸਟੇਟ ਨਾ ਚੱਲੇ, ਉਹ ਨਹੀਂ ਹੈ। ਠੀਕ ਹੈ। ਮੈਂ ਕੁਝ ਲੋਕਾਂ ਦੀ ਗੱਲ ਕਰਦਾ, ਜਿਹੜੇ ਲੋਕ ਕਿ ਉਹ ਪਾਰਟੀਆਂ ਨੂੰ ਖਰਾਬ ਕਰਦੇ। ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਪਾਰਟੀ ਦੇ ਵਿੱਚ ਕੁਝ ਲੋਕ ਮਾੜੇ ਆ ਜਾਣ ਤੇ ਉਹ ਪਾਰਟੀ ਦਾ ਨਾਂ ਖਰਾਬ ਕਰ ਦਿੰਦੇ, ਪਾਰਟੀ ਨੂੰ ਬਦਨਾਮ ਕਰ ਦਿੰਦੇ ਨੇ। ਇਹ ਨਹੀਂ ਕਿ ਸਾਰੇ ਲੋਕ ਹੀ ਬਿਜ਼ਨਸ ਲਈ ਆਉਂਦੇ, ਉਹ ਨਹੀਂ। ਕੁਝ ਲੋਕ ਜਿਹੜੇ ਆਉਂਦੇ ਨੇ ਉਹ ਨੁਕਸਾਨ ਕਰ ਦਿੰਦੇ ਨੇ। ਨੁਕਸਾਨ ਕਰਨ ਦੇ ਨਾਲ ਹੀ ਪਾਰਟੀ ਦੀ ਜਿਹੜੀ ਬਣੀ ਹੋਈ ਛਵੀ, ਪਾਰਟੀ ਦਾ ਜਿਹੜਾ ਬਣਿਆ ਹੋਇਆ ਕੇਡਰ, ਉਹ ਕੁਝ ਦਿਨਾਂ ਵਿੱਚ ਹੀ ਖਤਮ ਹੋ ਜਾਂਦਾ। ਅਗਰ ਤੁਸੀਂ ਉਹ ਜਿਹੜੀ ਤੁਹਾਡੀ ਪੁਰਾਣੀ ਛਵੀ ਬਣੀ ਹੋਈ ਹੋਵੇ, ਔਰ ਉਹਨੂੰ ਤੁਸੀਂ ਜੇ ਉਹਨਾਂ ਕੰਮ 19% ਕੀਤਾ, ਤੁਸੀਂ ਉਹਨੂੰ 31 ਵੀ ਕਰ ਦਿਓ, ਲੋਕ ਤੁਹਾਡੇ ਨਾਲ ਹੋਰ ਜੁੜਨਗੇ। ਬਿਲਕੁਲ ਜੁੜਦੇ ਆ ਜੀ। ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਪੁੱਛਣੀ ਚਾਹੂੰਗਾ ਜੀ, ਜਿਹੜਾ ਹੁਣ ਤੁਸੀਂ ਅਸਤੀਫਾ ਦਿੱਤਾ ਜੀ, ਇਹ ਤੁਹਾਡੇ ਮਨ 'ਚ ਵਿਚਾਰ ਕਿਵੇਂ ਆਇਆ ਕਿ ਹੁਣ ਮੈਂ ਅਸਤੀਫਾ ਦੇ ਦਾਂ, ਕਿ ਲੋਕਾਂ ਦੇ ਛਿੱਤਰਾਂ ਤੋਂ ਡਰਦੇ ਅਸਤੀਫਾ ਦੇ ਦਿੱਤਾ? ਨਹੀਂ ਨਹੀਂ ਜੀ, ਮੈਨੂੰ ਵੇਖੋ, ਮੈਂ ਕਦੀ ਛਿੱਤਰਾਂ ਤੋਂ ਡਰਨ ਵਾਲਾ ਬੰਦਾ ਨਹੀਂ ਗਾ। ਠੀਕ ਹੈ ਜੀ। ਮੈਂ ਬੜਾ ਸੋਚ ਸਮਝ ਕੇ ਚੱਲਦੇ ਰਿਹਾ। ਠੀਕ ਹੈ। ਮੈਨੂੰ ਨਗਰ ਨੇ ਸਰਬਸੰਮਤੀ ਨਾਲ 2 ਵਾਰੀ ਸਰਪੰਚ ਬਣਾਇਆ। ਬਹੁਤ ਮੇਰੇ ਫਾਦਰ ਸਾਹਿਬ ਚਾਚਾ ਜੀ ਨੂੰ ਮੈਂ 5 ਸਾਲ ਦਾ ਸਰਬਸੰਮਤੀ ਨਾਲ ਬਣਾਇਆ। ਸਾਨੂੰ ਬੜੀ ਲੋਕਾਂ ਨੇ ਮਤਲਬ ਕਿ ਸਾਨੂੰ ਇੱਜ਼ਤ ਬਖਸ਼ੀ। ਪਰ ਇਹ ਗੱਲ ਇਹ ਹੈ ਨਾ ਵੀ ਮੈਂ ਜਦੋਂ ਵੇਖਿਆ ਵੀ ਸਾਡੇ ਕਿਸਾਨਾਂ ਦੇ ਖਿਲਾਫ ਹੋ ਰਿਹਾ, ਬਿਲਕੁਲ। ਮੈਂ ਨਾ ਤਾਂ ਉਸ ਚੀਜ਼ ਦੀ ਹਾਮੀ ਭਰੀ, ਕਿਉਂਕਿ ਮੈਨੂੰ ਨਾ ਪਹਿਲੋਂ ਪਾਰਟੀ ਕਹਿੰਦੀ ਰਹੀ ਵੀ ਤੁਸੀਂ ਕਿਸਾਨਾਂ 'ਚ ਵਿਚਰੋ, ਦੱਸੋ। ਪਹਿਲਾਂ ਥੋੜ੍ਹਾ ਜਿਹਾ ਚਿਰ ਵਿਚਰੇ। ਠੀਕ ਹੈ ਜੀ। ਜਦੋਂ ਥੋੜ੍ਹਾ ਜਿਹਾ ਅਸੀਂ ਬਿੱਲ ਵੱਲ ਧਿਆਨ ਕੀਤਾ ਤੇ ਮੈਂ ਕਿਹਾ ਵੀ ਭਾਈ, ਕਿਸਾਨ ਸਾਰਾ ਮੂਰਖ ਤਾਂ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਬਿਲਕੁਲ। ਠੀਕ ਹੈ ਨਾ, ਕਿਸਾਨ ਪੜ੍ਹਿਆ ਲਿਖਿਆ ਹੈ, ਕਿਸਾਨ ਐਜੂਕੇਟਡ ਹੈ, ਕਿਸਾਨ ਨੂੰ ਪੂਰੀ ਨੌਲੇਜ ਹੈ। ਬਿਲਕੁਲ। ਔਰ ਤੁਸੀਂ ਵੇਖੋ ਜਿੰਨੇ ਖੇਤੀ ਮਾਹਿਰ ਨੇ, ਹਾਂਜੀ ਹਾਂਜੀ। ਉਹਨਾਂ 'ਚ ਤੁਸੀਂ ਅੰਕੜੇ ਕੱਢੋ, ਮੇਰੇ ਹਿਸਾਬ ਨਾਲ 60 ਤੋਂ ਲੈ ਕੇ 70% ਲੋਕ ਜਿਹੜੇ ਖੇਤੀ ਮਾਹਿਰ ਨੇ, ਕਿਸਾਨੀ ਨਾਲ ਜੁੜੇ ਹੋਏ ਪਰਿਵਾਰਾਂ ਦੇ ਬੱਚੇ ਨੇ। ਠੀਕ ਹੈ ਤੇ ਉਸ ਚੀਜ਼ ਨੂੰ ਵੇਖ ਕੇ ਜਦੋਂ ਮੈਂ ਵੇਖਿਆ, ਫਿਰ ਅਸੀਂ ਆਪਦਾ ਅੰਦਰ ਗੱਲ ਰੱਖੀ ਪ੍ਰਦੇਸ਼ 'ਚ ਵੀ ਆਪਾਂ ਇਹ ਚੀਜ਼ ਨੂੰ ਕਿਸੇ ਤਰੀਕੇ ਨਾਲ ਅੰਦਰ ਇਹਨੂੰ ਲਿਆਈਏ, ਔਰ ਜਿਹੜੇ ਸਾਡੇ ਕਿਸਾਨੀ ਮੁੱਦੇ ਲੋਕ ਉਠਾ ਰਹੇ ਉਹਨਾਂ ਦੇ ਵਿਚਾਰ ਕਰੀਏ, ਔਰ ਇਹ ਚੀਜ਼ ਨੂੰ ਆਪਾਂ ਨਿਬੇੜਾ ਕਰੀਏ। ਬਿਲਕੁਲ ਕਰਨਾ ਔਰ ਚਾਹੀਦਾ। ਪਾਰਟੀ ਦੀ ਵੀ ਛਵੀ ਬਣੇ, ਔਰ ਲੋਕ ਵੀ ਪਾਰਟੀ ਦੇ ਖੁਸ਼ ਹੋਣ। ਵਾਕਿਆ ਹੀ ਬੀਜੇਪੀ ਕਹਿੰਦੀ ਸੀ ਮੈਂ ਕਿਸਾਨਾਂ ਦੀ ਮਸੀਹ ਆ, ਤੇ ਕਿਸਾਨਾਂ ਦੀ ਮਸੀਹ ਬਣ ਕੇ ਰਹਿ ਜਾਵੇ। ਬਿਲਕੁਲ। ਪਰ ਮੈਂ ਸਾਡੇ ਪ੍ਰਦੇਸ਼ ਦੇ ਅਕਸ ਜੀ, ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਇਹਨਾਂ ਦੇ ਮੁੱਦੇ ਨੇ, ਮੈਂ ਉਹਨਾਂ ਦੇ ਬਾਰੇ ਕੋਈ ਗੱਲਬਾਤ ਕਰਾਂ। ਮੈਂ ਉਹਨਾਂ ਤੋਂ ਇਜਾਜ਼ਤ ਲਈ, ਮੈਂ ਜਾਨੀ ਸਾਹਿਬ ਦੀ ਵੀ ਗੱਲ ਕਰਾਈ, ਕੁਛ ਆਪ ਕਿਸਾਨਾਂ ਜਥੇਬੰਦੀਆਂ ਨਾਲ ਗੱਲ ਕੀਤੀ, 1-2 ਨਾਲ। ਠੀਕ ਹੈ ਜੀ। ਜਿਸ ਲੈਵਲ ਤੇ ਮੈਨੂੰ ਉਹਨਾਂ ਕਿਹਾ ਸੀ। ਔਰ ਸਾਡੀ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਕਿਸਾਨੀ ਮੁੱਦਿਆਂ ਤੇ ਹੋਈ ਸੀ। ਠੀਕ ਹੈ। ਉੱਥੇ ਮੈਂ ਉਸ ਟਾਈਮ ਸਾਡੇ ਪੂਰੇ ਨੈਸ਼ਨਲ ਜਿਹੜੇ ਸੰਗਠਨ ਮੰਤਰੀ ਸੀ BL ਸੰਤੋਸ਼ ਜੀ ਆਏ ਸੀ, ਸੰਘ ਦੇ ਅਖਿਲ ਭਾਰਤੀ ਸਹਿ ਸੰਘ ਚਾਲਕ ਆਏ ਸੀ, ਸਾਡੇ ਜਿਹੜੇ ਪ੍ਰਦੇਸ਼ ਦੇ ਸੰਘ ਚਾਲਕ ਪ੍ਰਮੋਦ ਜੀ ਉਹ ਵੀ ਸੀ। ਕਾਫੀ ਹਾਈ ਲੈਵਲ ਦੀ ਲੌਬੀ ਸੀ ਉੱਥੇ। ਮੈਂ ਉੱਥੇ ਸਵਾਲ ਰੱਖੇ ਵੀ ਕਿਸਾਨ 3 ਮੰਗਾਂ ਮੰਨਦੇ ਨੇ। ਠੀਕ ਹੈ ਜੀ। MSP ਹੋਈ ਜਾਂ ਮਤਲਬ ਕਿ ਮੰਡੀਕਰਨ ਹੋਇਆ, ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ, ਆਪਾਂ 3 ਬਿਲਕੁਲ ਇਹ ਮੰਗ ਲਈਏ, ਕਿਸਾਨ ਖੁਸ਼ ਹੋ ਜਾਏਗਾ। ਬਿਲਕੁਲ ਖੁਸ਼ ਹੋਏਗਾ ਜੀ ਕਿਸਾਨ ਹਾਂਜੀ। ਤੋਂ। ਉਹ ਜਦੋਂ ਇੰਨੀ ਗੱਲ ਉੱਥੇ ਕੀਤੀ, ਚਲੋ ਜੀ, ਉਹ ਜਿਵੇਂ ਤੁਹਾਨੂੰ ਪਤਾ ਹੀ ਹੈ, ਉਹ ਜਿਹੜੇ ਹਾਈ ਲੈਵਲ ਦੇ ਲੋਕ ਆਉਂਦੇ ਉਹਨਾਂ ਦੀ ਸੋਚ ਕਰਾਂਗੇ ਹੋ ਗਈ। ਸਾਰਿਆਂ ਨੇ ਰੌਲਾ ਪਾਇਆ, ਔਰ ਉੱਥੇ ਇੱਕ ਵੀ ਮੁੱਦਾ ਚੱਲਿਆ ਵੀ ਐਜੀਟੇਸ਼ਨਾਂ ਹੁੰਦੀਆਂ ਰਹਿੰਦੀਆਂ ਨੇ, ਮੋਰਚੇ ਲੱਗਦੇ ਰਹਿੰਦੇ ਨੇ, ਕੁਝ ਸਮੇਂ ਹੁੰਦੇ ਨੇ। ਉੱਥੇ ਇੱਕ ਸਾਡਾ ਚੰਗਾ ਲੀਡਰ ਬੋਲਿਆ ਵੀ ਇਹ ਪੰਜਾਬ ਦੇ ਵਿੱਚ ਮੂਵਮੈਂਟ ਉੱਠ ਜੇ, ਇਹ ਪਿੱਛੇ ਨਹੀਂ ਹਟਦੀ ਹੁੰਦੀ, ਇਹਦਾ ਕੋਈ ਸੁਧਾਰ ਕਰੀਏ।
ਬੜੇ ਚਿਰ ਤੋਂ ਬਾਅਦ ਪਹਿਲੋਂ ਵੀ ਅਸੀਂ ਨਰਕ ਭੋਗਿਆ, ਹੁਣ ਅਸੀਂ ਸੁੱਖ ਲੈ ਰਹੇ ਹਾਂ। ਬਿਲਕੁਲ। ਸਾਡੇ ਬੱਚੇ ਵਿਦੇਸ਼ ਜਾ ਰਹੇ, ਉਹਨਾਂ ਨੂੰ ਕਿਸੇ ਤਰੀਕੇ ਇਹ ਰੋਕੀਏ, ਵਿਦੇਸ਼ੀ ਨਾ, ਸਾਡੀ ਜਵਾਨੀ ਸਾਰੀ ਤੁਰੀ ਜਾ ਰਹੀ ਹੈ, ਇਸ 'ਤੇ ਆਪਾਂ ਚਰਚਾ ਕਰੀਏ। ਉਹ ਕਹਿੰਦੇ ਵਿਚਾਰ ਕਰਾਂਗੇ। ਉਸ ਤੋਂ ਬਾਅਦ ਕੋਈ ਬੈਠਕ ਨਹੀਂ ਹੋਈ। ਵੈਸੇ ਅਸੀਂ ਪ੍ਰਧਾਨ ਜੀ ਨਾਲ ਜਾਂ ਕਿਸੇ ਮਿਲਣਾ ਜਾਂ ਕਿਤੇ ਹੋਰ ਆਪਦੇ ਲੀਡਰਾਂ ਜਾਂ ਜ਼ਿਲ੍ਹੇ 'ਚ ਕੋਰ ਕਮੇਟੀ 'ਚ ਮੈਂ ਮੈਂਬਰ ਵੀ ਰਿਹਾ। ਠੀਕ ਹੈ ਜੀ। ਹੁਣ ਹੈ ਸੀ ਪਰ ਹੁਣ ਰਿਹਾ ਵਾਲੀ ਗੱਲ। ਅਤੇ ਉੱਥੇ ਵੀ ਅਸੀਂ ਇਹ ਚਰਚਾ ਕਰਨੀ ਵੀ ਆਪਾਂ ਨੂੰ ਛੇਤੀ ਤੋਂ ਛੇਤੀ ਇਸ ਕੰਮ ਨੂੰ ਨਿਬੇੜਾ ਕਰੀਏ। ਪਰ ਉਹ ਮੈਨੂੰ ਲੱਗਦਾ ਹੈ ਵੀ ਉਹ ਅਸੀਂ ਤਾਂ ਪ੍ਰਦੇਸ਼ ਤੱਕ ਮੁੱਦੇ ਰੱਖਦੇ, ਸਾਡਾ ਪ੍ਰਦੇਸ਼ ਅੱਗੇ ਰੱਖਦਾ ਸੀ, ਪਰ ਮੈਨੂੰ ਲੱਗਦਾ ਵੀ ਉਹ ਕੋਈ ਸੁਣਵਾਈ ਨਹੀਂ ਹੋਈ। ਠੀਕ ਹੈ। ਕਿਉਂਕਿ ਮੈਨੂੰ ਤਾਂ ਇਹ ਲੱਗਦਾ ਸੀ ਵੀ ਜਿਵੇਂ ਇੱਕ ਦਰਸ਼ਕ ਚਲਾ ਜਾਵੇ, ਉਹ ਫਿਲਮ ਵੇਖਦਾ ਅਤੇ ਉਹ ਫਿਲਮ ਵੇਖ ਕੇ ਜੇ ਤਾਂ ਚੰਗੀ ਲੱਗੀ ਉਹਦੀ ਬੁਰਾਈ ਕਰਦਾ, ਅਤੇ ਜੇ ਉਹਨੇ ਪੈਸੇ ਖਰਚੇ ਹੋਣ ਤਾਂ ਉਹ ਕਹਿੰਦਾ ਯਾਰ ਫਿਲਮ ਠੀਕ ਸੀ, ਵਧੀਆ ਵਧੀਆ। ਮੈਨੂੰ ਤਾਂ ਉਹ ਲੱਗਦਾ ਵੀ ਸਾਡਾ ਤਾਂ ਉਹ ਹਾਲ ਹੋਇਆ ਸੀ। ਇਸ ਕਰਕੇ ਮੈਂ ਫਿਰ ਕਿਸਾਨੀ ਮੁੱਦਾ ਚੱਲਦਾ ਰਿਹਾ। ਬੜਾ ਮਨ 'ਚ ਆਉਣਾ ਵੀ ਸਾਡੇ ਹੀ ਭੈਣ ਭਰਾ, ਸਾਡੀਆਂ ਮਾਤਾਵਾਂ ਔਰ ਸਾਡੇ ਹੀ ਲੋਕ ਉੱਥੇ ਬੈਠੇ ਨੇ। ਬੜਾ ਮਨ 'ਚ ਆਉਣਾ ਕਰਨਾ ਔਰ ਬੜੀ ਜੱਦੋਜਹਿਦ ਕਰਨੀ ਵੀ ਇਹ ਕੋਈ ਮਸਲਾ ਹੱਲ ਹੋਵੇ, ਪਰ ਹੋਇਆ ਨਹੀਂ। ਉਸ ਮੁੱਦੇ ਕਰਕੇ ਮੈਨੂੰ ਬਹੁਤ ਮਨ ਦੇ ਵਿੱਚ ਇੱਕ ਪਰੇਸ਼ਾਨੀ ਆਈ ਸੀ। ਔਰ ਮੈਂ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਚੇਤਨਾ ਨਹੀਂ ਡਰਦੀ, ਉਹ ਗੱਲ ਨਹੀਂ। ਨਾ ਕੋਈ ਮੈਨੂੰ ਕਿਸੇ ਦਾ ਕੋਈ ਦਬਾਅ ਆਇਆ, ਨਾ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਕਿਉਂ ਕਰ ਰਹੇ ਜੇ, ਔਰ ਨਾ ਹੀ ਮੈਨੂੰ ਪਾਰਟੀ ਨੇ ਐਵੇਂ ਕਿਹਾ ਵੀ ਤੁਹਾਨੂੰ ਕੁਝ ਦੇਣਾ ਨਹੀਂ, ਲੈਣਾ ਨਹੀਂ। ਨਾ ਪਾਰਟੀ ਤੋਂ ਮੈਂ ਕਦੀ ਕੁਝ ਮੰਗਿਆ। ਪਾਰਟੀ ਮੈਨੂੰ ਆਪ ਦਿੰਦੀ ਹੈ, ਪਾਰਟੀ ਕੰਮ ਕਰਨ ਵਾਲੇ ਬੰਦੇ ਨੂੰ ਦਿੰਦੀ ਰਹੀ, ਪਾਰਟੀ ਕਰਦੀ ਰਹੀ ਹੈ। ਪਰ ਇਹ ਵੀ ਪਾਰਟੀ ਚਲਾਉਣ ਵਾਲੇ ਜਿਹੜੇ ਲੋਕ ਚੰਗੇ ਹੋਣ ਤੇ ਵਧੀਆ ਹੋ ਜਾਂਦਾ। ਔਰ ਹੁਣ ਜਿਹੜੇ ਸਾਡੇ ਦੋ ਲੋਕ ਤੁਹਾਨੂੰ ਆਮ ਹੀ ਚਰਚਾ 'ਚ ਹੀ ਹੈ, ਕਿਉਂਕਿ ਵਸ ਤਾਂ ਪ੍ਰਾਈਮ ਮਿਨਿਸਟਰ ਜੀ ਕੋਲ ਹੈ ਔਰ ਸਾਡੇ ਗ੍ਰਹਿ ਮੰਤਰਾਲੇ ਅਮਿਤ ਸ਼ਾਹ ਜੀ ਹੈ, ਮੋਦੀ ਜੀ, ਇਹਨਾਂ ਦੋਹਾਂ ਕੋਲ ਹੈ। ਪਰ ਵੇਖੋ ਉਹਨਾਂ ਦੀ ਸੋਚ ਕੀ ਹੈ। ਉਹ ਲੋਕਾਂ ਨੇ ਆਪਦੀ ਮਨਮਰਜ਼ੀ ਨਾਲ ਫੈਸਲੇ ਲੈ ਰਹੇ ਨੇ, ਅਤੇ ਇਸ ਕਰਕੇ ਕੋਈ ਚੰਗਾ ਨਹੀਂ ਹੋ ਰਿਹਾ। ਇਸ ਕਰਕੇ ਮੈਨੂੰ ਇਹ ਛੱਡਣਾ ਪਿਆ। ਬਿਲਕੁਲ ਜੀ। ਇੱਕ ਨਾ ਜਿਹੜੀ ਤੁਸੀਂ ਹੁਣ ਗੱਲਬਾਤ ਕਰ ਰਹੇ ਹੋ ਜੀ, ਇਹਦੇ ਵਿੱਚ ਵਾਰ-ਵਾਰ ਮੰਡਲ ਤੇ ਸੰਘ ਲੈ ਕੇ ਆ ਰਹੇ ਹੋ। ਇਹ ਸੰਘ ਤੇ ਮੰਡਲ ਕੀ ਹੈ ਜੀ? ਵੇਖੋ ਜੀ, ਸੰਘ ਤੁਹਾਨੂੰ ਵੀ ਪਤਾ ਹੈ, RSS ਰਾਸ਼ਟਰੀ ਸਵੈ ਸੰਘ ਕਹਿੰਦਾ, ਉਹ ਇੱਕ ਸੰਸਥਾ ਹੈ ਰਾਸ਼ਟਰ ਦੇ ਲਈ। ਠੀਕ ਹੈ ਜੀ। ਦੂਸਰਾ ਮੰਡਲ ਹੈ। ਮੰਡਲ ਅਸੀਂ ਜਿਵੇਂ ਅਕਾਲੀ ਦਲ 'ਚ ਸਰਕਲ ਕਿਹਾ ਜਾਂਦਾ, ਵੈਸੇ ਬਲਾਕ ਵੀ ਕਿਹਾ ਜਾਂਦਾ। ਅੱਛਾ। ਉਹ ਮਤਲਬ ਕਿ ਉੱਥੇ ਪਾਰਟੀਆਂ ਦੀ ਜ਼ਿੰਮੇਵਾਰੀ ਕਰਦੇ ਨੇ। ਇਹ BJP ਦੀ ਜਿਹੜੀ ਭਾਸ਼ਾ ਹੈ ਉਹ ਮੰਡਲ ਹੈ। ਅਕਾਲੀ ਦਲ ਸਰਕਲ ਕਹਿ ਦਿੰਦਾ, ਬਾਕੀ ਪਾਰਟੀਆਂ ਬਲਾਕ ਕਹਿ ਦਿੰਦੀਆਂ ਨੇ, ਉਹ ਨੇ। ਜਿਹੜਾ ਸੰਘ ਹੈ ਉਹ ਅਲੱਗ ਸੰਸਥਾ ਹੈ। ਠੀਕ। ਤੇ ਇਹ ਸੰਘ ਦਾ ਤੇ BJP ਦਾ ਆਪਸ 'ਚ ਕੀ ਤਾਲਮੇਲ ਹੈਗਾ ਜੀ? ਇਹ ਕੀ ਸਿਸਟਮ ਹੈ? ਦੇਖੋ ਜੀ, ਇੱਦਾਂ ਹੈ, ਸੰਘ ਵੀ ਦੇਸ਼ ਦੇ ਐਜੀਟੇਸ਼ਨ ਆਜ਼ਾਦੀ ਲਈ ਲੜਦਾ ਰਿਹਾ। ਠੀਕ ਹੈ ਜੀ। ਤੇ 1925 ਦੇ ਵਿੱਚ ਡਾਕਟਰ ਹੈਡਕੁਆਰ ਨੇ ਉਹਨੂੰ ਸ਼ੁਰੂ ਕੀਤਾ ਨਾਗਪੁਰ ਤੋਂ। ਨਾਗਪੁਰ ਤੋਂ ਸ਼ੁਰੂ ਕੀਤਾ? ਬਿਲਕੁਲ ਜੀ। ਠੀਕ ਹੈ ਜੀ। ਉਹ ਉਸ ਟਾਈਮ ਪਹਿਲੋਂ ਕਾਂਗਰਸ ਸਪੋਰਟ ਕਰਦੀ ਸੀ। ਕਾਂਗਰਸ ਨੇ ਵੀ, ਅੱਜ ਆਪਾਂ ਜੋ ਮਰਜ਼ੀ ਕਹਿ ਦਈਏ, ਕਾਂਗਰਸ ਨੇ ਵੀ ਦੇਸ਼ ਨੂੰ ਯਾਦ ਕਰਾਉਣ ਲਈ ਕੁਰਬਾਨੀਆਂ ਕਰਦੀ ਰਹੀ। ਔਰ ਕਾਂਗਰਸ ਦੀ ਜਦੋਂ ਯਾਦ ਹੋ ਗਿਆ ਤੇ ਉਹਨਾਂ ਦੀ ਥਿਊਰੀ ਵੀ ਬਦਲ ਗਈ। ਉਦੋਂ ਵੀ ਉਹ ਵੀ ਵੇਖ ਲਓ ਤੁਸੀਂ, ਜਿੰਨਾ ਪੰਜਾਬ ਉਹਨੂੰ ਮਾਰੂ ਨੀਤੀ ਨਾਲ ਰੱਖਿਆ ਗਿਆ। ਇਸੇ ਤਰ੍ਹਾਂ ਫਿਰ ਸੰਘ ਨੇ ਜਦੋਂ ਉਹਨਾਂ ਨੇ ਐਮਰਜੈਂਸੀ ਲਾਤੀ ਇੰਦਰਾ ਗਾਂਧੀ ਨੇ, ਤੇ ਸੁਣਿਆ ਨਾ, ਉਹਨਾਂ ਕਿਹਾ ਵੀ ਇੱਕ ਰਾਜਨੀਤੀ ਪਾਰਟੀ ਕਰੋ, ਜਿਹਦੇ ਵਿੱਚ ਉਹਨਾਂ ਜਨਸੰਘ ਕੀਤੀ। ਔਰ ਉਸ ਜਨਸੰਘ ਤੋਂ ਬਾਅਦ ਜਨਤਾ ਪਾਰਟੀ ਫਿਰ 6 ਅਪ੍ਰੈਲ 1980 ਵਿੱਚ ਜਿਹਨੂੰ ਭਾਰਤੀ ਜਨਤਾ ਪਾਰਟੀ ਦਾ ਨਾਮ ਦਿੱਤਾ ਗਿਆ, ਉਹਦੇ ਨਾਲ ਅਟੈਚ ਸੀ। ਜਿਵੇਂ ਹੁਣ ਤੁਸੀਂ ਵੇਖ ਲਓ, ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਆਈ। ਉਹਨਾਂ ਵੀ ਇੱਕ ਰਾਜਨੀਤੀ ਆਪਦਾ ਜਿਹੜਾ ਵਿੰਗ ਸੀ ਉਹ ਖੜਾ ਕੀਤਾ, ਇਵੇਂ ਸੰਘ ਨੇ ਕੀਤਾ। ਪਰ ਉਹ ਜਦੋਂ ਕੋਈ ਪਾਰਟੀ ਸੱਤਾ ਜਾਵੇ, ਉਹ ਲੋਕਾਂ ਨੂੰ ਉਨੀ ਪੁੱਛ-ਗਿੱਛ ਨਹੀਂ ਰਹਿ ਜਾਂਦੀ। ਉਹ ਇਹ ਚੀਜ਼ਾਂ ਨੇ। ਠੀਕ ਹੈ ਜੀ। ਇੱਕ ਸਰਦਾਰ ਸੁਰਜੀਤ ਸਿੰਘ ਜੀ, ਮੈਨੂੰ ਇੱਕ ਚੀਜ਼ ਦੇ ਬਾਰੇ 'ਚ ਹੋਰ ਥੋੜ੍ਹੀ ਜਿਹੀ ਜਾਣਕਾਰੀ ਦਿਓ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸਾਨੀ ਸੰਘਰਸ਼ 'ਚ ਜਿਹੜੇ ਕਿਸਾਨ ਬੈਠੇ ਆ ਉਹਨਾਂ ਨੂੰ ਦੇਖ ਕੇ ਇਹ ਕੀਤਾ ਜੀ। ਇਹ ਚੀਜ਼ਾਂ ਦਾ ਜਿਹੜੀਆਂ ਪਿਛਲੇ ਮੰਨ ਲਓ 2 ਮਹੀਨੇ ਤਾਂ ਲਗਾਤਾਰ ਪੰਜਾਬ 'ਚ 2 ਤੋਂ 2.5 ਮਹੀਨੇ ਬੈਠੇ ਰਹੇ ਆ ਕਿਸਾਨ, ਅਤੇ ਉਸ ਤੋਂ ਬਾਅਦ ਹੁਣ 20 ਤੋਂ 25 ਦਿਨ ਜਿਹੜੇ ਲਗਭਗ 20 ਤੋਂ 25 ਦਿਨ ਮੈਂ ਗਿਣ ਰਿਹਾ, ਮੈਨੂੰ ਐਗਜ਼ੈਕਟ ਨਹੀਂ ਪਤਾ ਹੈਗਾ ਵੀ ਕਿਸਾਨ ਹੁਣ ਉੱਥੇ ਮੋਰਚਾ ਲਾ ਕੇ ਬੈਠੇ ਹੋਏ ਨੇ। ਤੁਹਾਡੇ ਮਨ 'ਚ ਇਹ 18 ਤਰੀਕ ਹੀ ਕਿਉਂ ਆਈ ਵੀ ਮੈਂ 18 ਤਰੀਕ ਨੂੰ ਇਹ ਅਸਤੀਫਾ ਦੇਣਾ? ਇਹਦਾ ਕੀ ਕਾਰਨ ਹੈ ਮੇਨ? ਵੇਖੋ ਜੀ, ਪਹਿਲੋਂ ਮੈਂ
ਪ੍ਰਦੇਸ਼ ਦਾ ਕਾਰਜਕਾਰਨੀ ਸਦੱਸਯ ਹੋਣ ਦੇ ਨਾਤੇ ਠੀਕ ਹੈ ਜੀ। ਪ੍ਰਦੇਸ਼ 'ਚ ਗੱਲਾਂ ਰੱਖਦਾ ਰਿਹਾ। ਸਾਨੂੰ ਮੀਟਿੰਗਾਂ ਵੀ ਹੁੰਦੀਆਂ ਰਹੀਆਂ, ਸਾਨੂੰ ਵਿਸ਼ਵਾਸ ਸੀ ਵੀ ਸ਼ਾਇਦ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹਾਂਜੀ। ਖਤਮ ਹੋ ਜਾਏਗਾ। ਠੀਕ ਹੈ ਜੀ। ਜਦੋਂ ਦਿੱਲੀ ਵੱਲ ਸੰਘਰਸ਼ ਤੁਰਿਆ ਹਾਂਜੀ ਔਰ ਇਹਨਾਂ ਪਹਿਲੋਂ ਅਨਾਉਂਸ ਕੀਤਾ ਸੀ ਵੀ ਜੇ ਅਗਰ ਇੱਥੇ ਮੰਗਾਂ ਮੰਨੀਆਂ ਜਾਣ ਕਿਸਾਨ ਵੀਰਾਂ ਨੇ ਵੀ ਇੱਥੇ ਹੀ ਮੰਗਾਂ ਪ੍ਰਵਾਨ, ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਪੰਜ ਚਾਰ ਹੈ ਨੇ ਉਹ ਅਸੀਂ ਪ੍ਰਵਾਨ ਕਰ ਲਾਂਗੇ। ਅਗਰ ਜੇ ਇਹਨਾਂ ਸਾਨੂੰ ਦਿੱਲੀ ਵੱਲ ਮਜਬੂਰਨ ਕੂਚ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਕਾਨੂੰਨ ਰੱਦ ਕਰਾ ਕੇ ਹਟਾਂਗੇ। ਇਸ ਚੀਜ਼ਾਂ ਦਾ ਹੀ ਬੜਾ ਮੁੱਦਾ, ਉਹਨਾਂ ਮੁੱਦੇ ਦਾ ਬੜਾ ਗੱਲ ਨੂੰ ਪਹੁੰਚਾਉਂਦੇ ਰਹੇ ਆ ਪ੍ਰਦੇਸ਼ ਤੱਕ ਵੀ ਤੁਸੀਂ ਨੈਸ਼ਨਲ ਤੱਕ। ਪਤਾ ਨਹੀਂ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੋਈ ਗੱਲ ਦੀ ਗਾਂ ਸੁਣਵਾਈ ਨਹੀਂ ਹੋ ਰਹੀ, ਅਸੀਂ ਦਰਸ਼ਕ ਬਣ ਕੇ ਵੇਖਦੇ ਰਹੇ। ਔਰ ਜਿੱਦਣ ਥੋੜੇ ਦਿਨ ਪਹਿਲੋਂ ਇੱਕ ਟਰਾਲੀ ਪਲਟੀ, 4 ਲੋਕਾਂ ਦੀ ਮੌਤ ਹੋਈ। ਠੀਕ ਹੈ ਜੀ। ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਰਹੇ ਸੀ। ਠੀਕ ਹੈ। ਮੇਰੇ ਫਾਦਰ ਸਾਹਿਬ ਬਿਲਕੁਲ ਅਨਪੜ੍ਹ ਬੰਦੇ ਨੇ, ਕਿਸਾਨੀ ਨਾਲ ਕਿਉਂਕਿ ਪਾਕਿਸਤਾਨ ਨੂੰ ਆਏ ਸੀ ਉਹ ਠੀਕ ਹੈ ਛੋਟੀ। ਜੀ। ਉਹਨਾਂ ਆ ਕੇ ਘਰ ਬਣਾਇਆ। ਠੀਕ ਮੈਨੂੰ ਹੈ। ਕਹਿੰਦੇ ਬੇਟਾ ਠੀਕ ਹੈ ਤੁਹਾਡੀ ਪਾਰਟੀ ਕਿਸਾਨਾਂ ਨਾਲ ਜੁੜੀ ਸੀ, ਸਾਰਾ ਕੁਝ ਹੋਇਆ, ਪਰ ਤੁਹਾਡੀ ਪਾਰਟੀ ਹੁਣ ਖੂਨੀ ਹੋ ਗਈ, ਵਾਹ। ਕਾਤਲ ਹੋ ਗਈ। ਇੱਕ ਯਾਨੀ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਅਨਪੜ੍ਹ ਨੇ ਤੁਹਾਡੇ ਪਿਤਾ ਹਾਂ। ਜੀ, ਉਹਨਾਂ ਨੂੰ ਵੀ ਇਹ ਚੀਜ਼ ਦੀ ਸਮਝ ਆ ਗਈ ਕਿ ਹੁਣ ਜਿਹੜੀ ਇਹ ਪਾਰਟੀ ਇਹ ਖੂਨੀ ਹੋ ਚੁੱਕੀ ਆ। ਮੈਂ ਫਾਦਰ ਸਾਹਿਬ ਉਹ ਕਿਵੇਂ? ਮੈਨੂੰ ਆਂਦੇ ਵੇਖੋ ਤੁਹਾਡੀ ਅਟਲ ਬਿਹਾਰੀ ਵਾਜਪੇਈ ਵਾਲੀ ਪਾਰਟੀ ਨਹੀਂ ਰਹਿ ਗਈ। ਠੀਕ ਹੈ ਜੀ। ਉਹਨਾਂ ਕਿਸਾਨਾਂ ਲਈ ਜਾਗਰਤੀ, ਹਰੀ ਕ੍ਰਾਂਤੀ ਨੂੰ ਹੋਰ ਵਧਾਉਣ ਲਈ, ਵਾਈਟ ਕ੍ਰਾਂਤੀ ਨੂੰ ਹੋਰ ਵਧਾਉਣ ਲਈ ਉਹਨਾਂ ਬੜੀ ਕੋਸ਼ਿਸ਼ ਕੀਤੀ ਔਰ ਕਿਸਾਨਾਂ ਨੂੰ ਉਠਾਇਆ ਨਾ ਤਾਂ ਚੱਕਣ ਦੀ ਕੋਸ਼ਿਸ਼ ਕੀਤੀ ਹੈ ਵੀ ਅੱਜ ਜੇ ਨੂੰ ਲੋਕ ਚੱਕਣ ਦੀ ਨੇ। ਕੋਸ਼ਿਸ਼ ਨਹੀਂ। ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਐਜੂਕੇਟਡ ਵੀ ਹੋਏ ਨੇ, ਕਿਸਾਨਾਂ ਨੇ ਬਿਜ਼ਨਸ ਵੀ ਹੋਰ ਜ਼ਿਆਦਾ ਚਲਾਏ ਨੇ। ਪਹਿਲੋਂ ਤੁਹਾਨੂੰ ਪਤਾ ਪਿੰਡਾਂ 'ਚ ਇੰਨਾ ਬਿਜ਼ਨਸ ਨਹੀਂ ਹੁੰਦੇ। ਤੇ ਮੈਨੂੰ ਆਦਾ ਵੇਖੋ ਆ ਆਪਾਂ ਘਰੇ ਬੈਠੇ ਆ, ਤੁਸੀਂ ਵੀ ਬੈਠੇ ਰਾਜਨੀਤੀ ਜੇ, ਇਹ ਲੋਕ ਜਿਹੜੇ ਨੇ ਅੱਜ ਸ਼ਹੀਦ ਹੋ ਗਏ ਨੇ, ਇਹਨਾਂ ਦੇ ਪਰਿਵਾਰਾਂ ਦਾ ਕੌਣ ਜ਼ਿੰਮੇਵਾਰ ਹੈ ਔਰ ਇਹਨਾਂ ਦੀ ਹੱਤਿਆ ਦਾ ਜ਼ਿੰਮੇਵਾਰ ਕੌਣ ਹੈ? ਆ ਜ਼ਿੰਮੇਵਾਰੀ ਤੇ ਕਿਸੇ ਨੂੰ ਹਾਂ। ਲੈਣੀ ਚ ਪਊਗੀ ਇਸ ਚੀਜ਼। ਮੈਂ ਕਿਹਾ ਜੀ ਗੁਨਾਹ ਤਾਂ ਤੁਹਾਡਾ। ਆਂਦੇ ਕਿਉਂ? ਮੈਂ ਵੀ ਅਸੀਂ ਲੋਕਾਂ ਨੂੰ ਜੋ ਸਰਕਾਰ ਬਣਾਉਣ ਲੱਗੇ ਕਿਹਾ ਸੀ ਵੀ ਅਸੀਂ ਜਿਵੇਂ ਲਾਗਤ ਮੁੱਲ ਸਵਾਮੀਨਾਥਨ ਰਿਪੋਰਟ ਆਉਂਦਿਆਂ ਸਰਕਾਰ ਦੇ ਹੀ ਮਨਜ਼ੂਰ ਕਰਾਂਗੇ, ਤੇ ਉਹ ਕੁਛ ਨਹੀਂ ਹੋਇਆ। ਫਿਰ ਮੈਨੂੰ ਆਂਦੇ ਤੁਹਾਡਾ ਕੀ ਵਿਚਾਰ ਹੈ? ਮੈਂ ਫਾਦਰ ਸਾਹਿਬ ਗੱਲ ਤੇ ਇਦਾਂ ਹੈ ਵੀ ਮੈਨੂੰ ਵੀ ਲੱਗਦਾ ਹੈ ਵੀ ਅਸੀਂ ਇਸ ਚੀਜ਼ ਦੇ ਗੁਨਾਹਗਾਰ ਹਾਂ। ਲੋਕਾਂ ਨੂੰ ਵਿਸ਼ਵਾਸ ਦਵਾਇਆ ਪਰ ਅੱਜ ਸਾਡਾ ਵਿਸ਼ਵਾਸ ਨਹੀਂ ਪੂਰਾ ਹੋਇਆ। ਬਿਲਕੁਲ। ਤੇ ਮੈਂ ਆਖੇ ਵੀ ਮੈਨੂੰ ਇਹ ਲੱਗਦਾ ਵੀ ਅਸੀਂ ਪੂਰੇ ਗੁਨਾਹਗਾਰ। ਉਸ ਤੋਂ ਬਾਅਦ ਥੋੜਾ ਸਮਾਂ ਆਇਆ, ਇੱਕ 16 ਸਾਲ ਦਾ ਬੱਚਾ ਸੀ ਟਰਾਲੀ ਦੇ ਡਾਲੇ ਤੇ ਬੈਠਾ, ਉਹਦੀ ਡੈਥ ਹੋ ਗਈ। ਠੀਕ ਹੈ। ਉਹ ਡੈਥ ਹੁਣ ਬੜਾ ਮਨ ਨੂੰ ਹੋਰ ਪਰੇਸ਼ਾਨੀ ਹੋਈ। ਜੋ ਉਸ ਤੋਂ ਬਾਅਦ ਸਵੇਰੇ ਉੱਠੇ ਤੇ ਸੰਤਾਂ ਜੀ ਡੈਥ ਦੀ ਖਬਰ ਸੁਣ ਲਈ ਵੀ ਸੰਤ ਸ਼ਹੀਦ ਹੋ ਗਏ ਨੇ। ਬੜਾ ਮੈਂ ਬਜ਼ੁਰਗਾਂ ਦੀ ਗੱਲ ਤੇ ਵਿਸ਼ਵਾਸ ਕੀਤਾ ਵੀ ਵਾਕਿਆ ਅਸੀਂ ਹੁਣ ਕਾਤਲਾਂ ਦੀ ਕਤਾਰ 'ਚ ਆ ਗਏ। ਮੈਨੂੰ ਹੁਣ ਜੇ ਤਾਂ ਮੈਂ ਕਿਸਾਨ ਦਾ ਬੇਟਾ ਤੇ ਮੈਨੂੰ ਇਸ ਪਾਰਟੀ 'ਚ ਰਹਿਣ ਦਾ ਕੋਈ ਹੱਕ ਨਹੀਂਗਾ। ਫਿਰ ਮੈਂ ਆਪਦੇ ਲੋਕਾਂ ਨਾਲ ਸਲਾਹ ਕੀਤੀ। ਅਸੀਂ 12-13 ਲੋਕ ਤਿਆਰ ਹੋ ਗਏ ਵੀ ਆਪਾਂ ਪਾਰਟੀ ਨੂੰ ਰਿਜ਼ਾਈਨ ਦੇਣਾ। ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਵੀ ਜਿਹੜੇ ਕਿਸਾਨੀ ਨਾਲ ਰਿਲੇਟਡ ਮੈਂ ਉਹਨਾਂ ਲੋਕਾਂ ਨਾਲ ਗੱਲ ਕੀਤੀ ਜਿੰਨੇ ਕਿ ਮੈਂ ਲੋਕਾਂ ਨਾਲ ਕਰ ਸਕਦਾ। ਮੇਰੀ ਚਰਚਾ ਤਕਰੀਬਨ ਹੁੰਦੀ ਰਹਿੰਦੀ ਸੀ। ਉਹ ਕਹਿੰਦੇ ਵੀ ਭਾਈ ਸਾਡਾ ਮਨ ਤਾਂ ਪਹਿਲੋਂ ਦੁਖੀ ਹੈ ਤੇ ਮੈਂ ਤੇ ਕੰਮ ਨਹੀਂ ਕਰਨਾ ਚਾਹੁੰਦਾ। ਹੁਣ ਸਾਡੇ ਮੰਦੋੜ ਦੇ ਮੰਡਲ ਪ੍ਰਧਾਨ ਸੀ ਗੁਰਦੇਵ ਧਮਨ ਜੀ, ਉਹ ਵੇਖੋ ਉਹਨਾਂ ਕੋਲ ਚਗਾਠਾਂ ਦਾ ਕੰਮ, ਦੁਕਾਨ ਕਰਦੇ ਸੀ। ਉਹ ਆਂਦੇ ਵੀ ਜਿੱਦਣ ਕਿਸਾਨੀ ਮੁੱਦਾ ਚੱਲਿਆ ਲੋਕ ਮੈਨੂੰ ਬਹੁਤ ਮਾੜਾ ਕਹਿੰਦੇ ਵੀ ਤੁਹਾਡੀ ਰੋਟੀ ਜਿਹੜੀ ਕਿਸਾਨਾਂ ਰਾਹੀਂ ਆਉਂਦੀ। ਮੈਂ ਕਹਿੰਦਾ ਬਿਲਕੁਲ ਤਿਆਰ ਹੋ ਸਾਰਾ ਜਿੰਨਾ ਬਲਕਿ ਮੇਰੇ ਨਾਲ ਗੁਰਪ੍ਰੀਤ ਪਤਲੀ ਸੀ ਮੰਡਲ ਪ੍ਰਧਾਨ ਫਿਰੋਜ਼ਸ਼ਾਹ ਤੋਂ, ਉਹ ਵੀ ਇਸ ਗਿੱਲ ਤੇ ਹੋ ਗਏ ਕਿਉਂਕਿ ਕਿਸਾਨੀ ਦੇ। ਉਸ ਤੋਂ ਬਾਅਦ ਫਿਰ ਜਦੋਂ ਸੰਤਾਂ ਦੀ ਸ਼ਹਾਦਤ ਹੋਈ ਮੇਰੇ ਮਨ 'ਚ ਆਇਆ ਵੀ ਮੈਂ ਸੰਤਾਂ ਦਾ ਜਿਹੜਾ ਸੁਸਾਈਡ ਲੈਟਰ ਜਿਹੜਾ ਇਹਨਾਂ ਜਿਵੇਂ PTC ਵਾਲਿਆਂ ਜਾਂ ਬਾਕੀ ਚੈਨਲਾਂ ਨੇ ਉਹਨੂੰ, ਤੁਹਾਡੇ ਚੈਨਲ ਨੇ ਵੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ। ਹਾਂਜੀ। ਵੇਖੋ ਸੰਤਾਂ ਨੇ ਕਿਹਾ ਵੀ ਮੈਨੂੰ ਇੱਕ ਗੁਰੂ ਮਹਾਰਾਜ ਵੱਲੋਂ ਜਿਹੜੇ ਇੱਥੇ ਪਹਿਲੇ ਸੰਤ ਸੀ ਉਹ ਸੇਵਾ ਕਰਦੇ, ਉਹਨਾਂ ਦੀ ਆਵਾਜ਼ ਆਈ ਵੀ ਅਗਰ ਤੁਸੀਂ ਸ਼ਹਾਦਤ ਦਿੰਦੇ ਜੇ, ਤੁਹਾਡੀ ਸ਼ਹਾਦਤ ਦਿੱਤਿਆਂ ਸੰਘਰਸ਼ ਖਤਮ ਹੁੰਦਾ ਤੇ ਤੁਸੀਂ ਦਿਓ। ਉਹਨਾਂ ਸ਼ਹਾਦਤ ਦਿੱਤੀ ਔਰ ਸ਼ਹਾਦਤ ਦੇਣ ਤੋਂ ਬਾਅਦ ਐਡੀ ਵੱਡੀ ਕੁਰਬਾਨੀ ਕਰਤੀ। ਅਗਰ ਉਹਨਾਂ ਨੇ ਕੀਤੀ ਕਿੰਨਾ ਵਾਸਤੇ, ਜੇ
ਇਹ ਕਾਨੂੰਨ ਲਾਗੂ ਹੁੰਦੇ ਨੇ ਤੇ ਮੇਰਾ ਫਾਇਦਾ ਹੁੰਦਾ ਤੇ ਮੇਰਾ ਵੀ ਹੋਣਾ ਸੀ, ਨੁਕਸਾਨ ਹੁੰਦਾ ਤੇ ਮੇਰਾ ਵੀ ਹੋਣਾ ਜ਼ਰੂਰੀ, ਉੱਥੇ ਬੈਠੇ ਲੋਕਾਂ ਦਾ ਨਹੀਂ ਹੋਣਾ ਸੀ। ਜਿਵੇਂ ਤੁਸੀਂ ਸ਼ਹਾਦਤ ਦੀ ਗੱਲ ਕਰਦੇ ਪਏ ਜੀ, ਮੈਂ ਤੁਹਾਨੂੰ ਵਿੱਚ ਰੋਕਿਆ, ਮਾਫੀ ਚਾਹੁੰਦਾ। ਇਹਦੇ 'ਚ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਮੈਂ ਵੇਖਿਆ, ਕਿਸੇ ਬੀਬੀ ਨੇ ਕਿਹਾ ਜੀ ਇਹ ਜਿਹੜੀ ਚਿੱਠੀ ਉਹਨਾਂ ਨੇ ਲਿਖੀ ਹੈ ਜੀ, ਇਹ ਉਹਨਾਂ ਦੀ ਹੈਂਡਰਾਈਟਿੰਗ ਨਹੀਂ ਹੈ, ਉਹਨਾਂ ਨੇ ਨਹੀਂ ਲਿਖਿਆ ਹੋਇਆ। ਇਹ ਤੁਹਾਨੂੰ ਨਹੀਂ ਲੱਗ ਰਿਹਾ ਵੀ ਇਹ ਸਰਕਾਰ ਦੀ ਹੈ ਜੀ ਗੰਦੀ ਚਾਲ ਹੈ, ਜਿਹੜੀ ਇੱਕ ਸ਼ਹਾਦਤ ਨੂੰ ਕਤਲ ਵਾਲੇ ਪਾਸੇ ਜਾਂ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੀ ਹੈ? ਚਾਲ ਨਹੀਂ ਲੱਗ ਰਹੀ ਜੀ ਤੁਹਾਨੂੰ? ਬਿਲਕੁਲ ਸਹੀ ਤੁਹਾਡੀ ਗੱਲ, ਬੜਾ ਸੋਹਣਾ ਕੁਐਸਚਨ ਤੁਸੀਂ ਕੀਤਾ। ਹਾਂਜੀ। ਸਾਡੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸਰਬੰਸ ਵਾਰਤਾ ਹਿੰਦ ਦੀ ਖਾਤਰ, ਹਾਂ ਬਿਲਕੁਲ ਵਾਰਿਆ ਜੀ। ਉਹਨਾਂ ਜਦੋਂ ਸ਼ਹਾਦਤ ਦਿੱਤੀ, ਕਈ ਵਾਰੀ ਉਹਨਾਂ ਦੀਆਂ ਵੀ ਗੱਲਾਂ ਉੱਠੀਆਂ ਨੇ। ਹਾਂਜੀ। ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਣਾ, ਕਿਸੇ ਤੋਂ ਕੁਛ ਨਹੀਂ ਲੈ ਲੈਣਾ, ਕਿਉਂ ਅਸੀਂ ਇਹੀ ਰੇਖ ਦਾ ਸਤਿਕਾਰ ਕਰਦੇ ਹਾਂ। ਬਿਲਕੁਲ। ਸਾਡੇ ਗੁਰੂ ਸਾਹਿਬ ਨੂੰ ਕਿਸੇ ਨੇ ਇਹ ਨਹੀਂ ਕਿਹਾ ਸੀ ਵੀ ਤੁਹਾਨੂੰ ਫੜ ਕੇ ਲੈ ਜਾਣਾ ਜਾਂ ਕੁਛ ਕਰਨਾ ਤੇ ਤੁਸੀਂ ਸ਼ਹਾਦਤ। ਉਹਨਾਂ ਨੇ ਜ਼ੁਲਮ ਦਾ ਟਾਕਰਾ ਦੇਣ ਲਈ ਔਰ ਜ਼ੁਲਮ ਨੂੰ ਢਾਉਣ ਲਈ, ਔਰ ਉਹਨਾਂ ਇੱਕੋ ਗੱਲ ਕਿਹਾ ਸੀ, ਅਗਰ ਮੈਂ ਮੁਸਲਮਾਨ ਬਣ ਗਿਆ ਸਾਰਾ ਹਿੰਦੁਸਤਾਨ ਬਣ ਜਾਏਗਾ। ਉਹਨਾਂ ਸ਼ਹਾਦਤ ਦੇ ਦਿੱਤੀ। ਠੀਕ ਹੈ ਜੀ। ਉਹਨਾਂ ਦੀ ਸ਼ਹਾਦਤ ਤੇ ਵੀ ਸਵਾਲ ਉੱਠੇ ਸੀ। ਠੀਕ ਹੈ ਜੀ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਸਵਾਲ, ਉਹ ਕਿੰਨਾ ਨੇ ਚੱਕੇ ਸੀ ਸਵਾਲ ਜੀ? ਉਹ ਹੁਣ ਆਮ ਲੋਕ ਜਿਹੜੇ ਵਿੱਚ ਫਿਰਕੂ ਪ੍ਰਸਤ ਲੋਕ ਹੁੰਦੇ ਨੇ ਵੀ ਇਹ ਲੋਕ ਜਿਹੜਾ ਇਹ ਸ਼ਹਾਦਤ ਨੂੰ ਕਰਦੇ, ਤੁਸੀਂ ਉਹ ਵੇਖ ਲਓ। ਉਸੇ ਤਰ੍ਹਾਂ ਹੀ ਸਾਰੇ ਲੋਕ ਕਿਸੇ ਧਰਮਾਂ ਦੇ ਵਿੱਚ ਸਾਰੇ ਧਰਮ ਨਾਲ ਰਿਲੇਟਡ ਨਹੀਂ ਹੁੰਦੇ, ਕੋਈ ਲਾਲਚੀ ਹੁੰਦਾ, ਕੋਈ ਕੁਛ ਹੁੰਦਾ। ਸਾਰੇ ਜੋ ਹੋਣ ਤੇ ਨਾ ਲੜਾਈਆਂ, ਨਾ ਕਲੇਸ਼, ਨਾ ਬਾਰਡਰਾਂ ਦੇ ਪੁਲਿਸਾਂ, ਨਾ ਫੋਰਸਾਂ ਦੀ ਲੋੜ ਹੈ। ਸਾਰੇ ਹੀ ਇਨਸਾਨੀਅਤ ਤੈਨਾਤ ਤੇ ਰਹੀਏ। ਔਰ ਉਹ ਸਾਨੂੰ ਉਸੇ ਤਰ੍ਹਾਂ ਵੇਖਦੇ ਹੋਏ ਸਾਨੂੰ ਇਹ ਲੱਗਾ ਵੀ ਹੋ ਸਕਦਾ ਉਹ ਬੀਬੀ ਨੂੰ ਵੀ ਕਿਸੇ ਨੇ ਜਾਂ ਤਾਂ ਉਹਨੂੰ ਖਰੀਦ ਲਿਆ ਹੋਵੇ ਜਾਂ ਉਹ ਬੀਬੀ ਨੂੰ ਕਿਸੇ ਨੇ ਗੁੰਮਰਾਹ ਕਰਤਾ ਹੋਵੇ। ਬਿਕੋਜ਼ ਸੰਤਾਂ ਨਾਲ ਕਿੰਨਾ ਦੀ ਦੁਸ਼ਮਣੀ, ਕਿਸੇ ਦੀ ਨਹੀਂ ਦੁਸ਼ਮਣੀ। ਸੰਤਾਂ ਨਾਲ ਤਾਂ ਦੁਸ਼ਮਣੀ ਕਿਸੇ। ਉਹਨਾਂ ਸੇਵਾ ਕਰਨ ਗਏ, ਉਹਨਾਂ ਉੱਥੇ ਵੇਖਿਆ ਵੀ ਇੱਥੇ 90 ਸਾਲ ਦੇ ਬਜ਼ੁਰਗ ਵੀ ਬੈਠੇ, 90 ਸਾਲ ਦੀਆਂ ਬੀਬੀਆਂ ਬੈਠੀਆਂ ਨੇ, ਔਰ ਰੋਜ਼ ਦੀਆਂ 2-3-4 ਸ਼ਹੀਦੀਆਂ ਹੋ ਰਹੀਆਂ ਨੇ। ਤਾਂ ਤੁਸੀਂ ਵੇਖਿਆ ਨਾ 2-3 ਦੀ ਐਵਰੇਜ ਆ ਰਹੀ, ਕਦੀ ਨੌਜਵਾਨ ਦੀ ਮੌਤ ਹੋ ਰਹੀ ਹੈ, ਕਦੀ ਬਜ਼ੁਰਗ ਦੀ ਹੋ ਰਹੀ, ਕਦੀ ਕਿਸੇ ਦੀ। ਉਹਨਾਂ ਨੂੰ ਵੇਖਦਿਆਂ ਆਇਆ, ਉਹਨਾਂ ਨੂੰ ਕਾਲਪੁਰਖ ਵੱਲੋਂ ਸ਼ਾਇਦ ਇਹ ਹੁਕਮ ਆਇਆ ਹੋਵੇ, ਉਹਨਾਂ ਦਿੱਤੀ ਸ਼ਾਇਦ ਮੇਰੇ ਸ਼ਹਾਦਤ ਦਿੱਤਿਆਂ ਇਹ ਜਿਹੜਾ ਸੰਘਰਸ਼ ਇੱਥੋਂ ਤੱਕ ਹੀ ਰਿਹਾ ਜੇ ਲੋਕ ਆਪਣੇ ਘਰੇ ਸੁਖੀ ਜਾਣ ਔਰ ਵਸਣ। ਉਹਨਾਂ ਸਿਰਫ ਇੱਕ ਇਨਸਾਨੀਅਤ ਤੌਰ ਤੇ, ਕਿਸੇ ਧਰਮ ਦੇ ਤੌਰ ਤੇ ਨਹੀਂ। ਕਿਸਾਨ ਇੱਕ ਅੰਨਦਾਤਾ ਹੈ, ਕੱਲਾ ਉਹਦੇ 'ਚ ਪੰਜਾਬ ਦਾ ਸਿੱਖ ਨਹੀਂ ਗਾ, ਉਹਦੇ 'ਚ ਹਰੇਕ ਧਰਮ ਦੇ ਲੋਕ ਨੇ। ਹਰਿਆਣਾ ਹੈ, ਪੂਰੇ ਰਾਜਸਥਾਨ ਹੈ, ਯੂਪੀ ਹੈ, ਸਾਰੇ ਅਲੱਗ-ਅਲੱਗ ਧਰਮਾਂ ਦੇ ਕਿਸਾਨ। ਤੇ ਇੱਕ ਜਿਹੜਾ ਕਿਸਾਨ ਹੈ ਉਹ ਇੱਕ ਅੰਨਦਾਤਾ ਹੈ। ਅੱਜ ਅੰਨਦਾਤਾ ਜਿਹੜਾ ਉਹ ਆਪ ਸੜਕਾਂ ਤੇ ਰਹਿ ਕੇ ਭੁੱਖਾ ਹੋ ਰਿਹਾ, ਔਰ ਜਿਹੜੇ ਲੋਕ ਖੱਜਲ ਖਰਾਬ ਨਹੀਂ ਹੁੰਦੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਫਸਲ ਕਿਵੇਂ ਬੋਈ ਜਾਂਦੀ ਹੈ, ਕਿਵੇਂ ਬੀਜੀ ਜਾਂਦੀ, ਕਿਵੇਂ ਕੱਟੀ ਜਾਂਦੀ, ਕਿਵੇਂ ਖੱਜਲ ਖਰਾਬੀਆਂ ਨਾਲ ਉਹ ਪਾਲਦੇ ਨੇ, ਉਹ ਲੋਕ ਆਨੰਦ ਲੈ ਰਹੇ ਨੇ। ਇਸ ਕਰਕੇ ਉਹਨਾਂ ਦੇ ਪ੍ਰਮਾਤਮਾ ਨੇ ਮਨ 'ਚ ਖਰੇ ਕੀ ਭੇਜਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮੇਰੇ ਜਿਹੜੀ ਸੱਟ ਵੱਜੀ ਉਹ ਮੈਂ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ। ਤੇ ਭਾਵੇਂ ਉਹਨੂੰ ਜਿਵੇਂ ਕਹਿ ਰਹੇ ਮੋਦੀ ਸਾਹਿਬ ਦੇ, ਮੈਂ ਆਪ ਮੈਨੂੰ ਕਈਆਂ ਦੇ ਫੋਨ ਵੀ ਆਏ, ਪਾਰਟੀ ਵੱਲੋਂ ਵੀ ਆਏ ਵੀ ਉਹ ਮਸਲਾ ਹੱਲ ਹੋ ਜਾਂਦਾ, ਕਿਸਾਨ ਜਿੱਦ ਫੜੀ ਫਿਰਦੇ ਨੇ। ਮੈਂ ਕਿਹਾ ਵੇਖੋ ਜੀ, ਜਦੋਂ ਉਹਨਾਂ ਅਕਤੂਬਰ 'ਚ ਅਨਾਉਂਸ ਕਰਤਾ ਸੀ ਅਸੀਂ ਰੇਲ ਟਰੈਕ ਖਾਲੀ ਕਰਾਏ, ਸਰਕਾਰਾਂ ਨੇ ਮਿੰਨਤਾਂ ਕਰਕੇ ਵੀ ਖਾਦ ਨਹੀਂ ਹੈ, DAP ਨਹੀਂ ਹੈ, ਫਸਲ ਬੀਜਣੀ ਹੈ। ਉਹਨਾਂ ਕਿਹਾ ਸੀ ਇਸ ਤੋਂ ਬਾਅਦ ਅਸੀਂ ਦਿੱਲੀ ਵੱਲ ਕੂਚ ਕਰਨਾ, ਸੰਘਰਸ਼ ਕਰਨੀ, ਸਾਡੀਆਂ ਮੰਗਾਂ ਨਾ ਮੰਨੀਆਂ। ਔਰ ਜੇ ਅਸੀਂ ਦਿੱਲੀ ਗਏ, ਅਸੀਂ ਉੱਥੇ ਮੰਗਾਂ ਨਹੀਂ ਮੰਨਣੀਆਂ, ਕਾਨੂੰਨ ਵਾਪਸ ਕਰਕੇ ਆਉਣਾ। ਠੀਕ ਹੈ ਜੀ। ਉਹ ਇਸ ਕਰਕੇ ਇਹ ਕਹਿੰਦੇ ਜਿੱਦ ਫੜ ਲਈ ਜਿੱਦ। ਹੁਣ ਉਹਨਾਂ ਵੀ ਕਿਸਾਨਾਂ ਨੇ ਜਿਹੜੇ ਭੁੱਖੇ ਤੇ ਰਹੇ, ਆਪਦੇ ਘਰ-ਬਾਰ ਛੱਡੇ, ਉਹ ਹੁਣ ਇਸ ਚੀਜ਼ ਤੇ ਅੜੇ ਨੂੰ ਇਹਨੂੰ ਰੱਦ ਹੋਣਾ ਚਾਹੀਦਾ, ਕੱਲ ਨੂੰ ਹੋਰ ਕੋਈ ਗਲਤ ਕਾਨੂੰਨ ਨਾ ਬਣ ਜਾਏ। ਇਸ ਕਰਕੇ ਅਸਲ ਦੇ ਵਿੱਚ ਨਾ ਜੀ ਮੇਰੀ ਜਿਹੜੀ ਸੋਚ ਆ ਉਹ ਇਹ ਕਹਿ ਰਹੀ ਆ ਵੀ ਜਿਵੇਂ ਮੋਦੀ ਸਾਹਿਬ, ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ, ਸਾਹਿਬ ਕਹਿਣਾ ਬਣਦਾ ਨਹੀਂਗਾ, ਸਾਰੀ ਦੁਨੀਆ ਹੀ ਗਾਲਾਂ ਕੱਢੀ ਜਾਂਦੀ ਆ, ਪਰ ਚਲੋ ਕੁਝ ਅਹਿਮੀਅਤ ਦੇਣੀ ਵੀ ਚਾਹੀਦੀ ਹੈ। ਪ੍ਰਾਈਮ ਮਿਨਿਸਟਰ ਨੇ, ਚਲੋ ਉਸ ਹਿਸਾਬ ਨਾਲ ਦੇਖੀਏ ਤਾਂ ਜਿੰਨੇ ਵੀ ਇਹਨਾਂ ਨੇ ਕਾਨੂੰਨ ਬਣਾਏ ਸਭ ਧੱਕੇ ਨਾਲ ਥੋਪਤੇ ਜੀ। ਆਹ ਚੱਕੋ ਜੀ, ਆਹ ਕਾਨੂੰਨ ਬਣ ਗਿਆ ਜੀ, ਜਨਤਾ ਤੇ ਲਾਗੂ ਕਰ ਦਿਓ ਜੀ। ਹੁਣ ਜਿਹੜੀ ਨੋਟਬੰਦੀ ਇਹਨਾਂ ਨੇ ਕਰਤੀ, ਦੱਸੋ ਉਹਦੇ 'ਚ ਆਮ ਜਨਤਾ, ਗਰੀਬ ਜਨਤਾ, ਵੱਡੇ ਪਰਿਵਾਰਾਂ ਨੂੰ ਕਿਤੇ ਦੱਸੋ ਕੋਈ ਕਾਲਾ ਧਨ ਵਾਪਸ ਮੁੜਿਆ? ਕੋਈ ਕਾਲਾ ਧਨ ਨਹੀਂ ਵਾਪਸ ਮੁੜਿਆ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਜੇ ਆਪਾਂ ਗੱਲ ਕਰਦੇ ਜੰਮੂ ਕਸ਼ਮੀਰ ਦੀ, ਉੱਥੇ ਦੇਖੋ ਜੀ ਦੁਨੀਆ ਨੂੰ ਅੰਦਰ ਹੀ ਤਾਰਤਾ ਹੀ ਬੰਦੇ ਨੇ। ਇਹ ਤਾਂ ਜੇ ਆਪਾਂ ਵੇਖੀਏ ਤਾਂ ਔਰੰਗਜ਼ੇਬ ਤੋਂ ਟੱਪ ਗਿਆ ਜੀ। ਤੁਹਾਨੂੰ ਨਹੀਂ ਲੱਗਦਾ ਜੀ ਇਹ ਇੰਨਾ ਜਿਹੜਾ ਧੱਕਾ ਕਰੀ ਜਾਂਦਾ ਇਹਨੂੰ? ਦੇਖੋ, ਜਦੋਂ 2014 'ਚ ਸਰਕਾਰ ਬਣੀ,
ਹਾਂਜੀ ਥੋੜ੍ਹੇ ਜਿਹੇ ਅਸੀਂ ਕੰਮ ਵਾਹਵਾ ਵਧੀਆ ਕੀਤੇ, ਲੋਕ ਹੋਰ ਪਾਰਟੀ ਨਾਲ ਜੁੜੇ। ਉਹਨੂੰ ਲੋਲੀਪੌਪ ਕਹਿ ਲਓ ਜਾਂ ਹਾਂ, ਕੁਛ। ਲੋਲੀਪੌਪ ਹੀ ਹੋ ਗਿਆ ਜੀ, ਹੋਰ ਇੱਥੇ ਕੀ ਸੀਗਾ। ਔਰ ਜਦੋਂ ਹੁਣ ਅਸੀਂ ਟਾਰਗੇਟ ਰੱਖਦਾ ਵੀ 350 ਸੀ, 272 ਸੀ, ਅਸੀਂ 350 ਤੋਂ ਪਾਰ ਕਰਨਾ, ਠੀਕ ਹੈ ਜੀ। ਉਹ ਤੇ 350 ਤੋਂ ਪਾਰ ਹੋ ਗਿਆ। ਜਦੋਂ ਕਿਸੇ ਕੋਲ ਸੱਤਾ ਆ ਜੇ ਨਾ ਵੀ ਮੈਨੂੰ ਜਸਕਰਨ ਜੀ ਦੀ ਲੋੜ ਨਹੀਂ ਗਈ, ਉਦੋਂ ਆਟੋਮੈਟਿਕ ਹੀ ਜਿਹੜਾ ਦਿਮਾਗ ਹੈ ਨਾ, ਉਹ ਤੁਹਾਨੂੰ ਪਤਾ ਵੀ ਕਿਹੜੇ ਪਾਸੇ ਚਲਾ ਜਾਂਦਾ, ਮੈਨੂੰ ਬੇਪਰਵਾਹ ਹੋ ਜਾਂਦਾ। ਬਿਲਕੁਲ ਜੀ, ਇਹ ਤਾਂ ਹੈ ਹੀ ਆ। ਤੇ ਦੂਜੀ ਗੱਲ ਇਹ, ਮੈਨੂੰ ਇੱਕ ਜਿੱਦਣ ਸਰਕਾਰ ਬਣੀ, ਇੱਕ ਕੋਈ ਸੀਨੀਅਰ ਨੇਤਾ ਸੀ, ਉਹਨਾਂ ਮੈਨੂੰ ਵਧਾਈ ਦਿੱਤੀ, ਵਧਾਇਓ ਤੁਹਾਡੀ ਸਰਕਾਰ ਜਿਹੜੀਆਂ ਬੜੀਆਂ ਸੀਟਾਂ ਲੈ ਕੇ ਆਈ, ਪਰ ਇਸ ਤੋਂ ਗਾਂਹ ਨਹੀਂ ਆਏਗੀ। ਇਹ ਕੀ ਗੱਲ ਹੋਈ ਜੀ? ਮੈਂ ਉਸ ਤੋਂ ਬਾਅਦ ਕਿਹਾ ਸਰਦਾਰ ਜੀ ਗਾਂਹ ਕਿਉਂ ਨਹੀਂ ਆਇਆ ਕਿ ਅਸੀਂ 350 ਲਈ ਅੱਗੋਂ ਜਾਣਾ ਜੀ। ਆਂਦਾ ਮੇਰੀ ਇੱਕ ਗੱਲ ਨੋਟ ਕਰ ਲਿਆ ਜੀ, ਤੁਸੀਂ ਜਿਹੜੇ ਹੁਣ ਫੈਸਲੇ ਲੈਣੇ ਨੇ ਬੇਪਰਵਾਹ ਲੈਣੇ ਨੇ, ਬੇਤੁਕੇ ਲੈਣੇ ਨੇ, ਬਿਨਾਂ ਪੁੱਛਿਆਂ ਦੀ ਸਲਾਹ ਤੋਂ ਲੋਕਾਂ ਤੋਂ ਲੈਣੇ ਨੇ। ਜਦੋਂ ਤੁਸੀਂ ਲੋਕਾਂ ਨੂੰ ਕਹਿਤਾ ਵੀ ਸਾਡੇ ਕੋਲ ਇੰਨਾ ਬਹੁਮਤ ਆ ਗਿਆ ਵੀ ਲੋਕ ਸਾਡੇ ਪਿੱਛੇ ਨਹੀਂ, ਹੋਰ ਕਿਸੇ ਪਿੱਛੇ ਨਹੀਂ, ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਠੀਕ ਹੈ ਜੀ। ਉਹੀ ਗੱਲ ਹੋਈ ਏ, ਜਦੋਂ ਸਰਕਾਰ ਆਉਂਦੀ ਗਈ ਆਪਦੀ ਮਨਮਰਜ਼ੀ ਨਾਲ ਫੈਸਲੇ ਲੈਂਦੀ ਰਹੀ, ਠੀਕ ਹੈ, ਮਨਮਰਜ਼ੀ ਨਾਲ ਕਰਦੀ ਰਹੀ, ਠੀਕ ਹੈ। ਐਜੀਟੇਸ਼ਨਾਂ ਚੱਲਦੀਆਂ ਰਹੀਆਂ, 2 ਮਹੀਨੇ ਚੱਲੀਆਂ, ਔਰ ਪ੍ਰਸ਼ਾਸਨ ਤੋਂ ਧੱਕੇ ਨਾ ਕਰਾ ਦੇਣਾ, ਉਠਾ ਦੇਣਾ, ਇਹ ਕੁੱਲ ਮਿਲਾ ਕੇ ਧੱਕੇ ਹੀ ਕੀਤੇ ਇਹਨਾਂ ਨੇ। ਹੋ ਧੱਕੇ। ਹੁਣ ਵੇਖੋ ਕਿਸਾਨ ਨੂੰ ਜਿਵੇਂ ਕਹੀ ਜਾਂਦੇ ਨੇ, ਇਹਨਾਂ ਕਿਸਾਨੀ ਬਿੱਲ ਲਿਆਂਦਾ ਕਰੋਨਾ ਦੇ ਵਿੱਚ, ਬਿਲਕੁਲ। ਕਿਸਾਨ ਨੂੰ ਕਹੀ ਜਾਂਦੇ ਜੀ ਇਹਨੂੰ ਪਤਾ ਹੀ ਨਹੀਂ, ਪਤਾ ਹੀ ਨਹੀਂ। ਵੇਖੋ ਮੈਂ ਇਹ ਕਹਿੰਦਾ ਵੀ ਸਾਰੇ ਬੀਜੇਪੀ ਵਾਲੇ ਸਿਆਣੇ ਹੋ ਗਏ ਨੇ, ਬਾਕੀ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿਸ ਚੀਜ਼ ਬਾਰੇ। ਹਾਂਜੀ, ਸਰਦਾਰ ਸੁਰਜੀਤ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਜੀ। ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀਗੀ, ਜਿਵੇਂ ਤੁਸੀਂ ਗੱਲਬਾਤ ਕੀਤੀ ਪੜ੍ਹੇ ਲਿਖੇ ਨੌਜਵਾਨਾਂ ਦੀ, ਵੀ ਮੋਦੀ ਸਾਹਿਬ ਆਪਦੀ ਜਿਹੜੀ ਡਿਗਰੀ ਆ ਉਹ ਲੋਕਾਂ ਸਾਹਮਣੇ ਪੇਸ਼ ਕਰ ਰਹੇ ਸੀ, ਉਹਨਾਂ ਨੂੰ ਪੇਸ਼ ਕਰਨ ਦੀ ਲੋੜ ਪੈ ਗਈ ਵੀ ਮੈਂ ਪੜ੍ਹਿਆ ਲਿਖਿਆ ਜੀ। ਤਾਂ ਪਰ ਜਦੋਂ ਉਹਨਾਂ ਨੇ ਡਿਗਰੀ ਪੇਸ਼ ਕੀਤੀ ਤਾਂ ਉਹ ਇੱਕ ਪ੍ਰਿੰਟਰ ਰਾਹੀਂ ਕੱਢੀ ਹੋਈ ਉਹਨਾਂ ਨੇ ਭੇਜੀ ਆ, ਜਿਹੜਾ ਲੇਜ਼ਰ ਪ੍ਰਿੰਟਰ ਨਾਲ ਉਹਨਾਂ ਨੇ ਪ੍ਰਿੰਟ ਕੀਤਾ ਆ, ਉਹ ਉਹਨਾਂ ਨੇ ਪੇਪਰ ਭੇਜਤਾ, ਜਦ ਕਿ ਉਦੋਂ ਲੇਜ਼ਰ ਪ੍ਰਿੰਟਰ ਆਏ ਹੀ ਨਹੀਂ ਸੀ। ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਜਿਹੜੇ ਹੁਣ ਜ਼ਿਮੀਂਦਾਰਾਂ ਦੇ ਬੱਚੇ ਜਿਨ੍ਹਾਂ ਨੇ PhDਆਂ ਕੀਤੀਆਂ, ਕਿਸਾਨਾਂ ਦੇ ਪੁੱਤ ਜਿਨ੍ਹਾਂ ਨੇ PhD ਕੀਤੀ ਆ, ਉਹ ਜ਼ਿਆਦਾ ਪੜ੍ਹੇ ਲਿਖੇ ਨੇ ਜਾਂ ਇਹ ਮੋਦੀ ਜ਼ਿਆਦਾ ਪੜ੍ਹਿਆ ਲਿਖਿਆ ਜੀ ਜਿਹਨੇ ਜਾਲੀ ਡਿਗਰੀ ਪੇਸ਼ ਕਰਤੀ? ਵੇਖੋ ਜਿਹੜਾ ਕੋਈ ਰਾਜਾ ਬਣ ਜਾਂਦਾ, ਹਾਂਜੀ, ਉਹ ਰਾਜਾ ਤਾਂ ਬਣਦਾ ਵੀ ਮੈਂ ਖਰੇ ਬਹੁਤ ਸਿਆਣਾ ਸੀ, ਉਹਦਾ ਸਿਆਣਾ ਤਾਂ ਸਮਝਦਾ ਹੀ ਹੈ ਜੀ ਆਪਦੇ ਆਪ ਨੂੰ। ਕਿਉਂਕਿ ਮੈਂ ਜੇ ਸਿਆਣਾ ਤੇ ਮੈਨੂੰ ਤਾਂ ਹੀ ਲੋਕਾਂ ਨੇ ਬਣਾਇਆ। ਠੀਕ ਹੈ। ਪਰ ਲੋਕ ਉਹਦੀ ਪੜ੍ਹਾਈ ਵੱਲ ਨਹੀਂ ਵੇਂਦੇ, ਲੋਕ ਉਹਦੀ ਥੋੜੀ ਜਿਹੀ ਜਾਂ ਉਹਨੇ ਕੋਈ ਕੰਮ ਕੀਤੇ ਨੇ ਕਾਬਲੀਅਤ ਵੱਲ ਵੇਂਦੇ ਨੇ ਠੀਕ ਹੈ ਜੀ। ਵੀ ਯਾਰ ਇਹ ਬੰਦਾ ਚੰਗਾ ਹੈ, ਇਹਨੂੰ ਆਪਾਂ ਜਿਵੇਂ ਪਿੰਡ 'ਚ ਕਹੀਏ ਬੰਦਾ ਚੰਗਾ ਸਰਪੰਚ ਬਣਾ ਦਿਓ, ਜ਼ਰੂਰੀ ਪੜ੍ਹਿਆ ਲਿਖਿਆ ਨਹੀਂ ਬਣਾਉਂਦਾ। ਬਿਲਕੁਲ ਜੀ। ਉਹ ਜਦੋਂ ਫਿਰ ਕੋਈ ਸੁਝਾਅ ਦੇਣ ਵਾਲੇ ਆ ਜਾਂਦੇ ਨੇ, ਉਹ ਆਪਦਾ ਡਿਗਰੀ ਬਣਾ ਲੈ, ਜੋ ਮਰਜ਼ੀ ਬਣਾ ਲੈ। ਬਾਕੀ ਮੈਨੂੰ ਇਸ ਚੀਜ਼ ਬਾਰੇ ਹਾਲੇ ਨੌਲੇਜ ਨਹੀਂ ਵੀ ਡਿਗਰੀਆਂ ਜਾਲੀ ਨਾ, ਮੈਂ ਇਹੋ ਜਿਹੀ ਕੋਈ ਗੱਲ। ਦੂਜੀ ਗੱਲ ਹੈ, ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਜੇ, ਹਾਂਜੀ, ਤੁਸੀਂ ਕਈ ਵਾਰੀ ਇਲੈਕਸ਼ਨਾਂ ਜਾਂ ਪਾਰਟੀਆਂ ਨਾਲ ਜੁੜੇ ਹੋਏ ਲੋਕ ਪਹਿਲੋਂ ਕਦੀ ਨਹੀਂ ਵੇਖੇ ਹੋਣਗੇ, ਤੇ ਜਦੋਂ ਸੱਤਾ 'ਚ ਆ ਜਾਣਗੇ ਤੁਹਾਨੂੰ ਲੋਕ ਜਿਹੜੇ ਕਦੀ ਤੁਸੀਂ ਵੇਖੇ ਨਹੀਂ ਹੋਗੇ, ਉਹਨਾਂ ਦੀ ਕੋਠੀ ਜਾਂ ਉਹਨਾਂ ਦੇ ਦਫ਼ਤਰਾਂ ਵਿੱਚੋਂ ਨਿਕਲਦੇ ਵੇਖਦੇ ਹੋਗੇ, ਉਹ ਲੋਕ ਫਿਰ ਇਹੋ ਜਿਹੇ ਸੁਝਾਅ ਦਿੰਦੇ ਨੇ, ਜਿਹੜੇ ਆਸੇ-ਪਾਸੇ ਚਾਵਲੂਸ ਬੰਦੇ ਜਿਵੇਂ ਆਪਾਂ ਕਹਿ ਦਈਏ। ਜਿਹੜਾ ਤਾਂ ਲੋਕ ਪੜ੍ਹਿਆ ਲਿਖਿਆ ਜਾਂ ਚੰਗਾ ਐਜੂਕੇਟਡ ਜਾਂ ਚੰਗੀ ਪ੍ਰੈਕਟੀਕਲ, ਜਿਹਨੇ ਅਫਸਰਸ਼ਾਹੀ ਤੇ ਦਬਾਅ ਪਾ ਲੈਂਦਾ, ਹਾਂਜੀ, ਉਹ ਚੀਜ਼ਾਂ ਤਾਂ ਨਹੀਂ ਆਉਂਦੀਆਂ। ਜਿਹੜਾ ਅਫਸਰਸ਼ਾਹੀ ਦੇ ਵਿੱਚ ਘੁੰਮਦਾ, ਹਾਂਜੀ, ਉਹ ਫਿਰ ਉਹ ਗੁੰਮਰਾਹ ਕਰ ਲੈਂਦੇ ਨੇ। ਠੀਕ ਹੈ। ਉਹ ਫਿਰ ਵਿਸ਼ਿਆਂ 'ਚ ਦੱਸਦੇ ਨੇ ਕਿਉਂ ਮੈਂ ਹੀ ਮੰਨ ਲਓ ਮਿਨਿਸਟਰ ਬਣ ਜਾਂ ਮੈਂ ਹੀ ਕੁਝ ਹੁੰਦਾ, ਹਾਂਜੀ, ਤੇ ਤੁਸੀਂ ਮੇਰੇ ਨਾਲ ਹੁੰਦੇ, ਮੈਂ ਤੁਹਾਡੀ ਸਲਾਹ ਲੈਣੀ ਜਸਕਰਨ ਜੀ, ਆਪਾਂ ਫਲਾਣਾ ਆਪਣਾ ਬੰਦਾ ਹੈ ਜਾਂ ਕੋਈ ਆਪਣਾ ਸੱਜਣ ਹੈ ਜਾਂ ਆਪਣੀ ਕੋਈ ਕੰਪਨੀ ਹੈ ਜਾਂ ਆਪਣਾ ਕੋਈ ਸ਼ਹਿਰ ਹੈ ਜਾਂ ਮੇਰਾ ਪਿੰਡ ਹੈ, ਆਪਾਂ ਇਹਦੇ ਵਾਸਤੇ ਕੀ ਕਰ ਸਕਦੇ ਹਾਂ। ਠੀਕ ਹੈ ਜੀ। ਉਹ ਤੁਸੀਂ ਦੱਸੋਗੇ, ਤੁਸੀਂ ਆਪਦਾ ਵੀ ਫਾਇਦਾ ਸੋਚਣਾ, ਤੁਸੀਂ ਮੇਰਾ ਵੀ ਸੋਚੋਗੇ। ਉਹ ਫਾਇਦਾ ਸੋਚਦੇ ਉਹਨਾਂ ਨੂੰ ਗੁੰਮਰਾਹ ਕਰ ਲੈਂਦੇ ਨੇ। ਗੁੰਮਰਾਹ ਕਰਦੇ ਉਹ ਜਦੋਂ ਉਹਦੇ ਰਿਜ਼ਲਟ ਆਉਂਦੇ ਨੇ, ਹਾਂਜੀ, ਉਦੋਂ ਪਛਤਾਉਂਦੇ ਨੇ। ਹੁਣ ਜੋ ਮਰਜ਼ੀ ਹੋ ਜੇ, ਅੱਜ ਬੀਜੇਪੀ ਨੇ ਜਿਹੜੇ 3 ਕਾਨੂੰਨ ਲਾਗੂ ਕੀਤੇ ਨੇ, ਪੂਰਾ ਪਛਤਾਵਾ ਕਿਉਂ ਕਰ ਬੈਠੇ ਆ, ਕਿਉਂ ਕੀਤੇ ਨੇ ਇਹ ਜਿਹੜੇ ਕਾਨੂੰਨ ਨੇ? ਇਹ ਆਦੇ ਸੀ ਮਹਿਰਾਂ ਨੂੰ ਪਤਾ ਕੀਤਾ। ਮਹਿਰ ਕਿਹੜੇ ਨੇ?
ਮਾਰ ਜਿਹਨਾਂ ਨੂੰ ਜਿਹੜੇ ਪਤਾ ਹੀ ਹੈਗੇ ਨੀਗਾ। ਜੀ, ਜਿਹੜੇ ਹੁਣ ਤੁਸੀਂ ਇਹ ਵੇਖੋ ਜੀ ਮਾਰ ਕਿੱਥੋਂ ਆ ਗਏ ਜੀ। ਬਾਹਰਲੇ ਜਿੰਨੇ ਵੀ ਵੱਡੀਆਂ ਕੰਟਰੀਆਂ ਹੈਗੀਆਂ ਜੀ, ਉਹਨਾਂ ਨੇ ਸਾਫ਼ ਕਿਹਾ ਕਿ ਇਹ ਜਿਹੜੇ ਮਾਡਲ ਨੇ, ਇਹ ਜਿਹੜੇ ਤੁਸੀਂ ਲਾਗੂ ਕਰ ਰਹੇ ਨੇ ਜੀ, ਇਹ ਸਾਡੇ ਪਹਿਲਾਂ ਅਸੀਂ ਕੀਤੇ ਸੀਗੇ, ਅਸੀਂ ਫੇਲ ਹੋ ਚੁੱਕੇ ਹਾਂ, ਤੇ ਉਹਨਾਂ ਨਾਲੋਂ ਜ਼ਿਆਦਾ ਮਾਰ ਹੋਣੇ ਜ਼ਿਆਦਾ ਹੋ ਗਏ ਜੀ ਮਾਰ ਜਿਹੜੇ ਬੈਠੇ। ਮੈਂ ਉਹੀ ਗੱਲ ਕਰਨਾ, ਵੇਖੋ ਕ੍ਰਿਸ਼ੀ ਦੇਸ਼ ਹੈ ਸਾਡਾ, ਜਿਹਦੇ 70% ਲੋਕ ਕ੍ਰਿਸ਼ੀ ਨਾਲ ਜੁੜੇ, ਖੇਤੀਬਾੜੀ ਨਾਲ ਬਿਲਕੁਲ ਜੁੜੇ ਨਹੀਂ ਆਪਣੇ। ਔਰ ਉਸ ਦੇ ਟੌਪ 'ਚ ਸਾਡੇ ਦੇਸ਼ ਦੇ ਵਿੱਚ ਕਿਹੜੀ ਸਟੇਟ ਹੈ? ਪੰਜਾਬ। ਸੈਕਿੰਡ ਨੰਬਰ ਤੇ ਕਿਹੜਾ? ਹਰਿਆਣਾ। ਠੀਕ ਹੈ। ਕਿਉਂਕਿ ਹਰਿਆਣਾ ਵੀ ਪੰਜਾਬ 'ਚੋਂ ਅਲੱਗ ਹੋਇਆ, ਛੋਟਾ ਭਾਈ ਹੈ। ਬਿਲਕੁਲ ਬਿਲਕੁਲ। ਔਰ ਵੇਖੋ ਤੁਸੀਂ ਸਲਾਹ ਉਹਨਾਂ ਨੂੰ ਲੈਣ ਦੀ, ਪੰਜਾਬ 'ਚ ਹਰੇਕ ਫਸਲ ਉਗਾਈ ਜਾਂਦੀ ਏ। ਇਹੋ ਜੀ ਕੁਦਰਤ ਨੇ ਪੰਜਾਬ ਦੀ ਧਰਤੀ ਦੀ ਇੱਥੋਂ ਦੀ ਧਰਤੀ ਹੈ, ਔਰ ਉੱਥੇ ਜਿਹੜਾ ਜਨਮ ਵੀ ਲੈਂਦਾ ਨਾ, ਉਹ ਕਰਮਾਂ ਵਾਲਾ ਬੰਦਾ ਹੈ, ਜਿਹੜਾ ਪੰਜਾਬ ਦੀ ਧਰਤੀ ਲੈਂਦਾ। ਔਰ ਸਲਾਹ ਕਿੱਥੋਂ ਲਈ? ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਪੰਜਾਬ ਦੇ ਕਿਸਾਨੀ ਮਹਿਰਾਂ ਤੋਂ ਲਈ ਹੋਵੇ, ਜਾਂ ਕੋਈ ਹਰਿਆਣੇ ਦੇ ਕਿਸਾਨੀ ਮਹਿਰਾਂ ਤੋਂ ਲਈ ਹੋਵੇ, ਜਾਂ ਕਿਤੇ ਪੰਜਾਬ ਦੇ ਪਾਰਟੀ 'ਚ ਕਿਸਾਨ ਮੋਰਚਾ ਦੇ ਲੋਕ ਸੀ ਉਹਨਾਂ ਨੂੰ ਪੁੱਛਿਆ ਹੋਵੇ, ਜਿਹੜੇ ਅਸੀਂ ਲੰਮੇ ਤੌਰ ਤੇ ਸੰਘਰਸ਼ ਕਰਦੇ ਰਹੇ ਹਾਂ, ਵੀ ਅਸੀਂ ਕਿਸਾਨਾਂ ਨੂੰ ਵਿਸ਼ਵਾਸ ਦਿੰਦੇ ਰਹੇ ਹਾਂ ਵੀ ਭਾਈ ਜਦੋਂ ਸਾਡੀ ਪਾਰਟੀ ਆ ਆਵੇਗੀ, ਅਸੀਂ ਸਰਕਾਰ ਆਵੇਗੀ ਸਾਡੀ ਪਾਰਟੀ ਦੀ, ਅਸੀਂ ਤੁਹਾਨੂੰ ਆਹ ਚੀਜ਼ਾਂ ਦੇਵਾਂ। ਜਿਵੇਂ ਅਸੀਂ ਕਹਿੰਦੇ ਹਾਂ ਵੀ ਕਿਸਾਨ ਦਾ ਜਿਹੜਾ ਲਾਗਤ ਮੁੱਲ ਹੈ, ਉਸ ਤੋਂ ਅਸੀਂ ਉਹਨੂੰ 1.5 ਗੁਣਾ ਉਹਨੂੰ ਮੁਨਾਫਾ ਦਾਂਗੇ, ਤੇ ਮਤਲਬ ਕਿ ਉਸ ਤੋਂ ਬਾਅਦ ਜਿਵੇਂ ਮੰਡੀਆਂ 'ਚ ਨਾਜ ਨਹੀਂ ਰੁਲਣ ਦਿਆਂਗੇ, ਔਰ ਜਿਵੇਂ ਬਾਰਿਸ਼ ਪੈਂਦੀ ਰੁਲਦਾ, ਅਸੀਂ ਉੱਥੇ ਕਿਹਾ ਸੀ ਮੰਡੀਆਂ ਦੇ 10 ਕਿਲੋਮੀਟਰ ਦੇ ਅੰਦਰ ਅੰਦਰ ਅਸੀਂ ਨਾਜ ਨੂੰ ਸਾਂਭਣ ਵਾਸਤੇ ਭੰਡਾਰਨ ਬਣਾਵਾਂਗੇ, ਔਰ ਉਹਦੀ ਸਾਂਭ ਸੰਭਾਲ ਕੀਤੀ ਜਾਏਗੀ। ਸਾਡਾ ਇਹ ਵੀ ਹੋ ਸਕੇਗਾ ਜਿੱਥੇ ਮੇਨ ਮੰਡੀਆਂ ਰੇਲ ਟਰੈਕ ਲਿਆਵਾਂਗੇ, ਔਰ ਜਿਹੜੀ ਖਾਦ ਦੀ ਸਬਸਿਡੀ ਹੈ ਉਹ ਕਿਸਾਨਾਂ ਨੂੰ ਸਿੱਧੀ ਆਵੇਗੀ। ਇਹੋ ਜਿਹੇ ਜਿਹੜੇ ਲੋਕਾਂ ਨੂੰ ਅਸੀਂ ਤਾਂ ਅਟਲ ਜੀ ਦੇ ਵਿਸ਼ਵਾਸ ਤੇ ਵੀ ਉਹਨਾਂ ਕੰਮ ਕੀਤਾ, ਸ਼ਾਇਦ ਅਸੀਂ ਉਹ ਵਿਸ਼ਵਾਸ ਨੂੰ ਦੁੱਗਣਾ ਕਰਨ ਵਾਸਤੇ ਅਸੀਂ ਕੰਮ ਕਰਦੇ ਰਹੇ। ਸਾਨੂੰ ਇਹ ਨਹੀਂ ਪਤਾ ਵੀ ਸਾਡੇ ਕੋਲ ਸੱਤਾ 2/3 ਬਹੁਮਤ ਆ ਗਿਆ ਤੇ ਸਾਡੇ ਦਿਮਾਗ 'ਚ ਹੋਰ ਕੁਝ ਵੜ ਜੂਗਾ, ਸਾਹਿਬ ਦੀ ਮਰਜ਼ੀ ਨਾਲ ਕੰਮ ਕਰਾਂਗੇ। ਇਹ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਜੀ ਵੀ ਅਸੀਂ ਗੋਦਾਮ ਬਣਾਵਾਂਗੇ ਜੀ, ਅਸੀਂ ਆਹ ਕੁਝ ਕਰਾਂਗੇ, ਤੁਸੀਂ ਇਹ ਪ੍ਰਚਾਰ ਕਰਕੇ ਸਰਕਾਰ ਬਣਾਈ। ਬਿਲਕੁਲ। ਇੱਕ ਚੀਜ਼ ਤੁਹਾਨੂੰ ਹੋਰ ਪੁੱਛਣੀ ਚਾਹੂੰਗਾ ਜੀ, ਜਿੰਦਾ ਸਹੀ ਜਵਾਬ ਦਿਓ ਜੇ, ਮੋਦੀ ਸਾਹਿਬ ਨੂੰ ਜਿਤਾਉਣ ਦੇ ਲਈ ਈਵੀਐਮ ਦਾ ਕਿੰਨਾ ਕੁ ਰੋਲ ਰਿਹਾ ਜਿਹੜੀਆਂ ਈਵੀਐਮ ਮਸ਼ੀਨਾਂ ਜੀ? ਵੇਖੋ ਜੀ, 2 ਕੁ ਮੁੱਦੇ ਸੀ ਇਹਨਾਂ ਦੇ ਕੋਲ। ਠੀਕ ਹੈ ਜੀ। ਆਮ ਲੋਕ ਨਾ ਜਿਹੜੇ ਨੇ, ਖਾਸ ਕਰਕੇ ਹਿੰਦੁਸਤਾਨ ਇੱਕ ਸੈਕੂਲਰ ਦੇਸ਼ ਹੈ, ਹਰੇਕ ਧਰਮ ਦੇ ਲੋਕ ਇੱਥੇ ਨੇ। ਬਿਲਕੁਲ ਹੈਗੇ ਜੀ ਸਰ। ਠੀਕ ਹੈ ਨਾ, ਤੇ ਧਰਮ ਨੀਤੀ ਨਾਲ ਲੋਕ ਜ਼ਿਆਦਾ ਕੁਝ ਜੁੜ ਜਾਂਦੇ ਨੇ, ਔਰ ਕੁਝ ਜੁੜਦੇ ਨੇ ਪਾਰਟੀ ਦੇ ਪਿਛਲੇ ਕੰਮਾਂ ਕਰਕੇ। ਠੀਕ ਹੈ ਜੀ। ਉਹ ਜੁੜਨ ਕਰਕੇ ਉਹ ਹੋ ਜਾਂਦਾ। ਈਵੀਐਮ ਦਾ ਮੈਂ ਸੁਣਿਆ, ਹੋ ਸਕਦਾ ਇਹ ਚੀਜ਼ ਸੱਚਾਈ ਵੀ ਹੋਵੇ ਝੂਠ ਵੀ, ਮੈਂ ਨਹੀਂ ਇਸ ਬਾਰੇ ਕਹਿ ਸਕਦਾ। ਜਿਹੜੇ ਅੱਜ ਕੱਲ ਪੰਜਾਬ 'ਚ ਹਾਲਾਤ ਬਣੇ ਹੋਏ ਨੇ, ਹਾਂਜੀ, ਠੀਕ ਹੈ ਨਾ, ਅਗਰ 2022 ਦੇ ਵਿੱਚ ਜਿਵੇਂ ਉਹਨੇ ਕਹਿ ਦਿੰਦੇ ਵੀ ਆਉਣ ਵਾਲਾ ਸਮਾਂ, ਮੈਨੂੰ ਆ ਵੀ ਇੱਕ ਪਾਰਟੀ ਦੇ ਬੰਦਿਆਂ ਨੇ ਫੜਿਆ ਗਿਆ, ਤੁਸੀਂ ਕਿਉਂ ਛੱਡਿਆ, ਤੁਹਾਨੂੰ ਹੋ ਸਕਦਾ ਟਿਕਟ ਮਿਲ ਜਾਣੀ ਸੀ ਫਲਾਣ। ਮੈਂ ਟਿਕਟ ਦਾ ਭੁੱਖਾ ਨਹੀਂ, ਮੈਂ 30 ਸਾਲ ਹੋ ਗਏ ਨੇ, ਮੈਂ ਕੋਈ ਸਰਕਾਰੀ ਪਦਵੀ ਪਿੱਛੇ ਨਹੀਂ ਭੱਜਿਆ, 2 ਦੇਤਾ ਪਾਰਟੀ ਨੇ, 7 ਤੇ ਆਪਾਂ ਕੰਮ ਵੀ ਕੀਤਾ। ਤੇ ਮੈਂ ਵੀ ਜੇ ਤਾਂ ਹੁਣ ਇਹ ਜਿਹੜਾ ਮੁੱਦਾ ਚੱਲਦਾ ਹੈ, ਭਾਵੇਂ ਜੋ ਮਰਜ਼ੀ ਕਰ ਦੇਣ, ਭਾਵੇਂ ਕਾਨੂੰਨੀ ਵਾਪਸ ਵੀ ਲੈ ਲੈਣ, ਜਿੱਥੋਂ ਤੱਕ ਮੇਰਾ ਹੈ ਵੀ ਉਹਨੂੰ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਜਦੋਂ ਇੱਕ ਵਾਰੀ ਬੰਦੇ ਦਾ ਵਿਸ਼ਵਾਸ ਟੁੱਟ ਜੇ ਨਾ, ਉਹ ਨਹੀਂ ਆਉਂਦਾ। ਜੇ ਤੇ ਇੱਥੇ ਸਰਕਾਰ ਇਹਨਾਂ ਬਣਾ ਲਈ, ਫਿਰ ਹੋ ਸਕਦਾ ਈਐਮ ਦੇ ਪੂਰੀ ਗੜਬੜੀ ਹੈ। ਜੇ ਅਗਰ ਇੱਥੇ ਹੋਰ ਕਿਸੇ ਦੀ ਸਰਕਾਰ ਬਣਦੀ ਹੈ, ਚਾਹੇ ਅਕਾਲੀ ਦਲ ਹੈ, ਕਾਂਗਰਸ ਹੈ, ਝਾੜੂ ਹੈ, ਉਹ ਫਿਰ ਤਾਂ ਜਾਂ ਹੋਰ ਕੋਈ ਨਵਾਂ ਨਿਕਲਦਾ ਹੈ, ਕੋਈ ਨਵੀਂ ਪਾਰਟੀ ਉੱਠਦੀ ਹੈ, ਜਾਂ ਕੋਈ ਸੰਘਰਸ਼ ਦੇ ਵਿੱਚੋਂ ਕੁਛ ਉੱਠਦੀ ਹੈ, ਉਹ ਬਣ ਜਾਂਦੀ ਹੈ। ਫਿਰ ਮੇਰੇ ਹਿਸਾਬ ਨਾਲ ਈਐਮ ਦੀ ਨਹੀਂ ਗੜਬੜ। ਔਰ 22 ਵਾਲਾ ਹੀ ਰਿਜ਼ਲਟ ਮੈਂ, ਕਿਉਂਕਿ ਆਪਦੇ ਘਰ ਦੇ ਵਿੱਚ ਪਤਾ ਲੱਗੂਗਾ ਹੁੰਦਾ ਕਿ ਨਹੀਂ ਹੁੰਦਾ, ਮੈਂ ਇਸ ਦੇ ਉੱਥੋਂ ਬਾਹਰੋਂ ਮੈਨੂੰ ਕੋਈ ਪਤਾ ਨਹੀਂ ਕਿੰਤੂ। ਠੀਕ ਹੈ। ਸਰਦਾਰ ਸੁਰਜੀਤ ਸਿੰਘ ਜੀ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ ਕਿ ਆਮ ਤੌਰ ਤੇ ਜਿਹੜੀ ਜਨਤਾ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਵੀ ਅੱਜ ਇਹ ਬੰਦੇ ਨੇ ਅਸਤੀਫਾ ਦੇਤਾ ਜੀ, ਇਹ ਕਿਸੇ ਵੱਡੀ ਪਾਰਟੀ ਨਾਲ ਜੁੜੂਗਾ, ਜਾਂ ਵੱਡੀ ਪਾਰਟੀ ਨੇ ਕੱਲ ਨੂੰ ਤੁਹਾਡੇ ਤੇ ਵੈਸੇ ਹੋ ਸਕਦਾ ਇਲਜ਼ਾਮ ਵੀ ਲੱਗਣਗੇ, ਵੱਡੀਆਂ ਪਾਰਟੀਆਂ ਨੇ ਕੋਈ ਲਾਲਚ ਦੇਤਾ ਜੀ ਕਿਸੇ ਹੋਰ ਨੇ, ਤੁਸੀਂ ਉੱਧਰ ਜਾ ਰਹੇ ਹੋ। ਕੀ ਤੁਸੀਂ ਸੋਚਿਆ ਕਿ ਹੁਣ ਤੁਸੀਂ ਇੱਧਰੋਂ ਅਸਤੀਫਾ ਦੇ ਚੁੱਕੇ ਹੋ ਤੇ ਹੁਣ ਅਗਲੀ ਪਾਰਟੀ ਕਿਹੜੀ ਜੁਆਇਨ ਕਰੋਗੇ? ਵੇਖੋ ਜੀ, ਮੈਂ ਰਾਜਨੀਤੀ ਬੰਦਾ। ਠੀਕ ਹੈ ਜੀ। ਮੈਂ ਉਨਾ ਚਿਰ ਪਾਰਟੀ ਜੁਆਇਨ ਨਹੀਂ ਕਰਨੀ, ਔਰ ਮੈਂ ਪਹਿਲੀ ਗੱਲ ਤਾਂ ਮੇਰਾ ਮਨ ਭਰ ਗਿਆ, ਕਿਉਂਕਿ ਝੂਠ ਮਾਰਨ ਵਾਲੀ ਗੱਲ ਹੈ ਜਸਕਰਨ ਜੀ, ਕਿਉਂਕਿ ਝੂਠ ਹੀ ਮਾਰਦੇ ਨੇ ਲੋਕ ਐਵੇਂ, ਕਿਉਂਕਿ ਲੋਕਾਂ ਨੂੰ ਗੁੰਮਰਾਹ। ਮੈਂ ਤਾਂ
ਕਿਸਾਨਾਂ ਦੇ ਪਿੱਛੇ, ਕਿਸਾਨਾਂ ਦੇ ਸੰਘਰਸ਼ ਪਿੱਛੇ ਮੇਰੀਆਂ ਉੱਥੇ ਭੈਣਾਂ ਬੈਠੀਆਂ, ਮੇਰੀਆਂ ਮਾਵਾਂ ਬੈਠੀਆਂ, ਮੇਰੇ ਬਜ਼ੁਰਗ ਬੈਠੇ ਨੇ, ਔਰ ਮੇਰੇ ਭਰਾ ਕਈ ਸ਼ਹੀਦ ਹੋ ਗਏ ਨੇ, ਔਰ ਸੰਤ ਸ਼ਹੀਦ ਹੋ ਗਏ ਨੇ। ਉਸ ਨੂੰ ਵੇਖ ਕੇ ਮੈਂ ਤਾਂ ਆਉਣ ਲਈ ਕਿਸਾਨੀ ਸੰਘਰਸ਼ ਦੇ ਵਿੱਚ ਕੁੱਦਣਾ ਔਰ ਕੁੱਦਾਂਗਾ, ਨਾਲ ਜੁੜਾਂਗਾ। ਔਰ ਜਿੰਨਾ ਚਿਰ ਕਿਸਾਨੀ ਸੰਘਰਸ਼ ਖਤਮ ਨਹੀਂ ਹੁੰਦਾ ਉਨਾ ਚਿਰ ਮੈਂ ਕਿਸੇ ਪਾਰਟੀ ਵੱਲੇ ਨਹੀਂ ਜੁਆਇਨਿੰਗ ਕਰਨੀ ਔਰ ਨਾ ਜਾਊਂਗਾ। ਪਹਿਲੀ ਤੇ ਗੱਲ ਇਹ ਆ ਵੀ ਸਾਨੂੰ ਜਿਹੜਾ ਝੂਠ ਹੈ ਉਹ ਰਾਜਨੀਤੀ ਹੀ ਸਿਖਾਉਂਦੀ ਹੈ। ਕਿਸੇ ਵੇਲੇ ਰਾਜਨੀਤੀ ਦੇ ਵਿੱਚ ਉਹਨੂੰ ਬੜਾਵਾ ਦੇਣ ਲਈ ਵੀ ਝੂਠ ਮਾਰਨਾ ਪੈਂਦਾ, ਕਿਸੇ ਵੇਲੇ ਸੱਤਾ 'ਚ ਲਿਆਉਣ ਲਈ ਵੀ ਉਹਨੂੰ ਝੂਠ ਮਾਰਨਾ ਪੈਂਦਾ। ਪਰ ਮਨ ਜੇ ਅੱਕਿਆ, ਪਰ ਵੇਖਾਂਗੇ ਕੋਈ ਸਾਫ਼ ਸੁਥਰੇ ਲੋਕ ਆ ਗਏ ਜਾਂ ਕੋਈ ਚੰਗਾ ਪੰਜਾਬ ਦੇ ਭਵਿੱਖ ਲਈ ਕੰਮ ਕਰੇਗਾ, ਫਿਰ ਉਹਦੇ ਲਈ ਕੰਮ ਕਰਾਂਗੇ। ਇਸ ਕਰਕੇ ਮੈਂ ਹੁਣ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਔਰ ਕਿਸਾਨਾਂ ਨਾਲ ਜੁੜਾਂਗਾ ਔਰ ਕਿਸਾਨਾਂ ਨਾਲ ਡਟ ਕੇ ਖੜਾਂਗਾ ਔਰ ਕਿਸਾਨਾਂ ਦੇ ਪਿੱਛੇ ਜੋ ਕੁਝ ਵੀ ਕਰਨਾ ਪਿਆ, ਆਪਦੀ ਜਾਨ ਜਾਂ ਕੁਛ ਵੀ ਹੈ, ਮੈਂ ਆਪਦਾ ਪਰਿਵਾਰ, ਜਿੰਨੇ ਲੋਕ ਮੇਰੇ ਨਾਲ ਜੁੜੇ ਨੇ ਪਾਰਟੀ ਦੇ ਵਿੱਚ, ਉਹਨਾਂ ਰਿਜ਼ਾਈਨ ਕੀਤਾ। ਅਸੀਂ ਕਿਸਾਨੀ ਮੁੱਦੇ ਤੇ ਹੀ ਜੁੜੇ ਹਾਂ ਔਰ ਕਿਸਾਨੀ ਕਰਕੇ ਹੀ ਸਾਰਾ ਕੁਝ ਛੱਡਿਆ ਔਰ ਕਿਸਾਨੀ ਨਾਲ ਹੀ ਰਹਾਂਗੇ। ਇੱਕ ਸਰਦਾਰ ਸੁਰਜੀਤ ਸਿੰਘ ਸਦਰਦੀਨ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਵੀ ਸਾਡੇ ਮਨ 'ਚ ਜਾਂ ਪੰਜਾਬ ਦੀ ਜਨਤਾ ਦੇ ਮਨ 'ਚ ਇੱਕ ਗੱਲ ਹੋਰ ਆਊਗੀ, ਜਿਵੇਂ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇਤਾ, ਇਹ ਕਿਤੇ ਇੱਕ ਚਾਲ ਤਾਂ ਨਹੀਂ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਤੇ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਆ ਕੇ ਉਹਨੂੰ ਕਿਸਾਨੀ ਸੰਘਰਸ਼ ਨੂੰ ਕਿਸੇ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰੋ? ਦੇਖੋ ਜੀ, ਜੇ ਚਾਲ ਹੁੰਦੀ ਹਾਂਜੀ ਤੇ ਮੈਂ ਜਿਉਂ ਦਾ ਬਿੱਲ ਪਾਸ ਹੋਇਆ ਹਾਂਜੀ ਤੇ ਉਦੋਂ ਦਾ ਹੀ ਆ ਸਕਦਾ ਸੀ। ਨਹੀਂ, ਹੁਣ ਇਹਨਾਂ ਨੇ ਹੁਣ ਮੋਦੀ ਸਰਕਾਰ ਦੇ ਸੁਣੋ, ਜੇ ਆਪਾਂ ਵੇਖੀਏ ਨੱਕ 'ਚ ਦਮ ਆ ਚੁੱਕਿਆ, ਉਹਨਾਂ ਨੂੰ ਪਤਾ ਵੀ ਹੁਣ ਸਾਨੂੰ ਕੁਝ ਕਰਨਾ ਹੀ ਪੈਣਾ। ਦੇਖੋ, ਹਰੇਕ ਹੀ ਜਾਣੂ ਹੁੰਦੇ ਨੇ, ਜਿਹੜੇ ਨਹੀਂ ਜਾਣੂ ਸਾਨੂੰ ਪਤਾ ਹੈ ਪੰਜਾਬ 'ਚ ਜੋ ਐਜੀਟੇਸ਼ਨ ਚੱਲੇ ਉਹ ਛੇਤੀ ਖਤਮ ਨਹੀਂ ਹੁੰਦੀ, ਕਿਉਂਕਿ ਸਾਡੀ 53 ਸਾਲ ਦੀ ਉਮਰ ਹੋ ਗਈ ਹੈ ਤੇ 84 ਵਾਲੇ ਦੌਰ ਵੀ ਵੇਖੇ ਨੇ, ਬੜੇ ਔਖੇ ਦਿਨ ਕੱਢੇ ਨੇ। ਬਿਲਕੁਲ। ਪਰ ਪਹਿਲੋਂ ਵੇਖੋ, ਇੱਕ ਪਹਿਲਾ ਇਤਿਹਾਸ ਬਣਿਆ, ਜੇ ਪੰਜਾਬ 'ਚ ਵੀ ਸੰਘਰਸ਼ ਹੋਇਆ, ਕਿਸਾਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ, ਬੈਠੇ ਰਹੇ ਹਾਂ, ਅਸੀਂ ਵੀ ਬੈਠੇ ਹਾਂ ਵੀ ਚਲੋ ਕੋਈ ਨੁਕਸਾਨ ਨਹੀਂ ਕਰਦੇ। ਬਿਲਕੁਲ। ਔਰ ਜੇ ਦਿੱਲੀ ਗਏ ਨੇ ਤੇ ਉੱਥੇ ਵੀ ਕੋਈ ਨੁਕਸਾਨ ਨਹੀਂ। ਵੇਖੋ, ਦਿੱਲੀ ਤੁਸੀਂ ਇੱਕ ਦਿਨ ਕਿਸੇ ਦੇ ਘਰੇ ਚਲੋ ਜੋ ਤੁਹਾਨੂੰ ਨਾ ਬੰਦਾ ਪੁੱਛੇਗਾ ਨਹੀਂਗਾ, ਵੀ ਪਾਣੀ ਨਹੀਂ ਪੁੱਛੇਗਾ। ਔਰ ਇਹੋ ਜਿਹਾ ਇੱਕ ਕਿਸਾਨਾਂ ਨੇ ਇਤਿਹਾਸ ਬਣਾਤਾ ਔਰ ਦਿੱਲੀ ਵਾਲੇ ਲੋਕ ਇੰਨੇ ਖੁਸ਼ ਹੋਏ ਨੇ, ਉਹਨਾਂ ਦੀ ਆਓ ਭਗਤ ਕਰਦੇ ਨੇ। ਵਾਹ ਜੀ ਵਾਹ। ਤੇ ਉਸ ਵਿਸ਼ੇ ਨੂੰ ਵੇਖ ਕੇ ਫਿਰ ਮੈਂ ਵੇਖਿਆ, ਮੈਂ ਕਿਹਾ ਵੇਖੋ ਜੀ, ਇੰਨੀਆਂ ਸ਼ਹਾਦਤਾਂ ਹੋ ਰਹੀਆਂ ਨੇ, ਠੀਕ ਹੈ ਜੀ, ਔਰ ਸਾਡੇ ਲਈ ਹੋ ਰਹੀਆਂ ਨੇ। ਬਿਲਕੁਲ ਜੀ। ਔਰ ਸੰਤਾਂ ਦੀ ਜਿਹੜੀ ਸ਼ਹਾਦਤ ਹੋਈ, ਉਹਨਾਂ ਤਾਂ ਮੈਨੂੰ ਵਲੂੰਦਰ ਲਿਆ ਔਰ ਸਾਡੇ ਜਿੰਨੇ ਲੋਕ ਸੀ ਉਹਨਾਂ ਨੂੰ ਪੂਰਾ ਵਲੂੰਦਰ ਲਿਆ। ਯਾਰ ਵੇਖੋ, ਸੰਤਾਂ ਨੇ ਸੰਘਰਸ਼ ਤੋਂ ਕੀ ਲੈਣਾ ਦੇਣਾ ਸੀ? ਬਿਲਕੁਲ ਜੀ। ਸਿਰਫ ਇਹੋ ਹੀ ਵੀ ਮੇਰੇ ਸ਼ਹਾਦਤ ਦਿੱਤਿਆਂ ਅਗਰ ਕਿਸਾਨੀ ਜਿਹੜਾ ਸੰਘਰਸ਼ ਹੈ ਕਿਸੇ ਪਾਸੇ ਲੱਗਦਾ ਔਰ ਜ਼ਿਆਦਾ ਨੁਕਸਾਨ ਨਾ ਹੋਵੇ, ਸੁਖੀ ਸੁੰਦਰੀ ਲੋਕ ਘਰੇ ਜਾਣ, ਆਪਦੇ ਬੱਚਿਆਂ 'ਚ ਰਹਿਣ, ਉਹਨਾਂ ਨਾਲ ਸ਼ਹਾਦਤ ਦਿੱਤੀ ਹੈ। ਜਦੋਂ ਉਹਨਾਂ ਸ਼ਹਾਦਤ ਦੇ ਦਿੱਤੀ ਨਾ, ਉਦੋਂ ਮੇਰਾ ਕੋਈ ਇਸ ਪਾਰਟੀ 'ਚ ਰਹਿਣ ਨੂੰ ਤੁਕ ਨਹੀਂ ਬਣਦੀ ਸੀ, ਕਿਉਂਕਿ ਮੈਂ ਕਿਸਾਨ ਦਾ ਬੇਟਾ, ਕਿਸਾਨ ਆ ਖੁਦ। ਜੇ ਕੋਈ ਫਾਇਦਾ ਹੁੰਦਾ ਮੈਨੂੰ ਹੋਣਾ, ਨੁਕਸਾਨ ਹੁੰਦਾ ਮੈਨੂੰ ਹੋਣਾ ਸੀ। ਹੁਣ ਵੇਖੋ, ਮੇਰਾ ਬਿਜ਼ਨਸ ਸੀ ਉਹ ਖਤਮ ਹੋ ਗਿਆ, ਠੀਕ ਹੈ, ਪਾਰਟੀ 'ਚ ਜਾਂਦੇ ਰਹੇ, ਘਰੇ ਕੰਮ ਨਹੀਂ ਕੀਤਾ, ਵੇਖਿਆ ਨਹੀਂ। ਤੇ ਉਸ ਤੋਂ ਬਾਅਦ ਮੇਰੇ ਕੋਲ ਜ਼ਮੀਨ ਬਚੀ ਸੀ, ਔਰ ਜੇ ਉਹ ਬਿਜ਼ਨਸ ਖਤਮ ਹੋ ਗਿਆ, ਜੇ ਮੇਰੇ ਕੋਲ ਜ਼ਮੀਨ ਨਾ ਹੁੰਦੀ ਤੇ ਮੈਂ ਅੱਜ ਹੋ ਸਕਦਾ ਇਸ ਦੁਨੀਆ ਤੇ ਨਾ ਹੁੰਦਾ। ਮੈਨੂੰ ਜ਼ਮੀਨ ਨੇ ਬਚਾਈ ਰੱਖਿਆ, ਕਿਸਾਨ ਦਾ ਪੁੱਤਰ ਸੀ, ਕਮਾਈ ਆਉਂਦੀ, ਮੇਰਾ ਘਰ ਚੱਲਿਆ ਔਰ ਵਧੀਆ ਰੋਟੀ ਖਾ ਰਹੇ ਹਾਂ ਔਰ ਰੋਟੀ ਬੜੀ ਸਾਫ਼ ਸੁਥਰੀ ਖਾ ਰਹੇ ਹਾਂ। ਇਸ ਕਰਕੇ ਇਹ ਨਹੀਂਗਾ ਮੈਂ ਕੋਈ ਚਾਲ ਨਹੀਂ ਗੀ, ਮੈਂ ਸਿਰਫ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਨਾ ਦਿਨੋਂ ਦਿਨ, ਕਿਉਂਕਿ ਠੰਡ ਵੱਧ ਰਹੀ, ਵੇਖੋ ਸ਼ੀਤ ਦੀ ਲਹਿਰ ਸ਼ੁਰੂ ਹੋਈ ਹੈ, ਕਿੰਨੀ ਠੰਡ ਹੈ, ਉਹ ਚੀਜ਼ਾਂ ਨੂੰ ਵੇਖ ਕੇ ਮੈਂ ਨਹੀਂ ਰਹਿ ਸਕਿਆ। ਕਿਉਂਕਿ ਵੇਖੋ, ਬੜੇ ਲੋਕ ਪਾਰਟੀ 'ਚ ਬੈਠੇ ਹੋਏ ਨੇ, ਲਾਲਚ ਕਰਕੇ ਮੈਨੂੰ ਤਾਂ ਲੱਗਦਾ ਬੈਠੇ, ਜਿਹੜੇ ਸਾਡੇ ਕਿਸਾਨ ਪਾਰਟੀ 'ਚ ਬੈਠੇ ਨੇ, ਕੋਈ ਹੋ ਸਕਦਾ ਟਿਕਟ ਦਾ ਚਾਹ ਮਾਣੇ, ਕੋਈ ਸਰਕਾਰ ਆਏਗੀ ਹੋਰ ਸੋਚਦਾ ਹੋਵੇਗਾ। ਹਾਂ, ਸੋਚਦਾ ਤਾਂ ਮੈਂ ਵੀ ਸੀ ਇਸ ਕਰਕੇ, ਪਰ ਮੈਂ ਵੇਖਿਆ ਵੀ ਜਦੋਂ ਸਾਡੇ ਵਾਸਤੇ ਸਾਰਾ ਕੁਝ ਸਾਨੂੰ ਜਾਂ ਤਾਂ ਸਾਨੂੰ ਇਸ ਥਾਂ ਤੇ ਰਹਿਣਾ ਨਹੀਂ ਚਾਹੀਦਾ ਤੇ ਜਾਂ ਸਾਨੂੰ ਇਸ ਪਾਰਟੀ 'ਚ ਨਹੀਂ ਰਹਿਣਾ ਚਾਹੀਦਾ। ਤੇ ਸਾਡੇ ਵਾਸਤੇ ਪੰਜਾਬ ਦੇ ਲੋਕ ਡਟੇ ਹੋਏ ਨੇ, ਬੱਚੇ ਗਏ ਨੇ, ਨੌਜਵਾਨ ਬੱਚੇ, ਕਿਸੇ ਦਾ ਇੱਕ ਪੁੱਤਰ ਹੈ ਉਹ ਵੀ ਸ਼ਹੀਦ ਹੋਇਆ, ਉਹਨਾਂ ਪਰਿਵਾਰ ਨੂੰ ਪੁੱਛੋ, ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਨੇ,
ਉਹਨਾਂ ਨੂੰ ਪੁੱਛੋ, ਉਹ ਕੱਲ ਆਪਦੇ ਪਿਓ ਦੇ ਪਿਆਰ ਤੋਂ ਵਾਂਝੇ ਰਹਿ ਜਾਣਗੇ। ਮੈਂ ਸਿਰਫ ਉਹ ਸ਼ਹੀਦੀਆਂ ਨੂੰ ਵੇਖ ਕੇ ਇਹ ਆਪਦਾ ਜਿਹੜਾ ਪਾਰਟੀ ਨੂੰ ਅਲਵਿਦਾ ਕੀਤਾ, ਉਹ ਉਸ ਸ਼ਹੀਦੀਆਂ ਨੂੰ ਵੇਖ ਕੇ ਕੀਤਾ ਹੈ। ਇਸੇ ਕਰਕੇ ਮੈਂ ਕਿਸਾਨਾਂ ਦੇ ਨਾਲ ਜੁੜਨ ਵਾਸਤੇ ਉਹ ਆਪਦਾ ਅਸਤੀਫਾ ਦਿੱਤਾ, ਹੋਰ ਕਿਸੇ ਚਾਲ ਕਰਕੇ। ਬਾਕੀ ਲੋਕਾਂ ਦੀ ਸੋਚ ਮੇਰੇ ਬਾਰੇ ਕੀ ਸੋਚਦੇ ਨੇ, ਕੀ ਕਰਦੇ ਨੇ, ਉਹਨਾਂ ਦੀ, ਪਰ ਮੈਂ ਇੱਕ ਵਾਹਿਗੁਰੂ ਜਾਣਦਾ, ਮੈਂ ਉਸ ਮੁੱਦੇ ਕਰਕੇ ਹੀ ਦਿੱਤਾ। ਚਲੋ ਬਹੁਤ ਵਧੀਆ ਗੱਲ ਜੀ। ਇੱਕ ਸਰਦਾਰ ਸਾਹਿਬ, ਮੈਂ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛੂੰਗਾ। ਸਮਾਂ ਵੈਸੇ ਆਪਣੇ ਕੋਲ ਬਹੁਤ ਘੱਟ ਰਹਿ ਗਿਆ ਜੀ, ਉਹਦੇ ਮੁਤਾਬਕ ਚਲੋ ਇੱਕ ਕੁਐਸਚਨ ਬਣਦਾ ਜੀ, ਪੁੱਛਦਾ ਮੈਂ ਤੁਹਾਨੂੰ ਵੀ ਜਿਵੇਂ ਤੁਸੀਂ ਵਾਰ-ਵਾਰ ਇਹ ਕਹਿ ਰਹੇ ਸੀ ਵੀ ਅਸੀਂ ਪਾਰਟੀ ਤੱਕ ਗੱਲਾਂ ਪਹੁੰਚਾਈਆਂ, ਪਾਰਟੀ ਦੇ ਕੰਨਾਂ 'ਚ ਕਿਹਾ ਜੀ ਜਿਹੜਾ ਪੰਜਾਬ 'ਚ ਸੰਘਰਸ਼ ਉੱਠ ਪਿਆ, ਨੌਜਵਾਨ ਉੱਠ ਪਏ ਨੇ ਅਤੇ ਆਪਾਂ ਨੂੰ ਕਿਸਾਨਾਂ ਬਾਰੇ ਕੁਝ ਸੋਚਣਾ ਪੈਣਾ ਹੈ। ਇਹ ਜਿਹੜੇ ਆਪਾਂ ਕਾਲਾ ਕਾਨੂੰਨ ਜਿਹੜਾ ਬਣਾ ਚੁੱਕੇ ਆ ਵੀ ਇਹਨੂੰ ਆਪਾਂ ਨੂੰ ਵਾਪਸ ਲੈਣਾ ਹੀ ਪੈਣਾ। ਅਤੇ ਇਹਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕਿ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਨਹੀਂ ਮੰਨ ਰਹੇ ਜਾਂ ਅਮਿਤ ਸ਼ਾਹ ਜੀ ਵੀ ਨਹੀਂ ਮੰਨ ਰਹੇ, ਜਾਂ ਕੀ ਇਹਨਾਂ ਦਾ ਸਿਸਟਮ ਕੀ ਹੈਗਾ ਜੀ? ਹੁਣ ਕਿਉਂ ਰੋਕੀ ਖੜੇ ਇਸ ਕੰਮ ਨੂੰ? ਜਿਸ ਕਾਰਨ ਜੀ ਵੇਖੋ, ਸਾਰੀ ਜਨਤਾ ਨੂੰ ਪਤਾ ਹੈ ਹਾਂਜੀ ਇਹ ਜੋੜੀ ਹੈ, ਜੋੜੀ ਦਾ ਹੈ ਹੀ ਹੈ ਜੀ। ਹਾਂਜੀ, ਜੋੜੀ ਦਾ 3 ਜਣਿਆਂ ਦੀ ਸੀ, ਚਲੋ ਇੱਕ ਨੂੰ ਠੀਕ ਹੈ ਨਾ, ਜੋ ਹੋਇਆ ਪ੍ਰਮਾਤਮਾ ਲੈ ਗਿਆ। ਇਹ ਮੈਨੂੰ ਤਾਂ ਲੱਗਦਾ ਆਪਦੀ ਮਨਮਰਜ਼ੀ ਕਰਦੇ ਨੇ। ਠੀਕ ਹੈ ਜੀ। ਬਾਕੀ ਕੋਈ ਬੋਲ ਨਹੀਂ ਰਿਹਾ, ਲੱਗਦਾ ਜਿੱਥੋਂ ਤੱਕ ਮੈਨੂੰ, ਕਿਉਂਕਿ ਅਸੀਂ ਬੜੀਆਂ ਗੱਲਾਂ ਬਚਾਉਂਦੇ ਰਹੇ ਪ੍ਰਦੇਸ਼ ਤੱਕ ਵੀ, ਪ੍ਰਦੇਸ਼ ਵਾਲੇ ਗਾਂਹ ਵੀ ਬਚਾਉਂਦੇ ਰਹੇ ਨੇ, ਕਿਉਂਕਿ ਜੇ ਪ੍ਰਦੇਸ਼ ਪ੍ਰੈਸ਼ਰ ਪਾ ਦਿੰਦਾ, ਹਾਂਜੀ, ਪ੍ਰਦੇਸ਼ ਬਹਿ ਜਾਂਦਾ ਧਰਨਿਆਂ ਤੇ। ਠੀਕ ਹੈ ਜੀ। ਜਦੋਂ ਉਹਨਾਂ ਨੂੰ ਪਤਾ ਲੱਗਦਾ ਪ੍ਰਦੇਸ਼ ਵੀ ਸਾਡੀ ਵਿਰੋਧਤਾ ਕਰਦਾ ਬੀਜੇਪੀ, ਜੀ, ਠੀਕ ਹੈ ਨਾ, ਹੋ ਸਕਦਾ ਵੀ ਉਹ ਟਸ ਤੋਂ ਮਸ ਹੋ ਜਾਂਦੇ। ਪਰ ਜਦੋਂ ਅਸੀਂ ਦਰਸ਼ਕ ਬਣ ਕੇ ਉੱਥੇ ਵੇਖਨੇ ਆ ਔਰ ਉਹਨਾਂ ਦੀ ਗੱਲ ਸੁਣੀ ਸੁਣਾਈ ਨੂੰ ਅਸੀਂ ਗਾਂਹ ਵਧਾ ਕੇ ਕਰਦੇ ਆ, ਉਹ ਟੈਨਸ਼ਨ ਲੈਣੀ ਉਹਨਾਂ ਛੱਡਤੀ। ਅੱਜ ਜੇ ਅਗਰ ਇਹ ਝੁਕੇ ਨੇ ਲੋਕ, ਹਾਂਜੀ, ਸੱਤਾ ਦੇ ਗਰੂਰ ਦੇ ਵਿੱਚ, ਔਰ ਕਿਸਾਨਾਂ ਦੀ ਜਿਹੜੀ ਉੱਥੇ ਇੰਨੀ ਸੰਖਿਆ ਗਈ ਹੈ ਔਰ ਦਿਨੋਂ ਦਿਨ ਵੱਧ ਰਹੀ ਹੈ, ਹਾਂਜੀ, ਔਰ ਕਿਸਾਨੀ ਸੰਘਰਸ਼ ਨੂੰ ਇਹਨਾਂ ਬਦਨਾਮ ਕਰਨ ਦੀ ਵੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਕਿਸਾਨਾਂ ਨੇ ਬੜੀ ਆਪਦੀ ਸੋਚ ਸਮਝ ਦੇ ਨਾਲ ਉਸ ਚੀਜ਼ ਨੂੰ ਅੱਗੇ ਵਧਾ ਰਹੇ ਨੇ ਔਰ ਪਹਿਰੇ ਵੀ ਲਾ ਰਹੇ, ਕਈ ਲੋਕ ਫੜੇ ਵੀ ਜਾ ਰਹੇ ਨੇ। ਤੁਸੀਂ ਵੇਖਿਆ ਹੋਣਾ, ਕਦੀ ਕੋਈ ਜਸੂਸ ਫੜ ਲਿਆ, ਕੋਈ ਕਿਸੇ ਨੇ ਭੇਜਤਾ, ਤੇ ਉਸ ਕਰਕੇ ਹੀ ਇਹ ਲੋਕਾਂ ਨੂੰ ਵੀ ਅਸੀਂ ਇਹਨੂੰ ਬਦਨਾਮ ਕਰਾਂਗੇ, ਹੋਣਾ ਨਹੀਂ, ਪਰ ਕਰ ਦੋਨੇ ਆਪਦੀ ਮਨਮਰਜ਼ੀ ਹੀ ਰਹਿ ਗਏ ਨੇ। ਕਿਉਂਕਿ ਜਿਹੜੇ ਬਾਕੀ ਵੀ ਮਿਨਿਸਟਰ ਨੇ, ਮੈਨੂੰ ਤਾਂ ਲੱਗਦਾ ਉਹਨਾਂ ਦੀ ਵੀ ਕੋਈ ਉੱਥੇ ਦਾਲ ਨਹੀਂ ਗਲਦੀ। ਜਾਂ ਤਾਂ ਉਹ ਕਹੇ ਵੀ ਅੱਜ ਤੋਮਰ ਸਾਹਿਬ ਕਹਿੰਦੇ ਨੇ, ਕਦੀ ਤੋਂ ਤੁਸੀਂ ਗੱਲ ਸੁਣੀ ਹੋਣੀ ਵੀ ਕਿਸਾਨਾਂ ਨੂੰ ਕੋਲ ਉਹਨਾਂ ਕਹਿਤਾ ਵੀ ਜਿਹੜੇ ਕਾਨੂੰਨ ਅਸੀਂ ਬਣਾ ਤਾਂ ਕੋਆਪਰੇਟ ਘਰਾਣਿਆਂ ਵਾਸਤੇ ਪਏ ਸੀ। ਇਹ ਗੱਲ ਸਾਹਮਣੇ ਇੱਕ ਆਈ ਸੀ, ਕਿਸਾਨ ਯੂਨੀਅਨ ਨੇ ਕਹੀ ਸੀ ਵੀ ਜੇ ਅਸੀਂ ਕਾਨੂੰਨ ਵਾਪਸ ਲੈਨੇ ਤਾਂ ਡਾਨੀਆਂ ਬਾਨੀਆਂ ਨੇ ਦੁਬਾਰਾ ਬਣਾ ਦੇਣੇ ਨੇ, ਨਹੀਂ ਤਾਂ ਉਹ ਕੁਰਸੀ ਨੂੰ ਚਲਾ ਕੇ ਮਾਰਨ ਵੀ ਜੇ ਇਹ ਕੰਮ ਕਰਨਾ, ਜੇ ਕਿਸਾਨਾਂ ਨਾਲ ਖੜੇ। ਸਭ ਲੋਕ ਆਪਦੀਆਂ ਕੁਰਸੀਆਂ ਬਚਾਉਣ ਨੂੰ ਬੈਠੇ ਨੇ। ਜਦੋਂ ਪਤਾ ਲੱਗੇ ਵੀ ਮੇਰੇ ਨਾਲ ਜਸਕਰਨ ਜੀ ਜਾ ਰਹੇ ਨੇ ਜਾਂ ਹੋਰ ਲੋਕ ਜਾ ਰਹੇ ਨੇ, ਮੈਂ ਇਕੱਲਾ ਰਹਿ ਜਾਣਾ, ਆਟੋਮੈਟਿਕ ਹੀ ਸਾਰਾ ਕੁਝ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਇੱਕ ਸਰਦਾਰ ਜੀ, ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਵੇਂ ਚਲੋ ਇੱਕ ਤਾਂ ਹੁੰਦਾ ਨਾ ਵੀ ਆਪਣੇ ਘਰ 'ਚ ਕੋਈ ਗੱਲ ਨਾ ਵਾਪਰੀ ਹੋਵੇ ਤੇ ਆਪਾਂ ਨੂੰ ਨਾ ਪਤਾ ਹੋਵੇ, ਜਾਂ ਕਿਤੇ ਬਾਹਲੀ ਦੂਰ ਵਾਪਰ ਗਈ ਹੋਵੇ, ਤਾਂ ਵੀ ਆਪਾਂ ਕਹਿ ਦਿੰਦੇ ਹਾਂ ਬਈ ਚਲੋ ਸਾਨੂੰ ਇਸ ਚੀਜ਼ ਬਾਰੇ ਗਿਆਨ ਨਹੀਂ ਸੀਗਾ। ਹੁਣ ਬਿਹਾਰ ਦੇ ਵਿੱਚ ਜਿਹੜਾ ਇਹਨਾਂ ਨੇ ਮਾਡਲ ਲਾਗੂ ਕੀਤਾ ਸੀਗਾ, ਉੱਥੇ MSP ਇਹਨਾਂ ਨੇ ਤੋੜੀ ਜਾਂ ਮੰਡੀਕਰਨ ਖਤਮ ਕੀਤੇ। ਉੱਥੋਂ ਦੇ ਲੋਕ ਖੁਦ ਇਹਨਾਂ ਨੂੰ ਇਹ ਗੱਲ ਕਹਿ ਰਹੇ ਆ ਵੀ ਜੇਕਰ ਪੰਜਾਬ ਦੇ ਵਿੱਚ ਵੀ ਇਹ ਸਾਰਾ ਕੁਝ ਇਦਾਂ ਹੀ ਹੋ ਜਾਂਦਾ ਹੈ, ਕਾਨੂੰਨ ਪਾਸ ਹੋ ਜਾਂਦੇ ਆ, ਤਾਂ ਪੰਜਾਬ ਵੀ ਇੱਕ ਬਿਹਾਰ ਦੀ ਤਰ੍ਹਾਂ ਹੀ ਬਣ ਜਾਊਗਾ। ਕੀ ਇਹ ਗੱਲ ਸੱਚ ਹੈ ਜੀ? ਬਿਲਕੁਲ ਜੀ। ਵੇਖੋ, ਪਾਰਟੀ ਦੇ ਵਿੱਚ ਨਾ ਕਈ ਵਾਰੀ ਮੇਰੇ ਰਹਿੰਦਿਆਂ ਆਮ ਜਿਹੜੇ ਸਾਡੇ ਬਿਜ਼ਨਸਮੈਨ ਲੋਕ, ਉਹਨਾਂ ਨਾਲ ਗੱਲ ਹੋਈ ਹੈ, ਮੈਨੂੰ ਕਹਿੰਦੇ ਨੇ ਕਾਨੂੰਨ ਬਹੁਤ ਵਧੀਆ, ਬੜੀ ਜਿਰਿਆ ਹੁੰਦੀ ਸੀ। ਠੀਕ ਹੈ ਜੀ। ਇੱਕ ਬੰਦੇ ਤਾਂ ਮੈਂ ਕਹਿ ਦਿੱਤਾ ਚੰਗੇ ਕੋਆਪਰੇਟ ਘਰਾਣੇ ਦਾ, ਮੈਂ ਵੀ ਤੁਹਾਨੂੰ ਜਿਹੜਾ ਉੱਥੋਂ 800 ਲਿਆਂਦਾ ਦਾ ਖਰੀਦਿਆ ਝੋਨਾ, ਉਹ ਭੁੱਲ ਨਹੀਂ ਰਿਹਾ। ਤੁਸੀਂ ਉੱਥੇ ਝੋਨਾ 800 ਦਾ ਲਿਆਉਂਦੇ ਜੇ ਔਰ ਸਰਕਾਰੀ ਰੇਟ ਤੇ ਉਹਨੂੰ ਵੇਚਦੇ ਜੇ, ਉਹ ਕਾਫੀ ਪ੍ਰੋਫਿਟ ਕਰਦੇ ਜੇ। ਮੈਂ ਜਿਹੜੀ ਤੁਹਾਡੀ ਸੋਚ ਹੈ ਉਹ ਇਹ ਸੋਚ ਹੈ ਵੀ ਅਸੀਂ ਕੰਮ ਕਰੇ ਕਿਸਾਨ, ਸੱਪਾਂ ਦੀਆਂ ਸਿਰੀਆਂ ਮਿੱਦੇ, ਬਿਜਲੀ ਨਾਲ ਲੱਗੇ, ਐਕਸੀਡੈਂਟ ਹੋਏ, ਸਪਰੇਅ ਨਾਲ ਚੜ ਕੇ ਮਰੇ, ਔਰ ਫਸਲ ਜਦੋਂ ਲਿਆਵੇ ਮੰਡੀਕਰਨ ਖਤਮ ਹੋ ਜੇ, ਅਸੀਂ ਉਹਨੂੰ ਜਲੀਲ ਕਰਕੇ ਫਸਲ ਖਰੀਦੀਏ ਔਰ ਉਹ ਮਜਬੂਰੀ ਤੌਰ ਫਸਲ ਵੇਚ ਕੇ ਜਾਏ ਤੇ ਅਸੀਂ ਬੈਠੇ ਬਿਠਾਏ ਪ੍ਰੋਫਿਟ ਅਸੀਂ ਕਰੀਏ।
ਵੇਖੋ ਤੁਸੀਂ ਕਦੀ ਕਿਸਾਨ ਖੁਦਕੁਸ਼ੀਆਂ ਕਰਦਾ ਰਿਹਾ, ਕਦੀ ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਨਾ। ਕਾਰਪੋਰੇਟ ਘਰਾਣਿਆਂ ਨੂੰ ਕਿੰਨੀਆਂ ਸਬਸਿਡੀਆਂ ਮਿਲਦੀਆਂ ਨੇ, ਔਰ ਇਹ ਤੁਸੀਂ ਇੰਡਸਟਰੀ ਲਾ ਲਓ, ਕਿਤੇ 25% ਕਿਤੇ 30%। ਕਦੀ ਕਿਸਾਨ ਬਾਰੇ ਕਿਸੇ ਨੇ ਸੋਚਿਆ ਨਹੀਂ। ਇਸੇ ਕਰਕੇ ਇਹ ਬਿਹਾਰ ਹੀ ਬਣਾਉਣਾ ਚਾਹੁੰਦੇ ਸੀ। ਔਰ ਮੈਂ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਨੂੰ ਤੇ ਜ਼ਰੂਰ ਕਹਿਣਾ ਚਾਹੀਦਾ ਹੈ ਸਾਰੇ ਕਿਸਾਨਾਂ ਨੂੰ ਵੀ ਜੇ ਮੰਡੀਕਰਨ ਪੰਜਾਬ ਤੇ ਹਰਿਆਣੇ 'ਚ ਹੈ ਨਾ, ਔਰ ਰਾਜਸਥਾਨ 'ਚ ਕਣਕ ਦਾ ਹੈ, ਪੂਰੇ ਹਿੰਦੁਸਤਾਨ 'ਚ ਲਾਗੂ ਹੋਣਾ ਚਾਹੀਦਾ, ਕਿਉਂ ਵੀ ਸਾਡੇ ਭਰਾ ਨੇ, ਉਹ ਵੀ ਭਰਾ ਨੇ। ਵੇਖੋ ਤੁਸੀਂ ਵੇਖਿਆ ਹੋਣਾ ਕਈ ਲੋਕ ਬਿਹਾਰ 'ਚੋਂ ਆਉਂਦੇ, ਯੂਪੀ 'ਚ ਆਉਂਦੇ, 8-8 10-10 ਕਿੱਲਿਆਂ ਦੇ ਮਾਲਕ ਨੇ, ਚੰਗੀ ਜਾਇਦਾਦ, ਚੰਗੀ ਜ਼ਮੀਨ ਹੈ, ਉਧਰ ਚੰਗੀ ਉਪਜਾਊ ਹੈ, ਸਿਰਫ ਕੀ ਹੈ ਉਹਨਾਂ ਦੀ ਫਸਲ ਨਹੀਂ ਉੱਥੇ ਵਿਕਦੀ ਨਹੀਂ ਸਹੀ ਰੇਟ ਤੇ। ਦੂਜੀ ਗੱਲ, ਜੇ ਕਿਸਾਨ ਕੋਲ ਪੈਸਾ ਆਏਗਾ ਉਹ ਜ਼ਮੀਨ ਨੂੰ ਚੰਗੀ ਤਰ੍ਹਾਂ ਬੀਜ ਖਾਦ ਲਿਆਏਗਾ, ਫਿਰ ਉਹ ਟਰੈਕਟਰ ਲਏਗਾ ਔਰ ਉਹ ਟਿਊਬਵੈੱਲ ਲਵਾਏਗਾ, ਔਰ ਉਹ ਜ਼ਮੀਨ ਜੇ ਉੱਚੀ ਨੀਵੀਂ ਉਹਨੂੰ ਲੈਵਲ ਕਰਾਏਗਾ, ਫਸਲ ਹੋਏਗੀ, ਉਹਦੀ ਉਪਜ ਵਧੇਗੀ। ਉਹ ਕਰ ਜਦੋਂ ਕਿਸਾਨ ਦੀ ਜਿਹੜੀ ਉਪਜ ਹੀ ਹੈ ਹਾਂਜੀ ਉਹ ਰਹਿ ਹੀ ਸਾਰੀ, ਮੰਨ ਲਓ ਹੁਣ ਆਪਣੇ ਤੇ ਧਾਨ ਹੈ ਉਹ 50-60 ਹਜ਼ਾਰ ਦਾ ਨਿਕਲ ਆਉਂਦਾ, ਹੁਣ ਉਹਨਾਂ ਦਾ ਧਾਨ ਉਹ ਨਿਕਲਦਾ ਹੀ ਸਾਰਾ 20,000 ਹੈ, 20,000 ਦਾ ਧਾਨ ਨਿਕਲਿਆ, 15-16 ਹਜ਼ਾਰ ਖਰਚ ਆ ਗਿਆ, 4,000 ਚੋਂ ਕੀ ਕਰੇਗਾ? ਖੁਦਕੁਸ਼ੀ ਕਰੇਗਾ ਨਾ। ਇਸੇ ਕਰਕੇ ਮੈਂ ਤਾਂ ਇਹ ਵੀ ਕਹਿਣਾ ਸਰਕਾਰ ਨੂੰ, ਤੁਸੀਂ ਜਿੱਥੇ ਜਿੱਥੇ ਸਾਡੀ ਹਰੀ ਕ੍ਰਾਂਤੀ ਹੈ ਪੰਜਾਬ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ, ਉੱਥੇ ਹੀ ਇਹ ਮੰਡੀਕਰਨ ਬੋਰਡ ਬਣਾਇਆ ਜਾਵੇ, ਉੱਥੇ MSP ਤੁਸੀਂ ਦੇ ਦਿੱਤੀ। MSP ਦੇਣ ਦਾ ਫਾਇਦਾ ਕੀ ਹੈ ਜਦੋਂ ਉਸ ਰੇਟ ਤੇ ਫਸਲ ਨਹੀਂ ਵਿਕਣੀ? MSP ਤੋਂ ਉਹ MSP ਤਾਂ ਵਿਕੇਗੀ ਉੱਥੇ ਮੰਡੀਕਰਨ ਸ਼ੁਰੂ ਹੋਏਗਾ, ਸਰਕਾਰੀ ਮੰਡੀ ਬਣੇਗੀ, ਸਰਕਾਰੀ ਏਜੰਸੀਆਂ ਖਰੀਦਣ ਆਉਣਗੀਆਂ, ਫਿਰ MSP ਦਾ ਫਾਇਦਾ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ। ਉਹੀ ਇਹਨਾਂ ਜਿਹੜਾ ਬਿਹਾਰ ਵਾਲਾ ਸਿਸਟਮ ਸੀ, ਯੂਪੀ ਵਾਲਾ ਸਿਸਟਮ ਪੰਜਾਬ 'ਚ ਹਰਿਆਣੇ 'ਚ ਲਾਗੂ ਕਰਨ ਦੀ ਕੋਸ਼ਿਸ਼ ਇਹ ਤਾਂ ਜੀ ਉਹ ਗੱਲ ਹੋ ਗਈ ਜਿਵੇਂ ਧੱਕੇਸ਼ਾਹੀ ਵਾਲੀ। ਜੇ ਆਪਾਂ ਵੇਖਦੇ ਹਾਂ ਵੀ ਆਮ ਤੌਰ ਤੇ ਲੋਕ ਕਹਿ ਰਹੇ ਨੇ ਜੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਜੀ, ਅਸੀਂ ਹਿੰਦੂ ਰਾਸ਼ਟਰ ਬਣਾ ਕੇ ਰਹਿਣਾ ਜੀ, ਜਾਂ ਉਹਨਾਂ ਨੀਤੀਆਂ ਤੇ ਚੱਲਦੇ ਪਏ ਆ। ਜੇ ਕਿਤੇ ਕੋਈ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਜਾਂ ਕੋਈ ਹੋਰ ਸਿੱਖ ਭਰਾ ਉੱਠ ਕੇ ਗੱਲ ਕਹਿ ਦਿੰਦਾ ਕਿ ਅਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹਾਂ, ਤਾਂ ਇਸ ਚੀਜ਼ ਨੂੰ ਵੇਖਦੇ ਹਾਂ ਨਾਲ ਦੀ ਨਾਲ ਪਰਚੇ ਕੱਟਣੇ ਸ਼ੁਰੂ ਹੋ ਜਾਂਦੇ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਦੋਂ ਹਿੰਦੂ ਰਾਸ਼ਟਰ ਕਹਿੰਦੇ ਆ ਤਾਂ ਕੋਈ ਪਰਚਾ ਨਹੀਂ, ਤੇ ਜੇ ਇੱਧਰੋਂ ਖਾਲਿਸਤਾਨ ਦੀ ਮੰਗ ਆ ਜਾਂਦੀ ਤਾਂ ਉਹਨੂੰ ਕਹਿ ਦਿੰਦੇ ਵੀ ਕੱਟੋ ਪਰਚਾ ਤੇ ਅੰਦਰ ਕਰੋ ਵੀ ਇਹਨੂੰ ਮਿੰਟੋ ਮਿੰਟੀ। ਬਿਲਕੁਲ, ਸਾਡਾ ਸੰਵਿਧਾਨ ਜਿਹੜਾ ਉਹ ਸੰਵਿਧਾਨ ਦੇ ਵਿੱਚ ਤੁਸੀਂ ਕੋਈ ਵੀ ਮੰਗ ਰੱਖ ਸਕਦੇ, ਠੀਕ ਹੈ ਨਾ। ਦੂਸਰੀ ਗੱਲ ਇਹ ਆ, ਪਹਿਲੋਂ ਲੰਬੇ ਸਮੇਂ ਤੋਂ ਕਾਂਗਰਸ ਦੀ ਸਰਕਾਰ ਰਹੀ, ਹਾਂਜੀ, ਔਰ ਮੁੱਦੇ ਉਦੋਂ ਵੀ ਉੱਠਦੇ ਰਹੇ, ਉਦੋਂ ਵੀ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਬਿਲਕੁਲ ਜੀ। ਜਿੱਥੋਂ ਤੱਕ ਤਾਂ ਮੈਨੂੰ ਲੱਗਦਾ ਹੈ ਵੀ ਇਹ ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਤਕਰੀਬਨ ਹੀ ਭਾਰਤ ਦੇ ਵਿੱਚ ਜ਼ਿਆਦਾ ਲੋਕ ਕਿਸੇ ਨੇ ਸੱਤਾ 'ਚ ਆਉਣਾ ਹੋਵੇ ਜਾਂ ਕਿਸੇ ਨੇ ਆਪਦੀ ਮੂਵਮੈਂਟ ਨੂੰ ਅੱਗੇ ਕਰਨਾ ਹੋਵੇ, ਉਹ ਧਰਮ ਦਾ ਹੀ ਧਰਮ ਨੂੰ ਅੱਗੇ ਲੈਂਦਾ। ਬਿਲਕੁਲ ਲੈਂਦੇ। ਜਿੱਥੋਂ ਤੱਕ ਮੇਰੀ ਤੇ ਇਹ ਸੋਚ ਹੈ, ਉਸੇ ਕਰਕੇ ਆ ਵੀ ਅੱਜ ਮੁਸਲਮਾਨ ਵੀ BJP ਨਾਲ ਨਹੀਂ ਹੈ। ਜਿਹੜਾ ਆ ਚੱਲ ਰਿਹਾ ਸਿਸਟਮ, ਇਹਦੇ ਨਾਲ ਕਿਸਾਨ ਵੀ ਖਤਮ ਹੋਏ, ਇਹਨਾਂ ਨਾਲ ਨਹੀਂ ਚੱਲਣਾ, ਖਤਮ ਹੋ ਜਾਣਾ ਕੰਮ। ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੀ ਸਿੱਖ ਲੌਬੀ ਸੀ ਪਹਿਲੋਂ ਵੀ ਇਹਨਾਂ ਦੇ ਨਾਲ ਤਕਰੀਬਨ ਨਹੀਂ ਹੈ ਸੀ, ਹੁਣ ਤਾਂ ਬਿਲਕੁਲ ਨਹੀਂ ਹੋਣੀ। ਔਰ ਪੰਜਾਬ ਦੇ ਵਿੱਚ ਦੁਕਾਨਦਾਰ ਵੀ ਨਹੀਂ ਇਹਨਾਂ ਦੇ ਨਾਲ ਰਹਿਣਾ, ਔਰ ਨਾ ਕੋਈ ਇਹਨਾਂ ਨਾਲ ਮਜ਼ਦੂਰ ਰਹਿਣਾ, ਭਾਵੇਂ ਜਿੰਨਾ ਮਰਜ਼ੀ ਲੋਲੀਪੌਪ ਦੇ ਲੈਣ, ਕਿਉਂਕਿ ਅਸਲੀਅਤ ਸਾਹਮਣੇ ਆਈ। ਉਹ ਰਾਸ਼ਟਰ ਹਿੰਦੂ ਰਾਸ਼ਟਰ ਚਲਾਉਣ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਸਾਡੇ ਨਾਲ ਲੋਕ ਜੁੜੇ ਰਹਿਣੇ, ਸੱਤਾ ਤੋਂ ਪਾਸੇ ਨਾ ਹੋਈਏ। ਪਰ ਲੋਕ ਵੀ ਬੜੇ ਸਿਆਣੇ ਹੋ ਗਏ ਨੇ, ਔਰ ਜਿਹੜੇ ਕੁਝ ਲੋਕ ਇਹੋ ਜਿਹੇ ਹੈਗੇ ਨੇ, ਉਹ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਲੋਕ ਬਹਿ ਜਾਣਗੇ। ਉਹ ਹੋ ਸਕਦਾ ਮੈਨੂੰ ਵੀ ਕੱਲ ਨੂੰ ਕਹਿਣ, ਹੋ ਸਕਦਾ ਵੀ ਇਹਦੀ ਸੋਚ ਵੀ ਖਾਲਿਸਤਾਨੀ ਜਾਂ ਤੁਹਾਡੀ ਵੀ ਹੋ ਜਾਣੀ। ਬਿਲਕੁਲ ਜੀ, ਉਹ ਠੀਕ ਹੈ ਨਾ। ਉਹਨੂੰ ਕਹਿੰਦੇ ਨੇ ਵੀ ਉਹਨੂੰ ਬਦਨਾਮ ਕਰ ਦਿਓ ਵੀ ਇਹ ਪਾਰਟੀ 'ਚ ਹੋ ਸਕਦਾ ਇਹ ਛੱਡ ਕੇ ਤਾਂ ਗਿਆ, ਜਾਂ ਇਹਨੂੰ ਪਾਰਟੀ 'ਚੋਂ ਕੱਢਣ ਨੂੰ ਤਿਆਰੀ ਸੀ ਜਾਂ ਕੁਛ ਕਰਨ ਨੂੰ। ਮੈਨੂੰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਗੱਲ ਕਿ ਉਹਨੂੰ ਬਦਨਾਮ ਕਰਨਾ ਹੁੰਦਾ, ਉਹ ਬਦਨਾਮ ਕਰਨ ਦੇ ਚਲੋ ਪਰਚੇ ਫਸਾ ਦਿਓ। ਤੇ ਪ੍ਰਸ਼ਾਸਨ ਹੁੰਦਾ ਜਿਹਦੀ ਸਰਕਾਰ ਹੋਵੇ, ਕਈ ਝੂਠੇ ਵੀ ਫਸਾ ਦਿੰਦੇ ਲੋਕ, ਕਈ ਝੂਠੇ ਜੇਲ੍ਹਾਂ ਕੱਟਦੇ ਪਏ ਨੇ। ਇਹ ਪੰਜਾਬ 'ਚ ਵੀ ਹੋਇਆ, ਆਪਦੇ ਅੱਖੀਂ ਵੇਖਿਆ। ਉਹ ਇਸ ਵਿਸ਼ੇ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ, ਹੋਰ ਕੋਈ ਨਹੀਂਗਾ ਵੀ ਇੱਕ ਚੀਜ਼ ਨੂੰ ਹੀ ਬਦਨਾਮ ਕਰਾਂਗੇ ਤਾਂ ਲੋਕ ਸਾਡੇ ਨਾਲ ਜੁੜਨਗੇ, ਹੋਰ ਕੋਈ ਗੱਲ ਨਹੀਂ। ਇਹਨਾਂ ਨੇ ਹੁਣ ਜਿਹੜੇ ਕਿਸਾਨੀ ਸੰਘਰਸ਼ ਬਾਰੇ ਆਪਾਂ ਗੱਲ ਕਰਦੇ, ਕਿਸਾਨੀ ਸੰਘਰਸ਼ ਨੂੰ ਵੀ ਢਾਹ ਲਾਉਣ ਵਾਸਤੇ ਖਾਲਿਸਤਾਨੀਆਂ ਨਾਲ ਜੋੜਨ ਦੀ ਇਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਹੈ ਕਿ ਜਿਹੜੇ ਉੱਥੇ ਹੁਣ ਨਿੱਕੇ 5-5 ਸਾਲ ਦੇ ਬੱਚੇ, ਮੈਂ ਵੇਖਿਆ ਇੱਕ ਬਜ਼ੁਰਗ ਜਿਨ੍ਹਾਂ ਦੀ ਫੋਟੋ
ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਆ। ਮੈਂ ਵੇਖੀ ਵੀ ਉਹਨਾਂ ਦੇ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਆ ਤੇ ਉਹ ਬੰਦਾ ਥੈਲੀ ਆਪਦੇ ਹੱਥ 'ਚ ਫੜੀ ਹੈ ਤੇ ਉਹ ਬੰਦਾ ਅਗਲੇ ਪਾਸੇ ਜਾ ਰਿਹਾ। ਕੀ ਉਹ ਖਾਲਿਸਤਾਨੀ ਹੈ ਜੀ? ਵੇਖੋ ਜਸਕਰਨ ਜੀ, ਸੰਘਰਸ਼ ਬੜਾ ਵਧੀਆ ਔਰ ਸੁਚੱਜੇ ਢੰਗ ਨਾਲ ਚੱਲ ਰਿਹਾ। ਹਾਂਜੀ, ਜੇ ਤੁਹਾਨੂੰ ਮੈਂ ਅੱਗੇ ਦੱਸਿਆ ਵੀ ਉੱਥੋਂ ਦੇ ਲੋਕ ਆਓ ਭਗਤ ਕਰਦੇ ਨੇ, ਬਿਲਕੁਲ ਕਰਦੇ। ਔਰ ਪੁਲਿਸ ਵਾਲੇ ਔਰ ਜੇ BSF ਉਹ ਲਾਠੀਆਂ ਵੀ ਮਾਰਨ ਨੂੰ ਹੁੰਦੀ ਹੈ, ਬਟ ਲਗਾਈ ਹੁੰਦੀ ਹੈ। ਬਿਲਕੁਲ। ਔਰ ਉਹਨਾਂ ਨੂੰ ਸਾਡੀ ਜਿਹੜੇ ਉੱਥੇ ਕਿਸਾਨ ਭਰਾ ਨੇ, ਸਿੱਖ ਸੰਗਤ ਹੈ, ਉਹ ਲੰਗਰ ਵੀ ਛਕਾ ਰਹੀ ਹੈ। ਠੀਕ ਹੈ ਜੀ। ਭਾਵੇਂ ਉਹਨਾਂ ਨੇ ਕੱਲ ਨੂੰ ਲਾਠੀ ਮਾਰਨੀ, ਕੁਛ ਵੀ ਕਰਨਾ, ਕਿਉਂਕਿ ਜਿਹੜੀ ਸਾਡੀ ਸਿੱਖ ਕੌਮ ਹੈ ਇਹਦਾ ਜਿਹੜਾ ਹਿਰਦਾ ਸਰਬੱਤ ਦਾ ਭਲਾ ਠੀਕ ਹੈ ਜੀ। ਸੋਚਣ ਵਾਲਾ। ਦੂਸਰੀ ਗੱਲ ਇਹ ਹੈ ਵੀ ਖਾਲਿਸਤਾਨੀ ਜਾਂ ਆਤੰਕਵਾਦੀ ਜਾਂ ਨਕਸਲਵਾਦੀ ਕਿਉਂ ਕਿਹਾ ਜਾਂਦਾ? ਉਹ ਕੁਝ ਲੋਕ ਹੁੰਦੇ ਨੇ ਜਾਂ ਤਾਂ ਆਪਦੀ ਕੋਈ ਸਿਕਿਉਰਿਟੀ ਲੈਣੀ ਹੁੰਦੀ ਹੈ, ਜਾਂ ਆਪ ਨੂੰ ਲੋਕਾਂ ਦੇ ਵਿੱਚ ਚੰਗਾ ਕੰਮ ਕਰਨ ਲੱਗਿਆ ਬੜਾ ਸਮਾਂ ਲੱਗਦਾ, ਬੁਰਾ ਕੰਮ ਕਰਾਂਗੇ ਛੇਤੀ ਜਿਹੜਾ, ਕਿਉਂਕਿ ਅਜੇ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵੀ ਅੱਗੇ ਆਵਾਂਗੇ। ਤੁਸੀਂ ਇੱਕ ਹੀ ਵੇਖ ਲਓ, ਕਿਸਾਨ ਹਰਿਆਣੇ 'ਚ ਐਂਟਰ ਹੋਣ ਲੱਗਾ, ਦਿੱਲੀ ਨੂੰ ਜਾਣ ਲੱਗਿਆ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ। ਦਿਲ ਤਾਂ ਸਾਡਾ ਉਸ ਦਿਨ ਤੋਂ ਹੀ ਧਰੋਇਆ ਗਿਆ ਸੀ। ਧਰੋਇਆ ਜਾਣਾ ਗੰਦੀਆਂ ਸੋਚਾਂ। ਉੱਥੋਂ ਦੇ CM ਨੇ ਵੀ ਕਹਿਤਾ ਵੀ ਇਹ ਕੋਈ ਜਿਹੜਾ ਕਿਸਾਨੀ ਧਰਨਾ ਨਹੀਂ, ਇਹ ਖਾਲਿਸਤਾਨੀ ਫਲਾਣੀ। ਹੁਣ ਕੱਲ ਦਾ ਬਿਆਨ ਵੇਖ ਲਓ, ਇੱਕ ਜਲੰਧਰ 'ਚ ਸਾਡੇ ਸੀਨੀਅਰ ਮੰਤਰੀ ਰਹੇ ਨੇ ਕਾਲੀਆ ਜੀ, ਜਦ ਉਹਨਾਂ ਦੇ ਨਾਲ ਹੋਰ ਲੋਕ ਬੈਠੇ ਸੀ, ਉਹਨੇ ਇੱਕ ਬਿਆਨ ਕਹਿਤਾ ਦੇ ਦਿੱਤਾ ਵੀ ਜਿਹੜੇ ਕਿਸਾਨ ਨੇ ਇਹ ਨਾ ਖਾਲਿਸਤਾਨੀ ਹੈ, ਨਾ ਨਕਸਲਵਾਦੀ ਹੈ, ਨਾ ਆਤੰਕਵਾਦੀ ਹੈ। ਇਹ BJP ਨੇ ਕੱਲ ਬਿਆਨ ਲਾਇਆ। ਹੁਣ ਉਸੇ ਬਿਆਨਾਂ ਤੇ ਮੁੱਕਰੀ ਜਾਂਦੇ ਨੇ, ਪਹਿਲਾਂ ਉਹ ਬਿਆਨ ਦਿੰਦੇ ਰਹੇ ਨੇ। ਔਰ ਇਹ ਨਹੀਂ, ਮੈਂ ਇਹ ਨਹੀਂ ਕਹਿੰਦਾ PM ਨੇ ਜਾਂ ਹੋਰ ਕਿਸੇ ਨੇ, ਬਥੇਰੇ ਥੱਲੇ ਲੋਕ ਜਾਂ ਉਹਨਾਂ ਨੂੰ ਘੁਆਇਆ ਜਾਂਦਾ ਜਾਂ ਉਹ ਆਪਦੀ ਸ਼ੋਹਰਤ ਬਣਾਉਣ ਲਈ ਇਹ ਗੱਲ ਕਰਦੇ ਨੇ ਵੀ ਫੁੱਟ ਪਾਵਾਂਗੇ ਔਰ ਇਸ ਚੀਜ਼ ਦੀ ਮੂਵਮੈਂਟ ਚਲਾਵਾਂਗੇ, ਇਹ ਨਿਖਰ ਜਾਣਗੇ। ਤੁਹਾਡੇ ਕਹਿਣ ਦਾ ਮਤਲਬ ਇਹ ਵੀ ਚਾਪਲੂਸ ਬੰਦੇ ਹੁੰਦੇ ਨੇ ਕੁਝ ਕੁ ਜਿਹੜੇ ਇਹਨਾਂ ਗੱਲਾਂ ਨੂੰ ਹਵਾ ਦਿੰਦੇ ਆ ਸਿਰਫ ਅੱਗੇ ਜਾਣ ਦੀ ਖਾਤਰ। ਚਲੋ, ਆਪਣੀ ਗੱਲਬਾਤ ਬਹੁਤ ਵਧੀਆ ਰਹੀ ਜੀ। ਤੁਸੀਂ ਕੋਈ ਇਹੋ ਜਿਹਾ ਸੁਨੇਹਾ ਸਰਕਾਰ ਨੂੰ ਜਾਂ ਸੰਘਰਸ਼ ਵਿੱਚ ਬੈਠੇ ਜਿਹੜੇ ਉੱਥੇ ਯੋਧੇ, ਮੈਂ ਕਹਿ ਸਕਦਾ ਜੀ, ਜਿਹੜੇ ਹੁਣ ਡਟ ਕੇ ਬੈਠੇ ਹੋਏ ਯੋਧੇ ਨੇ, ਉਹਨਾਂ ਨੂੰ ਕੋਈ ਮੈਸੇਜ ਲਾਉਣਾ ਚਾਹੁੰਦੇ ਹੋ ਜੀ? ਵੇਖੋ ਜੀ, ਜਿਹੜੇ ਉੱਥੇ ਸੰਘਰਸ਼ 'ਚ ਬੈਠੇ ਨੇ, ਹਾਂਜੀ, ਔਰ ਜਿਹੜੇ ਸ਼ਹੀਦ ਹੋ ਗਏ ਨੇ ਉੱਥੇ ਸੰਘਰਸ਼ ਦੇ ਵਿੱਚ, ਹਾਂਜੀ, ਪਹਿਲਾਂ ਤਾਂ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ, ਸਿਰ ਝੁਕਦਾ ਕਰਦਾ। ਔਰ ਦੂਸਰਾ, ਕਿਸਾਨ ਜਿਹੜੇ ਉੱਥੇ ਸੰਘਰਸ਼ 'ਚ ਬੈਠੇ ਨੇ, ਜਿਸ ਸੱਜੇ ਢੰਗ ਨਾਲ ਚਲਾ ਰਹੇ ਨੇ ਉਸੇ ਤਰ੍ਹਾਂ ਹੀ ਚੱਲਦਾ ਰਹੇ। ਔਰ ਇਹ ਜਿਹੜਾ ਸੰਘਰਸ਼ ਹੈ, ਇਹ ਸੰਘਰਸ਼ ਵੱਧ ਰਿਹਾ ਔਰ ਸਰਕਾਰ ਨੂੰ ਇਸ ਦੇ ਅੱਗੇ ਝੁਕਣਾ ਪਏਗਾ। ਸਰਕਾਰ ਨੂੰ ਇਹਨਾਂ ਦੀਆਂ ਮੰਗਾਂ, ਇਹਨਾਂ ਦਾ ਸਾਰਾ ਕੁਝ ਮੰਗਣਾ ਪਏਗਾ। ਔਰ ਮੈਂ ਤਾਂ ਸਾਰੇ ਜਿੰਨੇ ਸਾਡੇ ਕਿਸਾਨੀ ਰਿਲੇਟਡ ਕਿਸੇ ਪਾਰਟੀ ਨਾਲ ਵੀ ਹੈ ਨੇ, ਮੈਂ ਤਾਂ ਉਹਨਾਂ ਨੂੰ ਸਾਰੇ ਅੱਗੇ ਬੇਨਤੀ ਕਰਾਂਗਾ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੋ ਔਰ ਪਾਰਟੀ ਤੋਂ ਤਿਆਗ ਦੇਵੋ। ਸੱਤਾ ਦੇ ਲਾਲਚ ਦੇ ਵਿੱਚ ਕਿਸਾਨੀ ਨਾ ਖਤਮ ਕਰ ਲਿਆ ਜੇ। ਮੈਂ ਤਾਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਜਿਹੜਾ ਸੰਘਰਸ਼ ਛੇਤੀ ਤੋਂ ਛੇਤੀ ਖਤਮ ਹੋਵੇ। ਸਾਡੇ ਉੱਥੇ ਬੈਠੇ ਬਜ਼ੁਰਗ, ਨੌਜਵਾਨ, ਮਾਤਾਵਾਂ, ਭੈਣਾਂ, ਉਹ ਠੰਡ 'ਚ ਬੈਠੇ ਨੂੰ ਜਲਦੀ ਤੋਂ ਜਲਦੀ ਆਪਦੇ ਘਰ ਆਉਣ, ਆਪਦੇ ਪਰਿਵਾਰ ਦੇ ਵਿੱਚ ਰਹਿਣ ਔਰ ਖੁਸ਼ੀ ਮਾਣਨ। ਮੈਂ ਤਾਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਵੀ ਇੱਕ ਸੰਘਰਸ਼ ਜਿਹੜਾ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਸਰਕਾਰ ਇਸ ਦੀਆਂ ਮੰਗਾਂ ਪੂਰੀਆਂ ਕਰੇ। ਇਹ ਸਨ ਜੀ ਸਰਦਾਰ ਸੁਰਜੀਤ ਸਿੰਘ ਜੀ ਸਦਰਦੀਨ ਸਾਹਿਬ, ਜਿਨ੍ਹਾਂ ਨਾਲ ਆਪਾਂ ਅੱਜ ਟੂਡੇ ਡਿਸਕਸ਼ਨ ਦੇ ਵਿੱਚ ਗੱਲਬਾਤ ਕੀਤੀ ਜੀ। ਸੋ ਤੁਹਾਨੂੰ ਜਿਹੜੀ ਇਹ ਗੱਲਬਾਤ ਆ ਇਹ ਕਿਵੇਂ ਦੀ ਲੱਗੀ, ਸੋ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਦੱਸਣ ਦੀ ਕਿਰਪਾਲਤਾ ਕਰਨਾ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।